बहुत ही सत्कारयोग साडे डीन साहब चले गए हुण तां, ते साडे मैडम डीन सोशल साइंसिस मेरे परम मित्र डॉक्टर सतनाम सिंह संधू होनी इक्को पीरियड 'च असीं लगभग यूनीवर्सिटी 'च प्रवेश कीता सीगा। ਵੱਖ-ਵੱਖ ਲੈਵਲ 'ਤੇ मैं होर इधर उधर ਕਾਲਜਾਂ 'ਚ करदे रहे। पिछली उम्र 'ਚ आ के बंदा कहता चल यूनीवर्सिटी का भी स्वाद देख आईए, इस करके मैं यूनीवर्सिटी 'ਚ भी आ गया 2014 'ਚੋਂ। ਹੁਣ ਕੰਮ ਕਰਕੇ ਗਾਂਹ ਕੋਈ ਨਾ ਕੋਈ ਚੀਜ਼ ਦੇ ਲੈਵਲ 'ਤੇ ਵਰਕ ਕਰਦੇ ਰਹਿਣ ਦਾ ਇਹਨਾਂ ਨਾਲ ਸਾਂਝ ਮੇਰੀ ਪੱਕੀ ਰਹੀ ਆ ਲਿਖਣ ਪੜ੍ਹਨ ਦੇ ਸਿਲਸਿਲੇ ਕਰਕੇ, ਕਿਉਂਕਿ ਸੰਧੂ ਸਾਹਿਬ ਨਾਲ ਜਦੋਂ ਵੀ ਕਾਫੀ ਹੱਦ ਤੱਕ ਸਾਡੀਆਂ ਸਾਂਝਾਂ ਲਿਖਣ ਪੜ੍ਹਨ ਦੇ ਲੈਵਲ ਦੀਆਂ ਬਣੀਆਂ ਰਹੀਆਂ ਅਤੇ ਅੱਜ ਵੀ ਬਰਕਰਾਰ ਨੇ। ਇਹਨਾਂ ਨੇ ਮੈਨੂੰ ਹੁਕਮ ਹੀ ਕੀਤਾ ਕਹਿ ਲਓ ਕਿ ਤੁਸੀਂ ਆ ਕੇ ਸਾਡੇ ਟੀਚਰਸ ਨਾਲ ਕੁਛ ਗੱਲਾਂ ਇੰਟਰੈਕਟ ਕਰੋ। ਬੇਸਿਕਲੀ ਕਿਉਂਕਿ ਸਭ ਤੋਂ ਦੁਨੀਆ ਦਾ ਔਖਾ ਵੀ ਜੇ ਕੰਮ ਆ ਤਾਂ ਉਹ ਟੀਚਰਾਂ ਨੂੰ ਪੜ੍ਹਾਉਣਾ ਸਭ ਤੋਂ ਔਖਾ, ਕਿਉਂਕਿ ਕਾਫੀ ਨੌਲੇਜ ਹੁੰਦੀ ਆ, ਉਹਨੂੰ ਡੀਕਨਸਟਰਕਟ ਕਰਕੇ ਕੰਸਟਰਕਟ ਕਰਨਾ ਇਜ਼ ਅ ਵੈਰੀ ਟਫ ਜੋਬ, ਕਿਉਂਕਿ ਕੁਛ ਚੀਜ਼ਾਂ ਫਰੇਮ ਹੋ ਜਾਂਦੀਆਂ, ਉਹਨੂੰ ਚੇਂਜ ਕੀਤੀਆਂ ਕਰਨ ਵਾਸਤੇ ਕੁਛ ਟਾਈਮ ਲੱਗਦਾ। ਦੁਨੀਆ ਦਾ ਇੱਕੋ ਫਿਲਾਸਫਰ ਹੋਇਆ, ਉਹਨੂੰ ਪੁੱਛਿਆ ਤੇਰਾ ਮੈਕਸੀਮਮ ਕੀ ਆ ਵੱਖ-ਵੱਖ ਲੈਵਲ 'ਤੇ ਉਹ ਕੰਮ 'ਤੇ ਪੁੱਛਿਆ ਜੀ, ਉਹ ਕਹਿੰਦਾ ਮੇਰਾ ਮੈਕਸੀਮਮ ਇਹ ਆ ਕਿ ਡਾਊਟ ਔਨ ਐਵਰੀਥਿੰਗ ਐਂਡ ਐਵਰੀਵੇਅਰ। ਕਹਿੰਦਾ ਜਿਹੜੀ ਸ਼ੱਕ ਆ ਮੇਰੀ ਜਿਹੜੇ ਕਹਿੰਦਾ ਗਿਆਨ ਦੀ ਆ ਉਹਦੇ 'ਤੇ ਵੀ ਸ਼ੱਕ ਕਰੋ ਤਾਂ ਕਿ ਮੈਂ ਗਿਆਨ ਦੇ ਵਿੱਚ ਵਾਧਾ ਕਰ ਸਕਾਂ। ਇਹਦੇ 'ਤੇ ਇੱਕ ਕਿਤਾਬ ਲਿਖੀ ਗਈ ਸੀ ਆਰਗੂਮੈਂਟ ਅਗੇਨਸਟ ਆਰਗੂਮੈਂਟ, ਕਿ ਜਿਹੜੀ ਦਲੀਲ ਦਿੰਦੇ ਆ ਉਹਦੇ ਕਾਊਂਟਰ ਆਰਗੂਮੈਂਟ ਤਾਂ ਦਿੱਤੀ ਜਾਂਦੀ ਹੈ ਕਿਉਂਕਿ ਉਹ 'ਚ ਕੁਛ ਚੀਜ਼ਾਂ ਖਾਲੀ ਰਹਿ ਜਾਂਦੀਆਂ। ਆਪਾਂ ਕਹਿੰਦੇ ਵੀ ਕੁਲਦੀਪ ਸਿੰਘ ਜੀ ਤੁਹਾਡੀ ਇਹ ਦਲੀਲ ਠੀਕ ਨਹੀਂ, ਇਹਦੀ ਕਾਊਂਟਰ ਆਰਗੂਮੈਂਟ ਆ ਜਿਹੜੀ ਉਹ ਇਸਟੈਬਲਿਸ਼ ਕੀਤੀ ਜਾਂਦੀ ਹੈ। ਇਹ ਹਾਲ ਬਰਾਨਰ ਦੀ ਕਿਤਾਬ ਬਹੁਤ ਮਸ਼ਹੂਰ ਇਕੋਨੋਮਿਸਟ ਆ, ਮੈਡਮ ਇਕਨੋਮਿਕਸ ਵਾਲੇ ਜਾਣਦੇ ਹੋਣਗੇ, ਜਿਹਨੇ 8 ਦੁਨੀਆ ਦੇ ਵੱਡੇ ਇਕੋਨੋਮਿਸਟਾਂ ਦੀ ਕਿਤਾਬ ਲਿਖੀ ਸੀ। 8 ਵਰਲਡ ਫੇਮਸ ਇਕੋਨੋਮਿਸਟਾਂ ਦੇ ਹਾਲ ਬਰਾਨਰ ਦੀ ਕਿਤਾਬ ਆਰਗੂਮੈਂਟ ਅਗੇਨਸਟ ਆਰਗੂਮੈਂਟ, ਵੀ ਦਲੀਲ ਦਿੰਦੇ ਉਹਦੇ ਖਿਲਾਫ ਦਲੀਲ ਕੀ ਹੁੰਦੀ ਆ। ਕਿਉਂਕਿ ਨੌਲੇਜ ਇਸ ਤਰ੍ਹਾਂ ਵੱਧਦੀ ਆ ਕਿ ਜਦੋਂ ਅਸੀਂ ਕ੍ਰਿਟੀਕਲ ਸਾਡੀ ਅਪਰੋਚ ਕੀ ਆ, ਜਿਹੜੀ ਮੈਕਸੀਮਮ ਡਾਊਟ ਵਾਲੀ ਗੱਲ ਕੀਤੀ ਸੀ ਉਹ ਕਾਰਲ ਮਾਰਕਸ ਨੇ ਕੀਤੀ ਸੀ, ਕਿਉਂਕਿ ਜਿੰਨੀਆਂ ਉਹਦੀਆਂ ਲਿਖਤਾਂ ਨੇ ਉਹ ਕ੍ਰਿਟੀਕਲ ਨੇ। ਉਹਨੇ ਕਈ ਸਾਲ ਕ੍ਰਿਟੀਕਲ ਐਂਗਲ ਤੋਂ ਚੀਜ਼ਾਂ ਦੇਖੀਆਂ। ਉਹਨੇ ਦਾਸ ਕੈਪੀਟਲ ਜਦੋਂ ਸਟਾਰਟ ਕੀਤੀ ਆ 10-12 ਸਾਲ ਉਹਨੇ ਸਿਰਫ ਇੱਕੋ ਚੀਜ਼ 'ਤੇ ਕੰਮ ਕੀਤਾ, ਰਿਸਰਚ ਮੈਥਡੋਲੋਜੀ 'ਤੇ। 12 years ਹੀ ਯੂਜ਼ਡ ਐਵਰੀ ਮਿਨਟ ਐਵਰੀ ਟਾਈਮ ਕਿ ਮੈਂ ਮੈਥਡ ਬਿਲਡ ਕਰਨਾ ਕਿ ਰਿਸਰਚ ਦਾ ਸੈਂਟਰਲ ਕੋਰ ਕੀ ਹੁੰਦੀ ਆ। ਉਹਦੇ 'ਚ ਇਕਨੋਮਿਕਸ ਵਾਲੇ ਪ੍ਰੋਫੈਸਰਾਂ ਨੂੰ ਪਤਾ, ਮੇਰੇ ਨਾਲੋਂ ਵੱਧ ਪਤਾ ਹੋਊਗਾ ਵੀ ਮਨੀ, ਕਮੋਡਿਟੀ, ਟਰਾਂਸਫਾਰਮੇਸ਼ਨ, ਮੋਡ ਆਫ ਪ੍ਰੋਡਕਸ਼ਨ, ਉਹ ਸਾਰਿਆਂ ਨੂੰ ਕਿਤੇ ਜੋੜਦਾ ਸੀ ਰਿਕਾਰਡ। ਉਹਨੇ ਹੋਰ ਕੁਛ ਕਿਹਾ, ਕਿਸੇ ਨੇ ਹੋਰ ਕੁਛ ਕਿਹਾ, ਕਿਸੇ ਨੇ ਹੋਰ ਗਿਆ। ਉਹਨਾਂ ਨੇ ਸੈਂਟਰਲ ਮੈਥਡ ਜਿਹੜਾ ਡਿਵੈਲਪ ਕੀਤਾ ਉਹ ਸੀ ਕਮੋਡਿਟੀ ਜੈਨਸ। ਉਹ ਕਹਿੰਦਾ ਕਮੋਡਿਟੀ ਦੇ ਦਿਵਾਲੀ ਮਨੀ ਚੱਲਦੀ ਆ, ਸਰਕੂਲੇਸ਼ਨ ਚੱਲਦੀ ਆ, ਅਕਮੂਲੇਸ਼ਨ ਚੱਲਦੀ ਆ, ਸਰਪਲਸ ਚੱਲਦੀ ਆ, ਲੇਬਰ ਚੱਲਦੀ ਆ, ਸਾਰੀਆਂ ਚੀਜ਼ਾਂ। ਉਸ ਨੂੰ ਸੈਂਟਰਲ ਕੋਰ ਬਣਾ ਕੇ ਉਹਨੇ ਗਾਹਾਂ ਆਪਣਾ ਮੈਥਡ ਡਿਵੈਲਪ ਕੀਤਾ, ਜਿਹਨੇ ਗਾਹਾਂ 20 ਸਾਲ ਲਾ ਕੇ ਆਪਣਾ ਕੈਪੀਟਲ ਨੂੰ ਐਕਸਪਲੇਨ ਕੀਤਾ ਹਾਊ ਇਟ ਫੰਕਸ਼ਨ ਇਟ। ਇਸ ਕਰਕੇ ਜਿਹੜਾ ਮੈਥਡ ਆ ਇਹ ਕਿਸੇ ਵੀ ਚੀਜ਼ ਨੂੰ ਅੰਡਰਸਟੈਂਡ ਕਰਨ ਦਾ ਬੇਹੱਦ ਇੰਪੋਰਟੈਂਟ ਮੈਥਡ ਹੁੰਦਾ। ਹਾਊ ਟੂ ਅੰਡਰਸਟੈਂਡ, ਜਿਵੇਂ ਯੂਨੀਵਰਸਿਟੀ ਨੂੰ ਅਸੀਂ ਅੰਡਰਸਟੈਂਡ ਕਰਨਾ, ਸੰਧੂ ਸਾਹਿਬ ਨੇ ਠੀਕ ਹੀ ਕਿਹਾ ਸੀ ਕਿ ਕਿਵੇਂ ਅਸੀਂ ਇਸ ਨੂੰ ਅੰਡਰਸਟੈਂਡ ਕਰੀਏ, ਇਹਦੀ ਅਪਰੋਚ ਨੂੰ ਕਿਵੇਂ ਅਸੀਂ ਯੂਨੀਵਰਸਿਟੀ ਨੂੰ ਅੰਡਰਸਟੈਂਡ ਕਰਨ ਦਾ ਸਾਡੇ ਕੋਲ ਅਪਰੋਚ ਕੀ ਹੈ। ਕਹਿਣ ਦਾ ਭਾਵ ਹੈ ਕਿ ਮੈਥਡ ਆ ਜਿਹੜਾ ਕਿਸੇ ਚੀਜ਼ ਨੂੰ ਅੰਡਰਸਟੈਂਡ ਕਰਨ ਦਾ ਉਹ ਬਹੁਤ ਹੀ ਇੰਪੋਰਟੈਂਟ ਹੁੰਦਾ। ਮੈਂ ਆਪਣੀ ਗੱਲ ਕਰਨ ਤੋਂ ਪਹਿਲਾਂ ਇੱਕ ਗੱਲ ਛੋਟੀ ਜਿਹੀ, ਕਿ ਇੱਕ ਇਕੋਨੋਮਿਸਟ ਹੋਇਆ ਪਾਲ ਐਮ ਵਾਰਨ, ਇਕਨੋਮਿਕਸ ਦਾ ਪ੍ਰੋਫੈਸਰ ਸੀ। ਉਹਨੇ ਇੱਕੋ ਹੀ ਆਰਟੀਕਲ 1961 'ਚ ਲਿਖਿਆ ਸੀ ਜਿਹੜਾ ਅੱਜ ਤੱਕ ਵੀ ਵਰਲਡ ਮਸ਼ਹੂਰ ਆਰਟੀਕਲ ਆ, ਵਟ ਇਜ਼ ਦੀ ਡਿਫਰੈਂਸ ਬਿਟਵੀਨ ਇੰਟਲੈਕਟ ਵਰਕਰ ਐਂਡ ਇੰਟਲੈਕਚੁਅਲਸ। ਉਹ ਕਹਿੰਦਾ ਇੰਟਲੈਕਟ ਵਰਕਰ ਐਂਡ ਇੰਟਲੈਕਚੁਅਲਸ ਕੀ ਫਰਕ ਹੁੰਦਾ। ਉਹਨੇ ਬੜਾ ਵੱਡਾ ਫੰਡਾਮੈਂਟਲ ਕੰਮ ਕੀਤਾ ਸੀ, ਯੂਨੀਵਰਸਿਟੀ 'ਚ ਪ੍ਰੋਫੈਸਰ ਸੀ, ਕਿ ਯੂਨੀਵਰਸਿਟੀ ਦੇ ਪ੍ਰੋਫੈਸਰਾਂ 'ਚ ਯੂਨਿਟੀ ਕਿਉਂ ਨਹੀਂ ਹੋ ਸਕਦੀ। ਇਹਦੇ 'ਤੇ ਵਰਕ ਸੀ। ਕਹਿੰਦਾ ਦੇ ਨੈਵਰ ਯੂਨਾਈਟਡ ਟੂ ਈਚ ਅਦਰ, ਵਾਈ ਇਟ ਇਜ਼ ਸੋ। ਕਹਿੰਦਾ ਕਿਉਂ ਨਹੀਂ ਹੋ ਸਕਦੀ। ਕੋਈ ਕਹਿੰਦਾ ਪੋਲੀਟੀਕਲ ਸਾਇੰਸ ਦੇ ਡਿਸਿਪਲਿਨ 'ਤੇ ਛੋਟੇ ਜਿਹੇ 'ਤੇ ਕੰਮ ਕਰਦਾ, ਕੋਈ ਹਿਸਟਰੀ 'ਤੇ ਕਰਦਾ, ਮੈਂ ਨਿੱਕੇ ਜਿਹੇ ਐਜੂਕੇਸ਼ਨ 'ਤੇ ਕਰਦਾ, ਕੋਈ ਲੈਂਗੁਏਜ ਕਰਦਾ, ਲਿਟਰੇਚਰ 'ਤੇ ਕਰਦਾ, ਕੋਈ ਲੈਂਗੁਏਜ ਦੀਆਂ ਪਰਤਾਂ 'ਤੇ ਕਰਦਾ। ਇਹ ਕਹਿੰਦਾ ਉਹ ਕੰਮ ਕਰਦੇ ਕਰਦੇ ਆਪਣੀ ਫਰੇਮਿੰਗ ਵੀ ਉਸੇ ਤਰ੍ਹਾਂ ਮੋਲਡ ਕਰ ਲੈਂਦੇ ਨੇ, ਉਵੇਂ ਉਹਨਾਂ ਦਾ ਕਹਿੰਦਾ ਨਜ਼ਰੀਆ ਬਣ ਜਾਂਦਾ, ਉਹਨੂੰ ਮੈਥਡੋਲੋਜੀ ਬਣਾ ਲੈਂਦੇ ਨੇ, ਉਸੇ ਹਿਸਾਬ ਨਾਲ ਦੁਨੀਆ ਦੇਖਣ ਲੱਗ ਜਾਂਦੇ ਨੇ। ਇੰਜੀਨੀਅਰ ਵਾਲੇ ਅਲੱਗ ਢੰਗ ਨਾਲ ਦੇਖਣ ਲੱਗ ਗਏ, ਫਿਜ਼ਿਕਸ ਵਾਲੇ ਅਲੱਗ ਨਾਲ। ਫਿਰ ਇਹਨਾਂ 'ਚ ਕਹਿੰਦਾ ਡਿਫਰੈਂਸ ਇੰਨਾ ਜੋ ਸਾਇੰਸ ਵਾਲੇ ਕਹਿਣਗੇ ਸੋਸ਼ਲ ਸਾਇੰਸ 'ਚ ਕੁਛ ਨਹੀਂ, ਸਾਇੰਸ ਵਾਲੇ ਕਹਿਣਗੇ ਵੀ ਇੰਜੀਨੀਅਰਿੰਗ 'ਚ ਕੁਛ ਨਹੀਂ, ਇੰਜੀਨੀਅਰਿੰਗ ਵਾਲੇ ਸਿਵਲ 'ਚ ਕੁਛ ਨਹੀਂ, ਜਨਰਲ ਡਿਪਾਰਟਮੈਂਟਾਂ ਵਾਲੇ ਕਹਿਣਗੇ ਸੀਸੀ ਵਾਲੇ ਪਤਾ ਨਹੀਂ ਕੀ ਕਰਦੇ ਆ। ਕਹਿਣ ਦਾ ਭਾਵ ਆ ਕਿ ਡਿਫਰੈਂਟ ਲੈਵਲ ਦੀ ਜਿਹੜੀ ਉਹਨੇ ਉੱਥੋਂ ਕੱਢਿਆ ਕਿ ਵਾਈ ਇਟ ਇਜ਼ ਸੋ,
ਉਹ ਕਹਿੰਦਾ ਕਾਰਨ ਵੱਡਾ ਇਹ ਹੁੰਦਾ ਕਿ ਤੁਹਾਡੀ ਜਿਹੜੀ PhD ਕਰਦੇ ਆ, ਰਿਸਰਚ ਕਰਦੇ ਆ, ਫੰਡਾਮੈਂਟਲੀ ਤੁਸੀਂ ਇੱਕ ਛੋਟੇ ਕੰਪੋਨੈਂਟ ਨੂੰ ਲੈ ਕੇ ਕਰਦੇ ਹੋ। ਉਹ ਇਟ ਇਜ਼ ਨਾਟ ਯੂਅਰ ਹੋਲਿਸਟਿਕ ਵਿਊ ਪੁਆਇੰਟ। ਹੀ ਟਾਕ ਐਂਡ ਰਾਈਟ ਏ ਆਰਟੀਕਲ ਔਨ ਦੈਟ ਇਸ਼ੂ ਕਿ ਜਿਹੜਾ ਫੰਕਸ਼ਨ ਆ ਸਾਡਾ ਕੰਮ ਕਰਨ ਦਾ, ਇਟ ਇਜ਼ ਐਜ਼ ਏ ਇੰਟਲੈਕਟ ਵਰਕਰ। ਇੱਕ ਕਾਮੇ ਦੇ ਤੌਰ ਤੇ ਅਸੀਂ ਸਵੇਰ ਤੋਂ ਕੋਈ ਪੇਪਰ ਦੇਖਦੇ ਆ, ਕੋਈ ਫਾਈਲਾਂ ਦੇਖਦੇ ਆ, ਕੋਈ ਹੋਰ ਕਰਦੇ ਆ, ਕਿਸੇ ਨਾ ਕਿਸੇ ਲੈਵਲ ਤੇ ਆਪਣੇ ਵੱਖ-ਵੱਖ ਲੈਵਲ ਤੇ ਉਹ ਇੰਟਲੈਕਟ ਵਰਕਰ ਦੇ ਤੌਰ ਤੇ ਵਰਕ ਕਰਦੇ ਆ। ਕਹਿੰਦਾ ਉਹ ਤੋਂ ਬਾਅਦ ਜੇ ਅਸੀਂ ਇੰਟੈਲੈਕਚੁਅਲਸ ਕਨਵਰਜਨ ਕਰਨੀ ਆ ਆਪਣੇ ਆਪ ਨੂੰ ਐਜ਼ ਏ ਇੰਟੈਲੈਕਚੁਅਲਸ ਕਨਵਰਟ ਕਰਨਾ, ਤਾਂ ਸਾਨੂੰ ਦੇਖਣਾ ਪਊ ਵੀ ਕਿਹਦੇ ਕੋਲੇ ਕੀ ਨੌਲੇਜ ਆ, ਕਿਹਦੇ ਕੋਲੇ ਕੀ ਨੌਲੇਜ ਆ। ਉਹਨਾਂ ਦੇ ਕੰਬੀਨੇਸ਼ਨ ਦੀ ਨੌਲੇਜ ਜੁੜ ਕੇ ਹੀ ਇੰਟੈਲੈਕਚੁਅਲਸ ਕਨਵਰਟ ਹੁੰਦਾ। ਤਾਂ ਉਹਨੇ ਬਹੁਤ ਵਧੀਆ ਰੈਫਰੈਂਸ ਦਿੱਤਾ। ਉਹਦੇ ਕਿਤੇ ਨੈਟ ਤੋਂ ਟਾਈਮ ਲੱਗੇ ਨਾ 5-4 ਮਿੰਟ ਕੱਢ ਕੇ, ਇਹ ਆਰਟੀਕਲ ਆ ਕਮਿਟਮੈਂਟ ਆਫ ਇੰਟੈਲੈਕਚੁਅਲ, ਪਾਲ ਵਾਰਨ ਦਾ ਲਿਖਿਆ ਹੋਇਆ 1961 ਦਾ ਆਰਟੀਕਲ ਆ, ਵਰਲਡ ਫੇਮਸ ਆਰਟੀਕਲ ਆ। ਇਹਨੇ ਡਿਫਰੈਂਸ ਕੀਤਾ what is the difference between intellect workers and intellectuals। ਕਹਿੰਦਾ until man can stand at the level of the intellect worker he cannot convert into intellectuals। ਕਿਸੇ ਨੂੰ ਇੰਗਲਿਸ਼, ਮੈਂ ਆਉਣਾ ਸੰਧੂ ਸਾਹਿਬ ਕੋਲੇ, ਮੇਰੀ ਇਹਨਾਂ ਨਾਲ ਸਾਂਝ ਕੀ ਹੈ, ਮੈਨੂੰ ਪਤਾ ਵੀ ਇਹ ਲਿਟਰੇਰੀ ਕ੍ਰਿਟਿਸਿਜ਼ਮ ਦੇ ਬੜੇ ਵਧੀਆ ਨੇ ਤੇ ਇਹਨਾਂ ਨੂੰ ਆਹ ਚੀਜ਼ ਆਉਂਦੀ ਹੈ। ਮੈਂ ਕਿਸੇ ਹੋਰ ਲੈਂਗੁਏਜ ਵਾਲੇ ਕੋਲੇ ਜਾਣਾ ਵੀ ਮੈਨੂੰ ਲੈਂਗੁਏਜ ਦੀ ਸਮਝ ਨਹੀਂ ਆਉਂਦੀ, ਮੈਨੂੰ ਦੱਸ ਦਿਓ। ਕਿਸੇ ਕੋਲੇ ਕੋਈ ਜਾਣਾ, ਕਿਉਂਕਿ ਵੱਖ-ਵੱਖ ਡਿਸਿਪਲਨ ਨੂੰ ਹੋਲਿਸਟਿਕ ਲੈਵਲ ਤੇ ਜਿਹੜੇ ਕੰਪੋਨੈਂਟ ਨੂੰ ਯੂਨਾਈਟ ਕਰਦੇ ਆ, ਉਹਨੂੰ ਅਸੀਂ ਕਨਵਰਜਨ ਕਹਿੰਦੇ ਆ ਇੰਟੈਲੈਕਚੁਅਲ ਦੀ। ਫਿਰ ਇਹਨੇ ਇਹਦੇ 'ਚ ਇੱਕ ਉਦਾਹਰਨ ਦਿੱਤੀ ਆ, ਕਹਿੰਦਾ ਸਭ ਤੋਂ ਇੰਟੈਲੈਕਚੁਅਲ ਜੇ ਦੇਖਿਆ ਜਾਵੇ ਦੁਨੀਆ 'ਚ ਕੀ ਆ, ਕਹਿੰਦਾ ਹਨੀ ਬੀ ਓਨਲੀ ਦੀ ਇੰਟੈਲੈਕਚੁਅਲ ਇਫ ਯੂ ਕੈਨ ਸੇ ਇਨ ਦੈਟ ਵੇ। ਕਹਿੰਦਾ ਉਹ ਥਾਂ ਤੇ ਘੁੰਮੂਗੀ, ਜਾਊਗੀ, ਇੱਧਰ ਜਾਓ, ਮੁੜ ਕੇ ਕੀ ਆ, ਹਨੀ ਬੀ ਨੇ ਕੀ ਕਰਨਾ, ਆਪਣਾ ਛਾਣਨਾ, ਬਹੁਤ ਚੀਜ਼ਾਂ ਕੂੜ ਕੁਆੜ ਕਰਕੇ ਛੱਡ ਦੇਣੀਆਂ। ਐਂਡ ਰਿਜ਼ਲਟ ਉਹ ਬਹੁਤ ਸ਼ਾਨਦਾਰ ਜਿਹੜਾ ਹਨੀ ਬੀ ਹੁੰਦਾ ਉਹ ਕਿਸੇ ਨਾ ਕਿਸੇ ਲੈਵਲ ਤੇ ਕਲੈਕਟ ਹੁੰਦਾ, ਇਕੱਠਾ ਹੋ ਜਾਂਦਾ। ਵੀ ਜੇ ਕਿਸੇ ਨੇ ਐਜ਼ ਹਾਊ ਵਟ ਫੰਕਸ਼ਨ ਆਫ ਦੀ ਇੰਟੈਲੈਕਚੁਅਲਸ ਐਂਡ ਇੰਟੈਲੈਕਚੁਅਲ ਫਰੇਮਵਰਕ ਦਾ ਦੇਖਣਾ ਹੋਵੇ ਤਾਂ ਉਸ ਚੀਜ਼ ਨਾਲ ਦੇਖਿਆ ਜਾਵੇ ਕਿ ਉਹ ਜਿੱਥੇ ਜਾਊ ਫੁੱਲਾਂ ਤੇ ਜਾਊ, ਹੋਰ ਟੁੱਟੇ ਭੱਜੇ ਥਾਂ ਤੇ ਨਹੀਂ ਜਾਊਗੀ। ਉਹ ਫੁੱਲ ਗੁਲਾਬ ਦਾ ਉੱਥੋਂ ਆਪਦਾ ਸ਼ਹਿਦ ਰਹੂਗੀ ਇਕੱਠਾ ਕਰਕੇ, ਹੌਲੀ ਆਪਦੇ ਛੱਤੇ ਜਾਊ, ਉੱਥੇ ਛਾਣ ਨਾ ਲਾਊ, ਉਹਨੂੰ ਸਿੰਥੇਸਾਈਜ਼ ਕਰੂ, ਐਨਾਲਾਈਜ਼ ਕਰਨ ਤੋਂ ਬਾਅਦ ਕੁਝ ਸਮੇਂ ਬਾਅਦ ਸ਼ਹਿਦ ਇਕੱਠਾ ਕਰ ਲੂ। ਉਹ ਕਹਿੰਦਾ ਇਫ ਯੂ ਕੈਨ ਚੇਂਜ ਯੂਅਰ ਬ੍ਰੇਨ ਇਨ ਦੈਟ ਵੇ, ਬ੍ਰੇਨ ਕੈਨ ਫੰਕਸ਼ਨ ਇਨ ਦੈਟ ਵੇ। ਅਸੀਂ ਕਹਿੰਦਾ ਬ੍ਰੇਨ 'ਚ ਬਹੁਤ ਕੁਛ ਇਹੋ ਜਿਹੀਆਂ ਚੀਜ਼ਾਂ ਇਕੱਠੀਆਂ ਕਰ ਲੈਣ ਜਿਹੜੀਆਂ ਦੀ ਲੋੜ ਨਹੀਂ ਹੁੰਦੀ, ਜਿਹੜੀਆਂ ਹਾਰਡਲਸ ਹੁੰਦੀਆਂ ਤੁਹਾਡੇ ਇੰਟੈਲੈਕਟ ਦੇ ਲੈਵਲ ਤੇ ਹੁੰਦੀਆਂ ਨੇ। ਹਾਊ ਯੂ ਕੈਨ ਕਨਵਰਟ ਇਨ ਦੈਟ ਵੇ। ਦਿਸ ਇਜ਼ ਦੀ ਬਿਊਟੀਫੁਲ ਆਰਟੀਕਲ ਰਿਟਨ ਇਨ 1961 on the basis of universities functioning and their problem, how they can function at that level. Next, 1853 'ਚ ਇੱਕ ਕਿਤਾਬ ਲਿਖੀ ਗਈ ਸੀ, ਮੈਨੂੰ ਬੈਸਟ ਕਿਤਾਬ ਸਮਝਦਾ, The Idea of University। HW ਨਿਊਮੈਨ ਦੀ ਕਿਤਾਬ ਆ, ਸਭ ਤੋਂ ਪੁਰਾਣੀ। ਸਟੇਟ ਕਾਲਜ ਦਾ ਜਦੋਂ ਪਹਿਲਾ ਪ੍ਰਿੰਸੀਪਲ ਆਇਆ ਉਹਦਾ ਨਾਂ ਸੀ ਜਸਵੰਤ ਸਿੰਘ। ਪ੍ਰਤਾਪ ਸਿੰਘ ਕੈਰੋਂ ਹੋਣਾ ਦੇ ਨਾਲ ਉੱਥੇ ਪੜ੍ਹਦੇ ਸੀ ਅਮਰੀਕਾ ਦੇ ਵਿੱਚ। ਉਹਨਾਂ ਨੇ ਕਿਹਾ ਵੀ ਮੈਂ ਜੀ ਇੰਨੀਆਂ ਕਿਤਾਬਾਂ ਲੈ ਕੇ ਜਾਣੀਆਂ। ਪਹਿਲੀ ਇਹਦਾ ਨੰਬਰ 8 ਨੰਬਰ ਆ ਕਿਤਾਬ ਦਾ, ਸਟੇਟ ਕਾਲਜ ਦੀ ਲਾਇਬ੍ਰੇਰੀ ਦੀ ਹੈ। ਇਹਦੇ 'ਚ ਕੀ ਇਹਨਾਂ ਕਿਹਾ, ਇਹਨਾਂ ਨੇ ਆਈਡੀਆ ਆਫ ਯੂਨੀਵਰਸਿਟੀ ਦੇਣ ਦਾ ਪਰਪਸ ਕੀ ਸੀ। HW ਨਿਊਮੈਨ ਦਾ, HW ਨਿਊਮੈਨ ਥਿਓਲੋਜੀ ਦਾ ਪ੍ਰੋਫੈਸਰ ਸੀ, ਇੱਕ ਕਾਲਜ 'ਚ ਲੱਗਿਆ ਸੀ, ਕਿਤੇ ਕ੍ਰਿਟੀਕਲ ਵਿਊ ਪੁਆਇੰਟ ਦੇ ਕਿਤੇ ਕੋਈ ਹੋ ਗਿਆ। ਇਹਨੇ ਕਿਹਾ, ਫਿਰ ਇਹਨੂੰ ਕਿਸੇ ਕਾਲਜ ਵਾਲਿਆਂ ਨੇ ਬੁਲਾਇਆ, ਆਕਸਫੋਰਡ ਵਾਲਿਆਂ ਨੇ, ਯੂਨੀਵਰਸਿਟੀ ਆਫ ਲੰਡਨ ਵਾਲਿਆਂ ਨੇ, ਸੌਰੀ, ਉਹਨਾਂ ਨੇ ਬੁਲਾ ਕੇ ਇਹਨੂੰ ਕਿਹਾ ਵੀ ਤੂੰ ਲੈਕਚਰ ਦੇ। ਯੂਨੀਵਰਸਿਟੀ ਨਹੀਂ ਸੀ ਉਸ ਰੂਪ 'ਚ ਡਿਵੈਲਪ ਹੋਈ ਉਦੋਂ, ਪਰ ਉਹਦੇ ਕਨਸੈਪਟ ਵੱਖੋ ਵੱਖਰੇ ਸੀ। ਫਿਰ ਇਹਨਾਂ ਨੇ ਇਹ ਲੈਕਚਰ ਨੇ ਉਹਨਾਂ ਦੇ ਇਕੱਠੇ ਕੀਤੇ ਹੋਏ ਦਿੱਤੇ ਹੋਏ ਲੈਕਚਰ ਨੇ। ਇਹਨਾਂ ਲੈਕਚਰਸ ਦੇ ਵਿੱਚ ਉਹਨਾਂ ਇੱਕ ਗੱਲ ਕੀਤੀ ਜਿਹੜੀ ਫੰਡਾਮੈਂਟਲ ਗੱਲ ਆ। ਇਹ ਕਹਿੰਦੇ ਵੀ ਜਿਹੜਾ ਯੂਨੀਵਰਸਲ ਨੌਲੇਜ ਆ, ਯੂਨੀਵਰਸਿਟੀ ਦਾ ਮੀਨਿੰਗ ਆ, ਯੂਨੀਵਰਸਲ ਨੌਲੇਜ ਆ, ਉਹਦੇ ਵੱਖ-ਵੱਖ ਕੰਪੋਨੈਂਟ ਆ। ਉਹ ਸਾਰੇ ਕੰਪੋਨੈਂਟਾਂ ਲਈ ਇੱਕੋ ਸਪੇਸ ਤੇ ਬੈਠ ਕੇ ਨੌਲੇਜ ਐਕਸਚੇਂਜ ਕਰਨੀ, ਗੇਨ ਕਰਨੀ। ਉਹ 'ਚ 2 ਕੰਪੋਨੈਂਟ ਹੁੰਦੇ ਆ, ਇੱਕ ਕਹਿੰਦਾ ਲਰਨਰ, ਇੱਕ ਟੀਚਰ। ਉਹ 24 ਘੰਟੇ ਫੰਕਸ਼ਨ ਕਰਦੇ ਨੇ ਆਪਣੇ ਬ੍ਰੇਨ ਦੇ ਲੈਵਲ ਤੇ, ਦਿਮਾਗ ਦੇ ਲੈਵਲ ਤੇ ਫੰਕਸ਼ਨ ਕਰਦੇ ਨੇ। ਫਿਰ ਕਹਿੰਦਾ ਆਈਡੀਆ ਕੰਸਟਰਕਟ ਹੁੰਦਾ ਉਹਦੇ 'ਚ, ਉਹ ਟੀਚਿੰਗ 'ਚ, ਲੈਂਗੁਏਜ 'ਚ, ਗ੍ਰਾਮਰ 'ਚ, ਵੱਖ-ਵੱਖ ਲੈਵਲ ਤੇ। ਐਵਰੀ ਡੇ ਦੇ ਆਰ ਫੰਕਸ਼ਨਿੰਗ ਐਂਡ ਅੰਗੇਜਿੰਗ ਦੇਅਰ ਸੈਲਫ। ਉਹ ਇੱਕ ਦੂਜੇ ਨਾਲ ਅੰਗੇਜ ਕਰਦੇ ਨੇ ਤੇ ਉਹਦੇ ਹਿਸਾਬ ਨਾਲ ਚੀਜ਼ਾਂ ਜਿਹੜੀਆਂ ਕੰਸਟਰਕਟ ਹੁੰਦੀਆਂ ਨੇ। ਇਹਦੇ 'ਚੋਂ ਇਹਨਾਂ ਨੇ ਜਦੋਂ ਯੂਨੀਵਰਸਿਟੀ
ਯੂਨੀਵਰਸਿਟੀ ਦਾ ਕਨਸੈਪਟ ਡਿਵੈਲਪ ਕੀਤਾ ਤਾਂ ਇਹਨਾਂ ਨੇ ਯੂਨੀਵਰਸਲ ਤੋਂ ਲਿਆ, ਨਾਟ ਐਜ਼ ਏ ਛੋਟਾ ਚੀਜ਼ਾਂ ਨੂੰ ਕੱਟ ਐਂਡ ਪੀਸ ਕਰਕੇ। ਇਹ ਕਹਿੰਦੇ ਨੌਲੇਜ ਦਾ ਕਨਸੈਪਟ ਇਹ ਆ ਕਿ ਯੂਨੀਵਰਸਲ ਨੂੰ ਜੇ ਇਹ ਸਮਾਉਂਦੀ ਨਹੀਂ ਆਪਦੇ ਵਿੱਚ, ਸਾਰੀਆਂ ਇਹਦੀਆਂ ਪਰਤਾਂ ਨਹੀਂ ਆਉਂਦੀਆਂ, ਲੈਂਗੁਏਜ ਵਾਲੀ, ਆਰਟ ਵਾਲੀ, ਫਿਲਾਸਫੀ ਵਾਲੀ, ਲਿਟਰੇਚਰ ਵਾਲੀ, ਸਾਇੰਸ ਵਾਲੀ, ਕੋਈ ਹੋਰ ਚੀਜ਼ਾਂ ਸਾਰੀਆਂ ਕਹਿੰਦਾ ਕਲੈਕਟਿਵਲੀ ਫੰਕਸ਼ਨ ਨਹੀਂ ਕਰਦੀਆਂ, ਤਾਂ ਕਹਿੰਦਾ ਉਹ ਯੂਨੀਵਰਸਿਟੀ ਨਹੀਂ, ਉਹ ਕਾਲਜ ਹੋਊਗਾ। ਉਹਨੂੰ ਫਿਰ ਉਹਦੇ ਵਿੱਚੋਂ ਹੀ ਕਹਿੰਦਾ ਵੱਖ-ਵੱਖ ਲੈਵਲ ਦੇ ਆਈਡੀਆਜ਼ ਆਉਂਦੇ ਨੇ। ਅਗਲੀ ਗੱਲ, ਕਿਉਂਕਿ ਇਹ ਬਹੁਤ ਉਸ ਵੇਲੇ ਲੈਂਗੁਏਜ 'ਤੇ ਗੱਲ ਕਰ, ਇਹਨਾਂ ਨੇ ਜਿਹੜੇ ਯੂਨੀਵਰਸਿਟੀ ਦੇ ਉਸ ਵੇਲੇ 1853 'ਚ ਸਬਜੈਕਟ ਸੀ, ਮੈਂ ਗੱਲ ਜਸਵੰਤ ਸਿੰਘ ਉਹਨਾਂ ਦੀ ਕਰਦਾ, ਉਹ ਤਾਂ ਬਾਅਦ 'ਚ ਕਰਦਾ। ਜਸਵੰਤ ਸਿੰਘ ਹੋਣੀ ਜਦੋਂ ਸਟੇਟ ਕਾਲਜ ਦੇ ਪਹਿਲੇ ਪ੍ਰਿੰਸੀਪਲ ਨੇ, ਹੁਣ ਵੀ ਜਾ ਕੇ ਉੱਥੇ ਪੜ੍ਹ ਲਿਓ, 1853 'ਚ ਫਸਟ ਪ੍ਰਿੰਸੀਪਲ। ਉਹਨਾਂ ਦੀ ਬਹੁਤ ਮਸ਼ਹੂਰ ਕਿਤਾਬ ਸੀ, ਸਾਈਕਾਲੋਜੀ ਦੇ ਪ੍ਰੋਫੈਸਰ ਸੀ, ਹਾਊ ਟੂ ਬੀ ਏ ਗੁੱਡ ਹੈਡ ਮਾਸਟਰ। ਕੈਰੋ ਨੇ ਕਿਹਾ ਤੈਨੂੰ ਵੱਡੇ ਅਹੁਦੇ 'ਤੇ ਲਾ ਲੈਂਦੇ ਆ। ਕਹਿੰਦੇ ਅਹੁਦਾ ਕੀ ਕਰਨਾ, ਮੈਂ ਕਹਿੰਦੇ ਇੱਥੇ ਆਰਾਮ ਨਾਲ ਆਪਣੇ ਸਕੂਲ ਟੀਚਰਾਂ ਦੀ ਲੋੜ ਸੀ 1950-55 ਦੇ ਵਿੱਚ। ਕਹਿੰਦੇ ਇੱਥੇ 3-4 ਸਕੂਲ ਇਕੱਠੇ ਕਰ ਦਿਓ, ਉਹਨਾਂ 'ਚ ਆਪਾਂ ਟੀਚਰ ਬਣਾਵਾਂਗੇ, ਬਹੁਤ ਸ਼ਾਨਦਾਰ ਮੈਂ ਹੈਡ ਮਾਸਟਰ ਬਣਾਉਂਗਾ, ਜਿਹੜੇ ਜਾ ਕੇ ਪੰਜਾਬ ਨੂੰ ਐਜੂਕੇਟ ਕਰਨਗੇ। ਤਾਂ ਜਸਵੰਤ ਸਿੰਘ ਨੇ 10 ਸਾਲ ਉੱਥੇ ਸਟੇਟ ਕਾਲਜ ਦੀ ਨੀਂਹ ਰੱਖੀ ਆ, ਅਤੇ 5-7 ਨਾਲ ਸਕੂਲਾਂ 'ਤੇ ਉਦੋਂ 52-53 ਦੀ ਐਜੂਕੇਸ਼ਨ ਪਾਲਿਸੀ ਆਈ ਸੀ, ਜਿਹੜੀ ਮਲਟੀ ਡਿਸਿਪਲਿਨ ਕਿਸਮ ਦੀ ਉਦੋਂ ਸੀਗਾ, ਵੋਕੇਸ਼ਨਲ ਸਕੂਲ ਹੋਰ ਕਰਨੇ ਆ। ਤਾਂ ਉਹ ਇਹ ਕਿਤਾਬਾਂ ਲੈ ਕੇ ਆਏ, ਜਾਣੀ ਪੜ੍ਹਨ ਦਾ ਕਿਸ ਲੈਵਲ 'ਤੇ ਵੀ ਇੰਸਟੀਟਿਊਸ਼ਨ, ਕਿਸੇ ਵੇਲੇ ਉਹ ਕੌਨਸੈਪਟ ਸੀ ਕਿ ਉਹ ਆਈਡੀਆ ਇਹ ਸੀਗਾ ਵੀ ਉੱਥੇ ਐਜੂਕੇਸ਼ਨ ਦੀ ਯੂਨੀਵਰਸਿਟੀ ਐਸਟੈਬਲਿਸ਼ ਹੋਵੇ। ਇਸ ਕਿਸਮ ਦੇ ਵਿਚਾਰ ਨੂੰ ਲੈ ਕੇ ਉੱਥੇ ਚੀਜ਼ ਬਿਲਡ ਕੀਤੀ। ਇਹਨਾਂ ਨੇ ਜਿਹੜੀ ਆਪਣੀ ਯੂਨੀਵਰਸਿਟੀ ਦੇ ਟੀਚਿੰਗ ਦੇ ਲੈਵਲ 'ਤੇ ਇਹਨਾਂ ਨੇ ਕੀਤੀ ਗੱਲ, ਇਹ ਕਹਿੰਦੇ ਵੀ ਜਿਹੜੀਆਂ ਨੌਲੇਜ ਦੀ ਬ੍ਰਾਂਚ ਹੁੰਦੀ ਆ ਜਾਂ ਨੌਲੇਜ ਦੇ ਲੈਵਲ 'ਤੇ ਹੁੰਦੀ ਆ, ਰਿਲੇਸ਼ਨ ਟੂ ਲਰਨਿੰਗ ਹੁੰਦੀ ਆ ਨੌਲੇਜ ਦੀ। ਅਤੇ ਤੀਸਰਾ ਹੈਗਾ ਉਹਦੇ ਨਾਲ ਜੇ ਤੁਹਾਡੀ ਲਰਨਿੰਗ ਵਾਲੀ ਨੌਲੇਜ ਵਾਲਾ ਐਪਟੀਚਿਊਡ ਆ, ਤਾਂ ਤੁਹਾਡੀ ਪ੍ਰੋਫੈਸ਼ਨਲ ਸਕਿੱਲ ਦਾ ਉਹਦੇ ਨਾਲ ਕੀ ਲਿੰਕ ਆ ਕਿਸੇ ਯੂਨੀਵਰਸਿਟੀ ਦਾ। ਇਹ ਕਹਿੰਦੇ ਵੀ ਹਰ ਇੱਕ ਦੀ ਡਿਊਟੀ ਆ, ਇਹਨਾਂ ਦਾ ਵੱਡਾ ਜਿਹੜਾ ਕੰਮ ਆ ਕਿਤਾਬ ਦੇ ਨੇ ਕੀਤਾ ਵੀ ਤੁਸੀਂ ਦੂਰ, ਜਿਵੇਂ ਸੰਧੂ ਸਾਹਿਬ ਕਹਿੰਦੇ ਸੀ, ਕਿਸੇ ਲੈਵਲ 'ਤੇ ਕਨੈਕਟਿਵਿਟੀ ਕਿੰਨੀ ਆ। ਤੁਸੀਂ ਇੱਕ ਪਿੰਡ ਦੇ ਵਿੱਚ ਬੈਠੇ ਨੂੰ ਕਿਸ ਲੈਵਲ 'ਤੇ ਦੇਖਦੇ ਹੋ। ਅੱਜ ਜਿਵੇਂ ਰਮਿੰਦਰ ਕਹਿ ਰਿਹਾ ਸੀ, ਮੇਰੇ ਕੋਲ ਜਿਹੜਾ ਵੀ ਸਟੂਡੈਂਟ ਆਉਂਦਾ, ਮੈਂ ਉਹ ਤੋਂ ਪਹਿਲਾਂ ਪਿੰਡ ਪੁੱਛਦਾ ਤੇਰਾ ਪਿੰਡ ਕੀ। ਇੱਕ ਬੱਚਾ ਆਇਆ ਮੈਨੂੰ ਕਹਿੰਦਾ ਜੀ ਮੇਰਾ ਬਠਿੰਡੇ ਕੋਲੇ ਪਿੰਡ ਆ। ਮੈਂ ਕਿਹਾ ਵੀ ਉਹਦਾ ਪਿੰਡ ਦੀ ਸਟਰਕਚਰ ਕੀ ਆ। ਕਹਿੰਦਾ ਜੀ ਸਾਡੀ ਸਟਰਕਚਰ ਇਸ ਕਿਸਮ ਦੀ ਆ ਕਿ 100% ਐਸੀਆਂ ਦਾ ਪਿੰਡ ਆ। ਮੈਨੂੰ ਲੱਗਿਆ ਵੀ ਯਾਰ ਇਹ ਤਾਂ ਬੜਾ ਹੀ ਇੰਟਰਸਟਿੰਗ ਆ ਪਿੰਡ। ਉਹ ਦੇਖ ਕੇ ਮੈਂ ਉਹਦਾ ਇੱਕ ਡੈਜੀਟੇਸ਼ਨ ਐਮਫਿਲ ਲੈਵਲ ਦਾ ਕੰਮ ਕਰਾਇਆ ਵੀ ਪਿੰਡ ਦੀ ਕਾਸਟ ਇੱਕੋ ਹੋਵੇ ਤਾਂ ਉਹਦੇ 'ਚ ਕਿਸ ਕਿਸਮ ਦੇ ਝਗੜੇ, ਕਿਸ ਕਿਸਮ ਦੀ ਐਜੂਕੇਸ਼ਨ, ਕਿਹੋ ਜਿਹਾ ਐਪਟੀਚਿਊਡ, ਕਿਹੋ ਜਿਹਾ ਅਪਰੋਚ ਹੋਵੇ। ਜਾਣੀ ਕਨੈਕਟਿਵਿਟੀ ਯੂਨੀਵਰਸਿਟੀ, ਜਦੋਂ ਯੂਨੀਵਰਸਿਟੀ ਆਫ ਆਈਡੀਆ ਦਿੱਤਾ ਗਿਆ, ਇਹ ਕਹਿੰਦੇ ਵੱਖ-ਵੱਖ ਲੈਵਲ 'ਤੇ ਜਿਹੜੇ ਲਰਨਿੰਗ ਦੇ ਕੌਨਸੈਪਟ ਨੇ, ਉਹ ਥੱਲੇ ਜਿੱਥੇ ਵੀ ਬੰਦਾ ਬੈਠਾ ਹੋਵੇ, ਮੇਰਾ ਜੇ ਵੱਸ ਚੱਲੇ, ਮੇਰੀ ਕਿਤੇ ਸੰਧੂ ਸਾਹਿਬ ਵਾਈਸ ਚਾਂਸਲਰ ਨਾਲ ਦੋਸਤੀ ਕਰਾ ਦੇਣ, ਇੱਕ ਬੰਦੇ ਨੂੰ PhD ਦੇਣ ਵਾਲੀ, ਉਹ 10 ਪੜ੍ਹਿਆ ਹੋਇਆ, ਉਹਦਾ ਨਾਂ ਤਸਕੀਨ ਆ। ਤਸਕੀਨ ਨੇ 30-35 ਕਿਤਾਬਾਂ ਲਿਖਦੀਆਂ, ਰੇਲਵੇ 'ਚ ਮੁਲਾਜ਼ਮ, ਇੰਨਾ ਕ੍ਰਿਟੀਕਲੀ ਲਿਖਦਾ। ਉਹ ਕਾਰਨ ਉਹੋ ਜਿਹੀਆਂ ਚੀਜ਼ਾਂ ਨੂੰ ਕਨੈਕਟ ਕਰਨਾ। ਕਈ ਬੰਦੇ ਨੇ ਗਾਸੋਂ ਵਰਗੇ ਸੀ, ਜਾਣੀ ਕਹਿਣ ਦਾ ਭਾਵ ਆ ਇਹਨਾਂ ਨੇ ਜਿਹੜਾ ਕੌਨਸੈਪਟ ਸੀਗਾ ਵੀ ਯੂਨੀਵਰਸਲ ਨੌਲੇਜ ਦੇ, ਇਹਨੇ ਕੀ ਕਰਨਾ, ਇੱਕ ਚੀਜ਼ ਆ ਉਹਨੂੰ ਐਨਾਲਾਈਜ਼ ਕੀਤਾ ਜਾਂਦਾ, ਸਿੰਥੇਸਾਈਜ਼ ਕੀਤਾ ਜਾਂਦਾ, ਉਹਦੇ 'ਤੇ ਵਰਕਆਊਟ ਕੀਤਾ ਜਾਂਦਾ, ਉਸ ਲੈਵਲ ਦੀ ਨੌਲੇਜ ਨੂੰ ਅਸਿਮੀਲੇਟ ਕੀਤਾ ਜਾਂਦਾ। ਜਾਣੀ ਆਈਡੀਆ ਦਾ ਭਾਵ ਇਹ ਕਿ ਯੂਨੀਵਰਸਲ ਨੌਲੇਜ ਨੂੰ ਇੱਕ ਛੱਤ ਹੇਠਾਂ ਲਿਆ ਕੇ ਆਉਣਾ, ਉਹਦੇ 'ਚ ਐਕਸਚੇਂਜ ਕਰਨੀ, ਉਹਦੇ ਆਈਡੀਆਜ਼ ਦੇ ਲੈਵਲ 'ਤੇ ਇੱਕ ਦੂਜੇ ਨਾਲ ਕਰਨੀ, ਉਸ ਕਿਸਮ ਦੇ ਮਾਈਂਡ ਮੋਲਡ ਹੋਣਗੇ। ਇਸੇ ਕੌਨਸੈਪਟ ਨੂੰ ਲੈ ਕੇ ਮੈਡਮ ਮੋਬਾਈਲ ਨਾ, ਸੌਰੀ ਸਾਹਮਣੇ ਬੈਠ ਕੇ ਨਾ ਹੋ ਗਿਆ ਆਈਡੀਆ ਆਫ ਯੂਨੀਵਰਸਿਟੀ 'ਚ, ਇਹਦੇ ਕਹਿਣ ਦਾ ਭਾਵ ਹੈ ਨੌਲੇਜ ਦੇ ਲੈਵਲ 'ਤੇ। ਇਸੇ ਕੌਨਸੈਪਟ ਨੂੰ ਲੈ ਕੇ ਡਾਕਟਰ ਐਸ ਰਾਧਾ ਕ੍ਰਿਸ਼ਨਨ ਨੇ ਜਦੋਂ 1948-49 ਦਾ ਐਜੂਕੇਸ਼ਨ ਕਮਿਸ਼ਨ 'ਤੇ ਕੰਮ ਕੀਤਾ, ਉਹਨਾਂ ਨੇ 48-49 ਦੇ ਕਮਿਸ਼ਨ 'ਤੇ ਵਰਕ ਕਰਦਿਆਂ ਇਸੇ ਕੌਨਸੈਪਟ ਨੂੰ ਲੈ ਕੇ ਯੂਨੀਵਰਸਿਟੀ ਦਾ ਕੌਨਸੈਪਟ ਬਣਾਇਆ ਸੀ। ਜਿਹੜੇ ਸੰਧੂ ਸਾਹਿਬ ਕਹਿੰਦੇ ਸੀ ਆਟੋਨਮੀ ਦਾ ਕੌਨਸੈਪਟ ਕੀ ਸੀ, ਕਿਸ ਲੈਵਲ 'ਤੇ ਹੈ। ਰਾਧਾ ਕ੍ਰਿਸ਼ਨਨ ਹੋਣੀ ਜਦੋਂ ਸੀ ਤਾਂ ਨਹਿਰੂ ਵਰਗੇ ਬਹੁਤ ਆਈਡਲ ਵਿਅਕਤੀ ਸੀ, ਉਹਨਾਂ ਨੇ ਇੱਕੋ ਗੱਲ ਕੀਤੀ ਸੀ, ਕਹਿੰਦੇ ਵੀ ਜਦੋਂ ਉਹਨਾਂ ਨੇ 1948-49 ਦਾ ਡਾਕਟਰ ਐਸ ਰਾਧਾ ਕ੍ਰਿਸ਼ਨਨ ਕਮਿਸ਼ਨ ਬਣਾਇਆ, ਉਹਦਾ ਚੇਅਰਮੈਨ ਲਾਇਆ, ਉਹਦੀਆਂ ਪਹਿਲੀ ਜਿਹੜੀ ਆ ਉਹਦੇ ਕਮਿਸ਼ਨ ਦੀਆਂ ਟਰਮ ਆਫ ਰੈਫਰੈਂਸ ਲਿਖਣ ਵੇਲੇ ਵਰਡ ਯੂਜ਼ ਕੀਤੇ। ਉਹ ਸ਼ਬਦ ਸੀਗੇ, ਕਹਿੰਦੇ ਯੂਨੀਵਰਸਿਟੀਆਂ ਉਹੋ ਜਿਹੇ ਸਥਾਨ ਹੋਣਗੀਆਂ ਜਿਹੜੀਆਂ ਵੱਖ-ਵੱਖ ਫੀਲਡ ਦੇ ਲੀਡਰ ਡਿਵੈਲਪ ਕਰਨਗੀਆਂ। ਉਹ ਲੀਡਰ ਫਿਲਾਸਫੀ ਦਾ ਹੋ ਸਕਦਾ, ਹਿਸਟਰੀ ਦਾ ਹੋ ਸਕਦਾ, ਸੋਸ਼ੋਲੋਜੀ ਦਾ ਹੋ ਸਕਦਾ,
ਲੈਂਗੁਏਜ ਦਾ ਹੋ ਸਕਦਾ, ਲਿਟਰੇਚਰ ਦਾ ਹੋ ਸਕਦਾ, ਉਸ ਕਿਸਮ ਦੀਆਂ ਲੀਡਰਸ਼ਿਪਾਂ ਪ੍ਰੋਵਾਈਡ ਕਰਨਾ ਇਟ ਇਜ਼ ਦੀ ਫੰਕਸ਼ਨਿੰਗ ਆਫ ਦੀ ਯੂਨੀਵਰਸਿਟੀ। ਕਹਿੰਦਾ ਜੇ ਉਹ ਫੰਕਸ਼ਨ ਨਹੀਂ ਕਰਦੀ ਤਾਂ ਯੂਨੀਵਰਸਿਟੀ ਦਾ ਕਹਿੰਦਾ ਕੋਈ ਬਹੁਤ ਵੱਡੀ ਕਹਿੰਦਾ ਕੰਟਰੀਬਿਊਸ਼ਨ ਨੂੰ ਅੱਜ ਵੀ ਲਾਈਨਾਂ ਉਹ ਲਿਖੀਆਂ ਹੋਈਆਂ ਨੇ। ਜਾਣੀ ਨਹਿਰੂ ਵਰਗੇ ਵਿਅਕਤੀ ਇਸ ਕਿਸਮ ਦੇ ਸੋਚਦੇ, ਉਹਨਾਂ ਨੇ ਕੌਨਸੈਪਟ ਆ ਜਿਹੜਾ ਇਸ ਪੱਧਰ ਤੇ ਲੈ ਕੇ ਇਹਦੇ ਤੇ ਵਰਕਆਊਟ ਕੀਤਾ ਤੇ ਉਹਦੇ 'ਚ ਉਸ ਹਿਸਾਬ ਨਾਲ ਯੂਨੀਵਰਸਿਟੀ ਦਾ ਕੌਨਸੈਪਟ ਡਿਵੈਲਪ ਕੀਤਾ। ਸਕੂਲ ਦਾ ਕੌਨਸੈਪਟ ਉਹਨਾਂ ਨੇ ਰਾਧਾ ਕ੍ਰਿਸ਼ਨਨ ਕਮਿਸ਼ਨ ਦਿੱਤਾ ਸੀ, ਉਹਦੀ ਪਹਿਲੀ ਕੋਠਾਰੀ ਕਮਿਸ਼ਨ ਦੀ। ਕੋਠਾਰੀ ਵਰਲਡ ਫੇਮਸ ਮੈਥਮੈਟੀਸ਼ੀਅਨ ਸੀ, ਉਹਨੂੰ ਕਹਿੰਦੇ ਇੰਡੀਆ ਦੀ ਲੋੜ ਆ, ਤੂੰ ਆ ਕੇ ਵਰਕਆਊਟ ਕਰ। ਉਹਦੀ ਪਹਿਲੀ ਲਾਈਨ ਭਾਰਤ ਦੀ ਹੋਣੀ ਕਲਾਸਰੂਮਾਂ 'ਚ ਢਲਦੀ ਆ, ਜਿਸ ਕਿਸਮ ਦੇ ਕਲਾਸਰੂਮ ਹੋਣਗੇ ਉਹ ਜਿਹਾ ਇੰਡੀਆ ਹੋ। ਜੇ ਕਲਾਸਰੂਮ ਬੜਾ ਡਾਊਨ ਆ, ਉਹਦਾ ਟੀਚਰ ਬੜਾ ਡਾਊਨ ਆ, ਤਾਂ ਕੋਈ ਚੀਜ਼ ਨਹੀਂ ਡਿਵੈਲਪ ਹੋ। ਉਹ ਯੂਨੀਵਰਸਿਟੀ 'ਤੇ ਵੀ, ਕਾਲਜ 'ਤੇ ਵੀ, ਕਿਸੇ ਹਰ ਪੱਧਰ 'ਤੇ ਚੱਲਦੀ ਆ। ਤੀਸਰੀ ਗੱਲ ਇਹ ਕਿ ਇੱਕ ਜਿਹੜੇ ਮੈਨੂੰ ਲੱਗਦਾ ਸਭ ਤੋਂ ਬੈਸਟ ਕੰਮ ਹੋਇਆ ਹੈ, ਜਿਹੜਾ ਮੇਰੀਆਂ ਨਜ਼ਰਾਂ 'ਚ, ਦਾ ਗ੍ਰੇਟ ਇੰਡੀਅਨ ਐਜੂਕੇਸ਼ਨ ਡਿਬੇਟ। ਇਹ ਡਿਬੇਟ ਚੱਲੀ ਸੀ ਐਜੂਕੇਸ਼ਨ ਦੀ, ਜਿਹੜੀ 1781 ਤੋਂ ਲੈ ਕੇ 1843 ਤੱਕ ਬੇਹੱਦ ਮਸ਼ਹੂਰ ਆ ਕਿ ਇਸ 'ਚ ਸਾਰੇ ਉਹਨਾਂ ਨੇ ਮਿੰਟ ਦਿੱਤੇ। 2 ਅੰਗਰੇਜ਼ਾਂ ਨੇ ਕੰਮ ਕੀਤਾ। ਇਸ ਦੇ ਵਿੱਚ ਇੱਕ ਲਾਈਨ ਪਾਈ ਹੋਈ ਜਿਹੜੀ ਪਹਿਲੇ ਤੇ ਜਦੋਂ ਪ੍ਰੀਫੇਸ ਕਿਸੇ ਨੂੰ ਕਿਆ ਲਿਖਿਆ, ਕਹਿੰਦਾ ਜੇ ਕਲਚਰਲ ਇੰਪੀਰੀਅਲਿਜ਼ਮ ਦੀ ਸਭ ਤੋਂ ਵੱਡੀ ਰੂਟ ਤੇ ਰੂਪ ਦੇਖਣਾ ਹੋਵੇ ਤਾਂ ਮੈਕਾਲੇ ਮਿੰਟ ਪੜ੍ਹ ਲਓ। ਮੈਕਾਲੇ ਉੱਠਦਾ 28 ਫਰਵਰੀ 1835 ਨੂੰ, ਰਾਤ ਨੂੰ 8 ਪੇਜ ਲਿਖ ਦਿੰਦਾ। ਮੈਕਾਲੇ ਕਹਿੰਦਾ ਵੀ ਜਿਹੜੀ ਇੰਗਲਿਸ਼ ਲੈਂਗੁਏਜ ਆ ਐਡੀ ਜ਼ਿਆਦਾ ਮਤਲਬ ਲੈਂਗੁਏਜ ਆ ਡਿਵੈਲਪਡ, ਇਹਦੇ 'ਚ ਸਾਇੰਸ ਫਲਾਨਾ ਜੇ ਉਹ ਸਾਰੀਆਂ ਪੜ੍ਹਾਈਆਂ ਜਾਣ। ਦੂਜੀਆਂ ਲੈਂਗੁਏਜ ਬਾਰੇ ਕਹਿੰਦਾ ਉਹ ਚੁੱਪ ਹੋ ਜਾਂਦਾ, ਜਾਂ ਕਹਿੰਦਾ ਇਹ ਬੰਦ ਕਰ ਦਿੱਤੇ ਜਾਣ, ਉਹਨਾਂ 'ਤੇ ਪੈਸੇ ਨਾ ਖਰਚੇ ਜਾਣ। ਤਾਂ ਉਹ ਤੋਂ ਬਾਅਦ ਇੱਕ ਡਿਬੇਟ ਸ਼ੁਰੂ ਹੁੰਦੀ ਹੈ, ਜਿਹਦੇ 'ਚ ਹਿੰਦੁਸਤਾਨ ਦੇ ਵਿੱਚੋਂ ਸਾਰੇ ਵਿਅਕਤੀ, ਸਾਰੇ ਯੂਨੀਵਰਸਿਟੀਆਂ ਜਿਹੜੀਆਂ ਛੋਟੀਆਂ ਲਈ ਜਾਨ ਲੈ ਰਹੀਆਂ ਸੀ, 19ਵੀਂ ਸਦੀ ਦੀ ਇੰਡੀਅਨ ਐਜੂਕੇਸ਼ਨ ਹਿਸਟਰੀ ਦੇ ਵਿੱਚ ਆਲ ਯੂਨੀਵਰਸਿਟੀ ਐਸਟੈਬਲਿਸ਼ ਬਾਏ ਕਾਮਨ ਮੈਨਸ, ਚਾਹੇ ਉਹ ਮੁਖਰਜੀ ਸੀ ਜਿਹਨੇ ਕਲਕੱਤੇ ਦੇ ਯੂਨੀਵਰਸਿਟੀ ਕੀਤੀ, ਚਾਹੇ ਅਲੀਗੜ੍ਹ ਯੂਨੀਵਰਸਿਟੀ ਵਰਗੀਆਂ ਸੀ, ਇਹ ਸਾਰੀਆਂ ਦੀ ਜ਼ਾਕਿਰ ਹੁਸੈਨ ਵਰਗਿਆਂ ਦੇ ਕੌਨਸੈਪਟ ਸੀ, ਜਿਨ੍ਹਾਂ ਨੇ 1937 'ਚ ਐਜੂਕੇਸ਼ਨ ਦੇ ਮਸਲੇ ਤੇ ਯੂਨੀਵਰਸਿਟੀ ਦੇ ਕੌਨਸੈਪਟ ਨੂੰ ਲੈ ਕੇ ਕਾਰਜ ਕੀਤਾ। ਕਹਿਣ ਦਾ ਭਾਵ ਆ ਕਿ ਇੱਕ ਉਹ 19th ਸੈਂਚੁਰੀ ਦੀ ਜਿਹੜੀ ਡਿਬੇਟ ਸ਼ੁਰੂ ਹੁੰਦੀ ਆ, ਉਹਦੇ 'ਚ ਹੁੰਦੀ ਆ ਕਿ ਅਸੀਂ ਆਪਣੀਆਂ ਇੰਡੀਜੀਨੀਅਸ ਲੈਂਗੁਏਜ ਆ, ਇਹਦਾ ਕਲਚਰ ਆ, ਇਹਦਾ ਸਕੂਲ ਆ, ਇਹਨਾਂ ਨੂੰ ਕਿਸ ਰੂਪ 'ਚ ਖੜੇ ਕਰਨਾ। ਇਹਦੇ 'ਚ ਕੱਲਾ ਮਿੰਟ ਦਿੱਤਾ ਹੋਇਆ। ਇਹ ਸਾਰੇ ਡਾਕੂਮੈਂਟ ਬੇਸਡ ਕਿਤਾਬ ਆ, ਸਿਰਫ ਪ੍ਰੀਫੇਸ ਲਿਖੀ ਹੋਈ ਆ। ਇਹਦੇ 'ਚ ਵਰਡਿੰਗ ਮੈਂ ਜਿਹੜੀ ਇੱਕ ਲਾਈਨ ਆ ਜਿਹੜੀ ਤੁਹਾਡੇ ਸੁਣਾਉਣ ਵਾਲੀ ਆ, ਜਿਹੜੀ ਕੰਟਰੋਵਰਸੀ ਛੁੜੀ ਸੀ, ਕੰਟਰੋਵਰਸੀ ਇਹ ਚੱਲੀ ਸੀ ਯੂਨੀਵਰਸਿਟੀਆਂ ਦੇ ਲੈਵਲ ਤੇ ਕਿ ਇਹਦੇ 'ਚ ਵੱਖ-ਵੱਖ ਲੈਵਲ ਤੇ ਉਹਨਾਂ ਨੇ ਕੱਲਾ ਡਾਕੂਮੈਂਟ ਇਹਦੇ 'ਚ ਜਾਰੀ ਕੀਤਾ ਕਿ 2 ਦੁਨੀਆ ਦੇ ਵੱਡੇ ਪ੍ਰੋਫੈਸਰ ਜਾਣਦੇ ਹੁੰਦੇ ਆ। ਇੱਕ ਵਿਲਸਨ ਸੀ ਜਿਹੜਾ ਸੰਸਕ੍ਰਿਤ ਲੈਂਗੁਏਜ ਦੇ ਪੱਖ 'ਚ ਖੜ ਗਿਆ ਸੀ। ਇੱਕ ਸੀਗਾ ਕਿ 82 ਲੈਟਰ ਇਹਦੇ 'ਚ ਉਸ ਵੇਲੇ ਜਿਹੜੇ ਉਰਦੂ ਪੜ੍ਹਦੇ ਸੀ ਉਹਨਾਂ ਦਾ ਸਕੂਲ ਬੰਦ ਕਰਤਾ ਸੀ। ਉਹਨਾਂ 82 ਪੜ੍ਹਨ ਵਾਲੇ ਬੱਚਿਆਂ ਦੀ ਨੇ ਕਿਵੇਂ ਰਿਐਕਟ ਕੀਤਾ, ਇੱਕ ਯੂਨੀਵਰਸਿਟੀ 'ਚੋਂ ਕਿਵੇਂ ਰਿਐਕਟ ਕੀਤਾ। ਕਹਿਣ ਦਾ ਭਾਵ ਆ ਕਿ ਯੂਨੀਵਰਸਿਟੀਆਂ ਜਿਹੜੀਆਂ ਐਸਟੈਬਲਿਸ਼ ਹੁੰਦੀਆਂ ਇਹਦੇ ਪਿੱਛੇ ਕੋਈ ਨਾ ਕੋਈ ਆਈਡੀਆ ਕਿਸੇ ਲੈਵਲ ਤੇ, ਉਸ ਆਈਡੀਏ ਤੇ ਬਾਅਦ 'ਚ ਜਾ ਕੇ ਇਸ ਡਿਬੇਟ ਨੇ 20ਵੀਂ ਸਦੀ ਦੀ ਸ਼ੁਰੂਆਤ ਜਦੋਂ ਆਉਂਦੀ ਆ, ਸਭ ਤੋਂ ਸੀਰੀਅਸ ਐਜੂਕੇਸ਼ਨ ਦੀਆਂ ਬਹਿਸਾਂ ਹੁੰਦੀਆਂ ਨੇ। ਉਹ ਬਹਿਸਾਂ 'ਚ ਕਿ ਇੰਡੀਆ ਦੀਆਂ ਐਜੂਕੇਸ਼ਨ ਸਿਸਟਮ ਕਿਹੋ ਜਿਹਾ ਬਣਾਇਆ ਜਾਵੇ, ਤਾਂ ਜਿਹੜੇ ਕਰਕੇ ਡਾਕਟਰ ਰਾਧਾ ਕ੍ਰਿਸ਼ਨਨ ਯੂਨੀਵਰਸਿਟੀ ਦੇ ਕੌਨਸੈਪਟ ਨੂੰ ਲੈ ਕੇ ਆਉਂਦੇ ਨੇ। ਆਈਡੀਆ ਆਫ ਯੂਨੀਵਰਸਿਟੀ ਆ, UGC ਬਣਦੀ ਆ, ਬਹੁਤ ਕੁਛ ਬਣਦਾ ਕਿ ਵੱਖ-ਵੱਖ ਲੈਵਲ 'ਤੇ ਅਸੀਂ ਲੀਡਰਸ਼ਿਪਾਂ ਵੱਖ-ਵੱਖ ਪੱਧਰ 'ਤੇ ਕਿਵੇਂ ਪ੍ਰੋਵਾਈਡ ਕਰਨੀਆਂ। ਇਸ ਦੌਰ ਤੋਂ ਬਾਅਦ 'ਚ ਆ ਕੇ ਜਾਣੀ ਇਹ ਜਦੋਂ ਅਸੀਂ ਕਿਸੇ ਲੈਵਲ 'ਤੇ ਯੂਨੀਵਰਸਿਟੀ ਦੀ ਗੱਲ ਕਰਦੇ ਹਾਂ, ਉਹਦੇ 'ਚ ਕੋਈ ਚੀਜ਼ ਆਈਡੀਆ ਕੰਸਟਰਕਟ ਕਰਦੇ ਹਾਂ, ਉਹਦੇ ਪਿੱਛੇ ਉਹਨੇ ਲੀਡਰਸ਼ਿਪ ਪ੍ਰੋਵਾਈਡ ਕਰਨੀ ਆ। ਮੈਨੂੰ ਸੰਧੂ ਸਾਹਿਬ ਜਾਣਦੇ ਆ, ਮੈਂ 6-7 ਸਾਲ ਯੂਨੀਵਰਸਿਟੀ ਚਲਾਇਆ। ਮੈਂ ਮਾਣ ਨਾਲ ਕਹਿ ਸਕਦਾ ਅੱਜ ਦੀ ਘੜੀ ਮੈਂ 2016 'ਚ PhDਆਂ ਸ਼ੁਰੂ ਕਰਾ। ਮੈਂ ਕਿਹਾ ਸੀ 30 ਜੂਨ 2021 ਤੱਕ ਮੈਂ PhD ਖਤਮ ਕਰਾ ਦੇਣੀ ਆ। ਤੇ ਬੱਚਿਆਂ ਦੀ ਡਿਲੇ ਕਰਕੇ 10-11 ਬੱਚੇ ਹੋਣੇ ਆ। 11 ਕੰਮ ਕੀਤੇ 2 ਯੂਨੀਵਰਸਿਟੀ ਦੇ ਲੈਵਲ ਤੇ ਨੇ। ਸਟਰਕਚਰਲ ਚੇਂਜਸ ਇਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਫਰੋਮ 2000 ਤੋਂ ਲੈ ਕੇ 2021 ਤੱਕ ਟੋਟਲ ਕੱਲਾ ਡਿਪਾਰਟਮੈਂਟ 'ਚ ਕਿਵੇਂ ਚੇਂਜਸ ਆਈਆਂ। ਸੈਕੰਡ ਮੇਰਾ ਕੰਮ ਸੀ ਕਿ ਇਹ ਸਟਰਕਚਰ ਦੀ ਟਰਾਂਸਫਰਮੇਸ਼ਨ ਦੇ ਨਾਲ ਇਹਦੀਆਂ ਕਿਸ ਲੈਵਲ ਦੀਆਂ ਚੇਂਜਸ ਹੈ। ਦੂਸਰਾ ਅਰਬਨਾਈਜੇਸ਼ਨ ਆਫ ਪੰਜਾਬ ਦੇ ਵਿੱਚ 3 ਸਿਟੀ ਲੈ ਕੇ ਉਹਨਾਂ ਦੀ ਮੋਲਡਿੰਗ ਐਜੂਕੇਸ਼ਨ ਦੀ ਕਿਵੇਂ ਹੋਵੇ। ਹਾਇਰ ਇਹ ਸ਼ਿਫਟਾਂ ਕਿਵੇਂ ਆਈਆਂ ਨੇ। ਜਾਣੀ ਅਸੀਂ ਜਦੋਂ ਕਿਸੇ ਲੈਵਲ ਤੇ ਚੀਜ਼ਾਂ ਨੂੰ ਚੇਂਜ ਕਰਦੇ ਹਾਂ
ਉਹਦੇ ਲੈਵਲ ਤੇ ਸਾਨੂੰ ਹਾਇਰ ਐਜੂਕੇਸ਼ਨ ਦੇ ਲਰਨਿੰਗ ਸੈਂਟਰ 'ਚ ਕਿਵੇਂ ਚੱਲਦੇ ਆ, ਤੁਸੀਂ ਸਾਰੇ ਵੱਖ-ਵੱਖ ਲੈਵਲ ਤੇ ਜਦੋਂ ਵਰਕਆਊਟ ਕਰਦੇ ਹੋ, ਉਹ ਜਦੋਂ ਇੱਕ ਦੂਜੇ ਨਾਲ ਐਕਸਚੇਂਜ ਕਰਦੇ, ਸਾਨੂੰ ਪਤਾ ਲੱਗਦਾ ਵੀ ਕੁਲਦੀਪ ਸਿੰਘ ਦਾ ਵਿਊ ਪੁਆਇੰਟ ਡਿਫਰੈਂਟ ਆ, ਸੰਧੂ ਸਾਹਿਬ ਦਾ ਡਿਫਰੈਂਟ ਆ, ਇਹਨਾਂ ਦਾ ਡਿਫਰੈਂਟ ਆ। ਉਸ ਕਿਸਮ ਦੀ ਸਾਡੇ ਕਈ ਬੱਚੇ ਸਾਡੇ ਆਈਡੀਆ ਲੈ ਕੇ ਆ ਜਾਂਦੇ ਆ, ਉਹਨੂੰ ਕਿਵੇਂ ਕਲੱਬ ਕਰਦੇ ਆ। ਸਿਰਫ ਮੈਂ ਇੱਕ ਵਾਰੀ ਪੀ ਸਾਈਨਾਥ ਨਾਲ ਚਲਿਆ ਗਿਆ, ਉਹਦੇ ਤੋਂ ਬਾਅਦ 'ਚ ਮੈਂ ਇੱਕ PhD ਲੈਵਲ ਦਾ ਕੰਮ ਕੀਤਾ। 135 ਜਿਨ੍ਹਾਂ ਦੇ ਮਾਂ ਬਾਪ ਨੇ ਸੁਸਾਈਡ ਕਰ ਲਿਆ ਸੀ, ਉਹਨਾਂ ਦੀਆਂ ਫੈਮਲੀਆਂ ਸਟੱਡੀਜ਼ ਕੀਤੀਆਂ, ਦੇਖਿਆ ਕਿ ਉਹਨਾਂ ਦੀ ਕਿਸ ਲੈਵਲ ਦੀਆਂ ਪ੍ਰੋਬਲਮ ਨੇ, ਹਾਊ ਵੀ ਕੈਨ ਸਪੋਰਟ ਐਂਡ ਆਇਡੈਂਟੀਫਾਈਡ ਇਨ ਦੀ ਰਿਸਰਚ ਫੀਲਡ। ਹੁਣ ਇਹ ਯੂਨੀਵਰਸਿਟੀਆਂ ਦੇ ਆਪਣੇ ਲੈਵਲ ਦੇ ਪੱਧਰ ਤੇ ਜਦੋਂ ਇਹ ਸਾਰੇ ਡਿਸਿਪਲਿਨ ਚੱਲਦੇ ਨੇ, ਉਹਦੇ 'ਚ ਇਸ ਇੱਕ ਆਸਪੈਕਟ ਤੋਂ ਲੈ ਕੇ ਇਹ ਚੇਂਜਸ ਕਦੋਂ ਆਉਂਦੀਆਂ ਨੇ, ਜਿਹੜੀਆਂ ਸੰਧੂ ਸਾਹਿਬ ਕਹਿੰਦੇ ਨੇ ਨਾ, ਚੇਂਜਸ ਆਉਂਦੀਆਂ ਨੇ 1972 ਤੋਂ ਬਾਅਦ ਸਟਾਰਟ ਹੁੰਦੀਆਂ। ਉਦੋਂ ਸਟੇਟ ਵਿਦਡਰਾ ਕਰਨਾ ਸ਼ੁਰੂ ਕਰਤੀ ਹੈ, ਜਿਹਨੂੰ ਕਈ ਵਾਰੀ ਅਸੀਂ 90 ਦੀ ਕਹਿ ਦਿੰਦੇ ਹਾਂ। 1972 'ਚ ਜਦੋਂ ਨਿਊ ਲਿਬਰਲਿਜ਼ਮ ਸ਼ੁਰੂ ਹੁੰਦਾ, ਅਸੀਂ ਉਹਨੂੰ 90 ਨਾਲ ਰਸ਼ੀਆ ਨਾਲ ਜੋੜ ਲੈਂਦੇ ਹਾਂ। ਬੇਸਿਕਲੀ ਉਹ ਆਈਡੀਆ ਕੌਨਸੈਪਟ ਡਿਵੈਲਪ ਹੁੰਦਾ ਨਿਊ ਲਿਬਰਲਿਜ਼ਮ ਆਫ ਯੂਨੀਵਰਸਿਟੀਜ਼ ਇਨ 1972 'ਚ। ਸਭ ਤੋਂ ਵੱਡੀ ਸਟੂਡੈਂਟ ਮੂਵਮੈਂਟ ਕਰਦੇ ਨੇ ਸਾਰੀਆਂ, ਲੰਡਨ ਤੋਂ ਪੈਰਿਸ ਤੱਕ, ਕਿ ਸਾਨੂੰ ਫਰੀਡਮ ਚਾਹੀਦੀ ਹੈ, ਆਜ਼ਾਦੀ ਚਾਹੀਦੀ ਹੈ। ਉਸ ਇੰਡੀਵਿਜੂਅਲ ਆਜ਼ਾਦੀ ਦੀ ਮੰਗ ਕਰਨ ਲੱਗ ਜਾਂਦੇ ਨੇ। ਸਾਰੇ ਬੱਚੇ ਇੰਡੀਵਿਜੂਅਲ ਆਜ਼ਾਦੀ ਦੀ ਮੰਗ ਕਰਦੇ ਨੇ, ਇੰਸਟੀਟਿਊਸ਼ਨਾਂ 'ਚੋਂ ਹੌਲੀ ਹੌਲੀ ਸਟੇਟ ਵਿਦਡਰਾ ਕਰ ਲੈਂਦੀ ਹੈ। ਉਸ ਵੇਲੇ ਇੱਕ ਆਰਟੀਕਲ ਲਿਖਦਾ ਤਾਰਿਕ ਅਲੀ, ਕਹਿੰਦਾ ਹੁਣ ਯੂਨੀਵਰਸਿਟੀਆਂ, ਕਹਿੰਦਾ ਹੌਲੀ ਹੌਲੀ ਆਰਗੈਨਿਕ ਯੂਨੀਵਰਸਿਟੀਆਂ ਕਿਉਂ ਕਲੈਪਸ ਕਰ ਜਾਣਗੀਆਂ। ਐਵਰੀਵਨ ਟਾਕਿੰਗ ਇਜ਼ ਇੰਡੀਵਿਜੂਅਲਿਟੀ, ਫਰੀਡਮ, ਇਹੋ ਜਿਹੇ ਡਿਸਕੋਰਸ ਸੰਧੂ ਸਾਹਿਬ ਉਹਨਾਂ ਦੇ ਡਿਸਿਪਲਿਨ 'ਚ ਬਹੁਤ ਆਉਂਦੇ ਨੇ। ਫੀਮੇਲ ਜੈਂਡਰ, ਹੋਰ ਇਹ ਡਿਬੇਟ ਇੰਨੀਆਂ ਚੱਲ ਪੈਂਦੀਆਂ ਨੇ, ਉਹ ਸਾਰੀਆਂ ਡਿਬੇਟ ਕਲੈਕਟਿਵਾਈਜੇਸ਼ਨ ਨੂੰ ਦੀ ਥਾਂ ਤੇ ਇੰਡੀਵਿਜੂਅਲ ਦੇ ਲੈਵਲ ਤੇ ਕਨਵਰਟ ਹੋ ਜਾਂਦੀਆਂ। ਉਹਨਾਂ ਨੇ ਇੱਕ ਲਾਈਨ ਲਿਖੀ ਹੈ ਵਿੱਚ, ਉਹ ਲਾਈਨ ਬੜੀ ਮਸ਼ਹੂਰ ਆ, ਕਹਿੰਦਾ ਸਭ ਤੋਂ ਵੱਡੀ ਤਬਾਹੀ ਕਹਿੰਦਾ, ਇਫ ਯੂ ਟੇਕ ਸੀਰੀਅਸਲੀ, ਇਫ ਯੂ ਕੈਨ ਨੋਟ ਟੇਕ ਯੂਅਰ ਵਰਕ ਸੀਰੀਅਸਲੀ, ਇਟ ਇਜ਼ ਡਿਜ਼ਾਸਟਰ। ਇਹ ਤਬਾਹੀ ਹੁੰਦੀ ਹੈ। ਵੀ ਮੈਨੂੰ ਇਹਨੇ ਕਹਿਤਾ ਜੇ ਆਇਡੈਂਟਿਟੀ ਇਜ਼ ਅ ਵੈਰੀ ਇੰਪੋਰਟੈਂਟ ਥਿੰਗ, ਹਾਊ ਆਇਡੈਂਟਿਟੀ ਦੇ ਨਾਲੋਂ ਇੰਸਟੀਟਿਊਸ਼ਨ ਇਜ਼ ਇੰਪੋਰਟੈਂਟ। ਇਹ ਡਿਬੇਟ ਚੱਲਦੀ ਹੈ। ਤਾਰਿਕ ਅਲੀ ਦੀ ਕਿਤਾਬ ਆਉਂਦੀ ਹੈ ਫਾਈਟਿੰਗ ਸਟਰੀਟ ਈਅਰਸ, ਉਹ ਕਹਿੰਦਾ ਲੜਾਈ ਚੱਲਦੀ ਹੈ, ਸਟੂਡੈਂਟ ਚੱਲਦੇ ਆ, ਲਾਸਟ 'ਚ ਲੜਾਈ ਦਾ ਅੰਤ ਕਿਵੇਂ ਹੁੰਦਾ, ਲੜਕੀਆਂ ਕਹਿੰਦੀਆਂ ਵੀ ਸਾਡੀ ਫਰੀਡਮ ਦੀ ਡਿਮਾਂਡ ਕਰ ਲਓ, ਲੜਕੇ ਕਹਿੰਦੇ ਆ ਵੀ ਸਟੂਡ ਛੱਡੋ, ਸਟੇਟ ਦਾ ਰੋਲ ਕੋਈ ਨਹੀਂ ਸਾਨੂੰ। ਉਦੋਂ ਨਿਊ ਲਿਬਰਲਿਜ਼ਮ ਦਾ ਆਈਡੀਆ ਹੌਲੀ ਹੌਲੀ ਪਨਪਣਾ ਸ਼ੁਰੂ ਹੁੰਦਾ। ਸਾਡੇ 90 'ਚ ਆਉਂਦਾ, 90 ਤੋਂ ਬਾਅਦ ਚੱਲਦੇ ਵੱਖ-ਵੱਖ ਲੈਵਲ ਤੇ ਆਉਣਾ ਸ਼ੁਰੂ ਹੋ ਜਾਂਦਾ। ਹੌਲੀ ਹੌਲੀ ਚੀਜ਼ਾਂ ਆ ਕੇ ਕਾਰਪੋਰੇਟਾਈਜ਼ ਹੋ ਜਾਂਦੀਆਂ ਨੇ, ਉਸੇ ਸਾਡਾ ਫਰੇਮਵਰਕ ਆ ਜਾਂਦਾ, ਸਾਰੇ ਦਾ ਸਾਰਾ ਡਿਸਕੋਰਸ ਬਿਲਡ ਹੋਣਾ ਸ਼ੁਰੂ ਹੁੰਦਾ। ਅਸੀਂ ਕਰਦੇ ਕੀ ਆ, ਸੋਚਦੇ ਕੀ ਆ। ਥੋੜੇ ਦਿਨਾਂ ਬਾਅਦ ਇੱਕ ਲੈਕਚਰ ਆ, ਮੇਰੀ ਕੋਈ ਗੱਲ ਹੋ ਰਹੀ ਸੀ, ਕਿਸੇ ਨੂੰ ਕਿਹਾ ਕਿ ਪੀ ਸਾਈਨਾਥ ਨੂੰ ਪੁੱਛਿਆ ਵੀ ਤੁਸੀਂ ਜੀ ਯੂਨੀਵਰਸਿਟੀ ਹੋ, ਕਿਹੜੇ ਗੱਲ ਤੇ ਲੈਕਚਰ ਦਿਓ? ਕਹਿੰਦੇ ਮੈਂ ਲੈਕਚਰ ਦਊਂ ਮਾਸ ਮੀਡੀਆ ਵਿਦਾਊਟ ਮਾਸਿਸ, ਐਵਰੀਵਨ ਸੀਇੰਗ, ਵੀ ਸਾਡੀ ਖਬਰ ਕੀ ਆ, ਕਿਸ ਲੈਵਲ ਤੇ ਆ। ਉਹ ਥੋੜੇ ਕਹਿੰਦਾ ਮਾਸ ਮੀਡੀਆ ਵਿਦਾਊਟ ਮਾਸਿਸ। ਇੰਸਟੀਟਿਊਸ਼ਨ ਦੇ ਲੈਵਲ ਤੇ ਜਦੋਂ ਅਸੀਂ ਥੋੜਾ ਚੀਜ਼ ਦੇਖ ਲਓ, 5-7 ਦਿਨ ਦੇਖ ਲਓ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਘਟਨਾ ਦੱਸਦਾ। ਮੇਰੀ ਬੇਟੀ ਕੈਨੇਡਾ ਦੇ ਵਿੱਚ ਇੱਕ ਡਾਕਟਰ ਆ, ਇੱਕ ਇੱਥੇ ਡਾਕਟਰ ਆ। ਉਹਨੂੰ ਜਦੋਂ ਕੋਵਿਡ ਸਟਾਰਟ ਹੋਇਆ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਨਵੂ ਇੱਥੇ ਇੰਨੇ ਹੋ ਗਏ, ਇੱਥੇ ਹੋ ਗਏ। ਕਹਿੰਦੀ ਪਾਪਾ ਵੈਸੇ ਤੁਸੀਂ ਮੂਰਖ ਹੋ ਜਾਂ ਪਾਗਲ ਹੋ? ਮੈਂ ਕਿਹਾ ਗੱਲ ਕੀ ਹੋ ਗਈ? ਕਹਿੰਦੀ ਮੈਂ ਡਾਕਟਰ ਹਾਂ, ਕਹਿੰਦੀ ਬਿਮਾਰੀ ਨੂੰ ਕਦੇ ਨਾ ਦੇਖੋ, ਉਹਦੀਆਂ ਕੁਛ ਚੀਜ਼ਾਂ ਤੇ ਪ੍ਰੀਕਾਸ਼ਨਸ ਲਾ ਦਿਓ। 24 ਘੰਟੇ ਤੁਸੀਂ ਇਹੀ ਡਿਸਕਸ ਕਰਦੇ ਹੋ। ਮੈਂ ਕਿਹਾ ਸਾਡੇ ਟੀਵੀ ਤੇ ਵੀ ਨਿਊਜ਼ ਆਸੇ ਪਏ। ਕਹਿੰਦੇ ਟੀਵੀ ਬੰਦ ਕਰੋ, WhatsApp ਬੰਦ ਕਰੋ, ਜਿੰਨੀ ਕੁ ਖਬਰ ਆ 4 ਤੁਸੀਂ ਡਿਸਟੈਂਸ ਰੱਖਣਾ, ਰੱਖਣਾ, ਉਹਦੀਆਂ ਪ੍ਰੀਕਾਸ਼ਨਸ ਰੱਖ ਲਓ। ਨਹੀਂ ਕਹਿੰਦੀ ਤੁਸੀਂ ਬੇਸਡ ਹੋ ਜਾਓਗੇ। ਲੈ ਮੈਂ ਉਹਦੀ ਗੁੜੀਆ ਦੀ ਆਪਦੀ ਦੀ ਗੱਲ ਮੰਨ ਲਈ। 2 ਸਾਲ 'ਚ ਨਾਲੇ PhDਆਂ ਨਿਬੇੜਤੀਆਂ, ਨਾਲੇ ਆਰਟੀਕਲ, ਨਾਲੇ ਰਿਸਰਚ ਦਾ ਕੰਮ ਕਰ ਲਿਆ। ਉਹ ਕਹਿੰਦੀ ਅੰਕੜਿਆਂ ਤੋਂ ਕੀ ਲੈਣਾ ਜਦੋਂ ਆਹ ਬਿਮਾਰੀ ਇਸ ਤਰ੍ਹਾਂ ਅਟੈਕ ਕਰਨਾ। ਕਹਿਣ ਦਾ ਭਾਵ ਆ ਕਿ ਅਸੀਂ ਜੇ ਕਿਸੇ ਲੈਵਲ ਤੇ ਅਸੀਂ ਜਿਵੇਂ ਸੰਸਥਾਵਾਂ ਨੇ, ਸੰਸਥਾਵਾਂ ਦੀ ਜਿਹੜੀ ਡਿਬੇਟ ਆ, ਸਾਡੀਆਂ ਡਿਬੇਟਾਂ ਕਿਸ ਕਿਸਮ ਦੀਆਂ, ਮੈਂ ਤੁਹਾਨੂੰ ਉਦਾਹਰਨ ਤਾਂ ਦਿੱਤੀ ਆ ਕਿ ਅਸੀਂ ਆਪਣੇ ਇੱਕ ਦੂਜੇ ਦੇ ਡਿਸਕੋਰਸ ਕਿਸ ਕਿਸਮ ਨਾਲ ਬਿਲਡ ਕਰਦੇ ਹਾਂ। ਉਹਨਾਂ ਡਿਸਕੋਰਸ ਦੇ ਲੈਵਲ ਤੇ ਸਾਡੇ 'ਚ ਜਿਹੜਾ ਯੂਨੀਵਰਸਿਟੀ ਦਾ ਫਰੇਮਵਰਕ ਆ, ਉਹਦੇ ਹਿਸਾਬ ਨਾਲ ਚੀਜ਼ਾਂ ਨਵੀਆਂ ਕੰਸਟਰਕਟ ਕਿਵੇਂ ਹੁੰਦੀਆਂ ਨੇ। ਜਿਵੇਂ ਮੈਂ ਤੁਹਾਨੂੰ ਇਹਨਾਂ ਦੀ ਗੱਲ ਦੱਸੀ ਆ, ਖਾਸ ਕਰ ਨਿਊਮੈਨ ਦੀ, ਇਸੇ ਤਰ੍ਹਾਂ ਨੋਮ ਚਮਸਕੀ ਦਾ ਜਿਹੜਾ ਕੰਮ ਸੀ ਰਿਸਰਚ ਯੂਨੀਵਰਸਿਟੀ ਤੇ, ਉਹਨੇ 2 ਆਸਪੈਕਟ ਤੇ ਵਰਕ ਕੀਤਾ ਸੀ। PhD ਦਾ ਵਰਕ ਸੀ ਲੈਂਗੁਏਜ, ਮਾਈਂਡ ਐਂਡ ਬ੍ਰੇਨ। ਕਹਿੰਦਾ ਜਿਹੋ ਜੀ ਲੈਂਗੁਏਜ ਦਾ ਡਿਸਕੋਰਸ ਕਰੋਗੇ ਉਹ ਤੁਹਾਡੇ ਮਾਈਂਡ 'ਚੋਂ ਆਉਂਦਾ।
ਉਹਦੇ ਨਾਲ ਤੁਹਾਡਾ ਇੰਟੈਲੈਕਟ ਫਰੇਮ ਹੁੰਦਾ, ਉਸੇ ਤਰ੍ਹਾਂ ਤੁਹਾਡੀਆਂ ਇੰਸਟੀਟਿਊਸ਼ਨ ਬਿਲਡ ਹੁੰਦੀਆਂ। ਉਸੇ ਇੰਸਟੀਟਿਊਸ਼ਨਾਂ 'ਚ ਕਿਹੋ ਜਿਹੀਆਂ ਤੁਸੀਂ ਸੰਸਥਾਵਾਂ 'ਚ ਡਿਬੇਟਾਂ ਛੇੜਦੇ ਹੋ, ਕਿਹੋ ਜਿਹੇ ਇਸ਼ੂਜ਼ ਖੜੇ ਕਰਦੇ ਹੋ। ਉਹ ਲਿਖਿਆ ਲਿੰਗੁਇਸਟਿਕ ਕੰਟਰੀਬਿਊਸ਼ਨ ਟੂ ਦੀ ਸਟੱਡੀ ਆਫ ਮਾਈਂਡ। ਉਹ ਕਹਿੰਦਾ ਜਿਵੇਂ ਜਿਹੜੀ ਕਹਿੰਦਾ ਮਾਈਂਡ ਆ ਪਾਸਟ 'ਚ ਕਿਵੇਂ ਅਸੀਂ ਫੰਕਸ਼ਨ ਕਰਦੇ ਹਾਂ, ਉਹਦੇ ਕਿਸ ਲੈਵਲ 'ਤੇ ਆ, ਮਾਈਂਡ ਦੀ ਪ੍ਰੈਜੈਂਟ ਸਿਚੁਏਸ਼ਨ ਕੀ ਆ, ਮਾਈਂਡ ਦਾ ਫਿਊਚਰ ਕੀ ਆ, ਲੈਂਗੁਏਜ ਨਾਲ ਜੋੜ ਕੇ। ਇਸ ਕਰਕੇ ਉਹ ਕਹਿੰਦਾ ਵੀ ਤੁਹਾਡਾ ਜਿਹੜਾ ਡਿਸਕੋਰਸ ਆ, ਸੰਧੂ ਸਾਹਿਬ ਜਾਣਦੇ ਇਹਨਾਂ ਦੇ ਫੀਲਡ ਦਾ ਇੱਕੋ ਵਿਅਕਤੀ ਹੋਇਆ, ਗ੍ਰਾਮਸ਼ੀ ਉਹਨੂੰ ਪੁੱਛਿਆ ਕਿ ਕਿਸੇ ਸੰਸਥਾ ਦੀਆਂ ਯੂਨੀਵਰਸਿਟੀਆਂ 'ਚ ਹਾਇਰ 'ਚ ਕਿਵੇਂ ਫੰਕਸ਼ਨਿੰਗ ਹੋਏ, ਕਹਿੰਦਾ ਹੈਜ਼ੇਮਨੀ ਇਜ਼ ਮੋਰ ਇੰਪੋਰਟੈਂਟ। ਜੇ ਆਈਡੀਆ ਦੀ ਹੈਜ਼ੇਮਨੀ ਆ ਤੁਹਾਡੀ ਤਾਂ ਤੁਸੀਂ ਉਹ ਸੰਸਥਾਵਾਂ ਖੜੀਆਂ ਕਰ ਲਓਗੇ, ਜੇ ਦੂਜੇ ਦੀ ਹੈਜ਼ੇਮਨੀ ਹੋ ਜੀ ਤਬਾਹ ਹੋ ਜਾਓਗੇ। ਉਹਦਾ ਇਹ ਸੀ ਕਲਚਰਲ ਹੈਜ਼ੇਮਨੀ ਕਹਿੰਦਾ ਜੀ। ਤੁਸੀਂ ਡਿਬੇਟ ਕੀ ਕਰਦੇ ਹੋ? 20 ਸਾਲ ਬੰਦਾ ਜੇਲ੍ਹ 'ਚ ਰਿਹਾ, ਜੇਲ੍ਹ 'ਚੋਂ ਨਿਕਲਣ ਤੋਂ ਬਾਅਦ ਉਹਨੂੰ ਕਿਸੇ ਨੇ ਪੁੱਛਿਆ, ਥੋੜ੍ਹੇ ਦਿਨਾਂ ਬਾਅਦ ਡੈਥ ਹੋ ਜਾਂਦੀ ਆ, ਤੇ 20 ਸਾਲ ਜੇਲ੍ਹ 'ਚ ਕਿਵੇਂ ਕੱਟੇ? ਉਹਨੇ ਪ੍ਰਿਜ਼ਨ ਡਾਇਰੀਜ਼ ਲਿਖੀਆਂ। ਉਹ ਕਹਿੰਦਾ ਜੇਲ੍ਹ 'ਚ 20 ਸਾਲ ਹਿਸਟਰੀ ਦੇ ਕੱਢੇ ਹੁੰਦੇ ਆ। ਕਹਿੰਦਾ ਮੇਰੇ ਕੋਲੇ ਕਹਿੰਦਾ ਹਜ਼ਾਰਾਂ ਸਾਲਾਂ ਦਾ ਇਤਿਹਾਸ ਸੀ, ਪੜ੍ਹਿਆ ਹੋਇਆ ਸੀ, ਮੈਂ ਜੇਲ੍ਹ 'ਚ ਬਹਿ ਕੇ ਲਿਖਦਾ ਰਿਹਾ, ਤੇ ਬਾਹਰ ਆਇਆ ਕਿਤਾਬ ਲਿਖਦੀ, ਥੋੜ੍ਹੇ ਦਿਨਾਂ ਬਾਅਦ ਉਹਦੀ ਡੈਥ ਹੋ ਗਈ। ਤੇ ਨਾਲ ਉਹ ਕਹਿੰਦਾ ਵੀ ਮੇਰੇ ਉੱਥੇ ਸੀਗੇ ਜਿਹੜੀ ਲੈਂਗੁਏਜ ਦੀ ਆਈਡੀਆ ਸੀ, ਵਿਚਾਰ ਸੀ, ਉਹ ਤਾਂ ਨਹੀਂ ਸੀ ਕਹਿੰਦਾ ਮਰੇ, ਉਹ ਤਾਂ ਜੇਲ੍ਹ ਦੇ ਵਿੱਚ ਵੀ ਸੀ। ਇੱਕੋ ਗੱਲ ਮਰੀ ਸੀ, ਕਹਿੰਦਾ ਉੱਥੇ ਮੈਨੂੰ ਆਜ਼ਾਦੀ ਦੇ ਮਾਇਨਿਆਂ ਦਾ ਪਤਾ ਲੱਗਿਆ ਵੀ ਆਜ਼ਾਦ ਹਵਾ ਕੀ ਹੁੰਦੀ ਹੈ ਤੇ ਜੇਲ੍ਹ ਦੀ ਹਵਾ ਕੀ। ਦਿਸ ਇਜ਼ ਦੀ ਡਿਫਰੈਂਸ ਬਿਟਵੀਨ ਜੇਲ੍ਹ ਐਂਡ ਅਦਰਸ। ਹੀ ਰਾਈਟ ਬਿਊਟੀਫੁਲ ਬੁੱਕ ਔਨ ਦੀ ਇਸ਼ੂਜ਼ ਆਫ ਪ੍ਰਿਜ਼ਨ ਜੇਲ੍ਹ ਡਾਇਰੀਜ਼। ਕਹਿਣ ਦਾ ਭਾਵ ਆ ਜਦੋਂ ਤੁਸੀਂ ਕਿਸੇ ਲੈਵਲ 'ਤੇ ਕਿਤੇ ਫੰਕਸ਼ਨ ਕਰਦੇ ਹੋ। ਹੁਣ ਕਿਤਾਬ ਲੇਟੈਸਟ ਆਈ ਆ ਆਈਡੀਆ ਆਫ ਯੂਨੀਵਰਸਿਟੀ, ਜਿਹੜੀ ਕੱਢੀ ਆ, ਮੇਰੀ ਗੱਲ ਵੀ ਹੋਈ, ਮੈਂ ਕਿਹਾ ਪੂਰਵਾਨੰਦ ਉਹ ਆਈਡੀਆ ਤੁਸੀਂ ਚੇਂਜ ਕਰਕੇ ਲਿਖ ਲੈਂਦੇ। ਉਹਨਾਂ ਨੇ ਥੋੜ੍ਹੀ ਬਾਅਦ 'ਚ ਚੇਂਜ ਵੀ ਕੀਤੀ, ਉਹਦੇ ਥੱਲੇ ਇੱਕ ਲਾਈਨ ਪਾਤੀ। ਮੈਂ ਕਿਹਾ ਨਿਊਮੈਨ ਨੇ ਪਹਿਲਾਂ ਲਿਖਤੀ ਸੀ। ਉਹਨਾਂ ਨੇ ਅੱਜ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਚੱਲ ਰਹੀਆਂ ਡਿਬੇਟਸ ਦੀ ਗੱਲ ਕੀਤੀ ਆ, ਜਿਨ੍ਹਾਂ ਨੇ ਉਹਨਾਂ ਨੇ ਰੋਮਲਾ ਥਾਪਰ ਦੀ ਆਰਗੂਮੈਂਟ ਦਿੱਤੀ ਆ ਕਿ ਅਸੀਂ ਜਦੋਂ ਯੂਨੀਵਰਸਿਟੀ JNU 'ਚ ਬਿਲਡ ਕੀਤੀ ਆ, ਨਹਿਰੂ ਦਾ ਕੌਨਸੈਪਟ ਸੀਗਾ, ਉੱਥੇ ਫਰੀਡਮ ਸੀ, ਆਈਡੀਆ ਸੀ, ਉਹਦੇ ਲੈਵਲ 'ਤੇ ਕਿਸ ਪੱਧਰ 'ਤੇ ਫੰਕਸ਼ਨ ਕਰਦੇ ਸੀ, ਉਹਦੇ ਪੱਧਰ 'ਤੇ ਕਿਵੇਂ ਅਸੀਂ ਚੀਜ਼ਾਂ ਨੂੰ ਮੈਨੇਜ ਕਰਦੇ ਸੀ। ਫਿਰ ਉਹਦੇ ਸਾਰੇ ਰਿਵਿਊ ਕਰਦੇ ਹੋਏ ਇੱਕ ਪ੍ਰੋਫੈਸਰ, ਸੋਸ਼ੀਓਲੋਜੀ ਦਾ ਪ੍ਰੋਫੈਸਰ ਆ, ਇਹਦੀ ਬਹੁਤ ਮਸ਼ਹੂਰ ਕਿਤਾਬ ਆ ਯੂਨੀਵਰਸਿਟੀਜ਼ ਐਟ ਦੀ ਕ੍ਰਾਸ ਰੋਡਸ, ਵੀ ਇਹ ਸੰਕਟ 'ਚ ਕਿਉਂ ਫਸ ਗਈਆਂ। ਇਹ ਬੇਸਿਕਲੀ ਜਿਹੜੇ ਸੋਸ਼ੀਓਲੋਜੀ ਵਾਲੇ ਜਾਣਦੇ ਆ, ਉਹਨਾਂ ਦਾ ਫੇਵਰਟ ਟੀਚਰ ਆ, ਸੋਸ਼ੀਓਲੋਜਿਸਟ ਆ, ਇਹ ਵਰਲਡ ਫੇਮਸ ਸੋਸ਼ੀਓਲੋਜੀ 'ਤੇ ਕੰਮ ਕੀਤਾ, ਪਰ ਇਹਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਸਟੱਡੀ ਕਰਕੇ ਉਹਨਾਂ 'ਤੇ ਇਹਨੇ ਸੋਸ਼ੀਓਲੋਜੀਕਲੀ ਫਰੇਮਿੰਗ ਕੀ ਹੋਈ ਆ ਵੀ ਕਿਉਂ ਯੂਨੀਵਰਸਿਟੀਆਂ ਦੀ ਮੈਂਟਲ ਮੈਕਅਪ ਇਉਂ ਹੋ ਗਈ, ਕਿਹੜੇ ਫੈਮਿਲੀ ਕਰੈਕਟਰ 'ਚੋਂ ਲੋਕ ਆਉਂਦੇ ਨੇ, ਕਿਹੜੇ ਕਿਸ ਲੈਵਲ। ਜੇ ਯੂਨੀਵਰਸਿਟੀ ਨੂੰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਕਦੇ ਕੋਈ ਪ੍ਰੋਜੈਕਟ ਸੰਧੂ ਸਾਹਿਬ ਦਵਾ ਦੇਣ, ਮੈਂ 62 ਤੋਂ ਲੈ ਕੇ ਹੁਣ ਤੱਕ ਇਹਦੇ ਐਨਾਲਿਸਿਸ ਕਰਦਾ ਦੇਖ ਲੂੰਗੇ ਕਿਹੜੀ ਬੈਕਗਰਾਊਂਡ ਦੇ ਸੀ। ਅਸੀਂ ਸਿੰਪਲ ਦੇਸੀ ਪਿੰਡਾਂ ਵਾਲੇ ਸੀਗੇ, ਘੁੰਮਦੇ ਘੁੰਮਾਉਂਦੇ ਇੱਥੇ ਆ ਗਏ, ਹੌਲੀ ਹੌਲੀ ਗਾਂਹ ਤੁਰ ਪਏ। ਕਈ ਨਵੀਂ ਪੀੜ੍ਹੀ ਤੋਂ ਕੋਈ ਅੱਪਰ ਕਲਾਸ 'ਚ ਹੋ ਗਏ ਵੀ ਜੇ ਕਲਾਸ ਇਹਨੇ ਕਲਾਸ ਕਰੈਕਟਰ ਦੇ ਹਿਸਾਬ ਨਾਲ ਚੀਜ਼ਾਂ ਨੂੰ ਸਾਰਾ ਦਾ ਸਾਰਾ ਰੈਲਮ ਦਿਖਾਇਆ ਵੀ ਕਿਵੇਂ ਕਿਵੇਂ ਯੂਨੀਵਰਸਿਟੀਆਂ ਚੱਲੀਆਂ ਨੇ ਤੇ ਯੂਨੀਵਰਸਿਟੀਆਂ ਕਿਸ ਪੱਧਰ 'ਤੇ ਆਈਆਂ ਨੇ ਤੇ ਉਹਦੇ 'ਚ ਮਸਲੇ ਕਿਵੇਂ ਖੜੇ ਹੋਏ ਨੇ। ਇਹਦੇ ਬਾਰੇ 'ਚ ਮੈਂ ਸਿਰਫ ਇੱਕ ਗੱਲ ਕਹਿ ਦਿਆਂ, ਐਡਾ ਵਰਲਡ ਫੇਮਸ ਇਹ ਸਾਡਾ ਸੋਸ਼ੀਓਲੋਜਿਸਟ ਆ, ਜਦੋਂ ਇਹਨੂੰ MA ਸੋਸ਼ੀਓਲੋਜੀ ਕਰਨ ਲੱਗੇ, ਇਹ ਤੇ ਅਭਿਜੀਤ ਪਾਠਕ ਦੇ ਆਰਟੀਕਲ ਆਉਂਦੇ ਹੁੰਦੇ ਆ ਸੋਸ਼ੀਓਲੋਜੀ ਆਫ ਐਜੂਕੇਸ਼ਨ ਤੇ, ਬੇਹੱਦ ਕੰਮ ਉਹਨਾਂ ਦਾ ਵੱਡਾ ਕਿ ਟੀਚਰ ਦੀ ਜਿਹੜੀ ਸੈਂਸਿਬਿਲਿਟੀ ਉਹਨੂੰ ਕਿਸ ਲੈਵਲ 'ਤੇ ਆ। ਉਹਨੇ ਪਿੱਛੇ ਕਿਤਾਬ ਲਿਖੀ ਆ, ਉਹਨੇ ਯੂਨੀਵਰਸਿਟੀ ਦੇ ਵਿੱਚ ਰਿਸਰਚ ਕਰਾਉਂਦੇ 10 ਜਿਹੜੇ ਸਟੂਡੈਂਟਸ ਨੇ, ਉਹਨਾਂ ਸਟੂਡੈਂਟ ਦੀਆਂ ਸੈਂਸਿਬਿਲਿਟੀਜ਼ ਨੂੰ ਕਿਵੇਂ ਉਹਨੇ ਡਿਵੈਲਪ ਕੀਤਾ, ਕਿਸ ਲੈਵਲ। ਕਹਿੰਦਾ ਮੈਂ ਕੋਈ ਵੀ ਉਹਨਾਂ ਨਾਲ ਐਸਾ ਡਾਇਲੋਗ, ਇਹੋ ਜਿਹੀ ਗੱਲ ਨਹੀਂ ਸੀ ਕਰਦਾ ਜਿਹਦੇ ਨਾਲ ਬੱਚਾ ਕਿਸੇ ਨਾ ਕਿਸੇ ਲੈਵਲ 'ਤੇ ਕੋਈ ਉਹਦੀ ਪ੍ਰੋਬਲਮ ਆ ਜੇ। ਉਹ ਕਹਿੰਦਾ ਮੈਂ ਇਹ ਕਿਉਂ ਸਿੱਖਿਆ ਸੀ, ਕਹਿੰਦਾ ਜਦੋਂ ਮੇਰੀ ਮਦਰ ਸੀਗੀ, ਉਹਨਾਂ ਨੇ ਕਿਹਾ ਵੀ ਜੇ ਤੂੰ ਪੜ੍ਹ ਲਿਖ ਗਿਆ, ਤੂੰ ਜਿਹੋ ਜਿਹੀ ਸਿਚੁਏਸ਼ਨ 'ਚ ਪੜ੍ਹਿਆ ਸੀ, ਜਦੋਂ ਆਪਣੇ ਪੱਧਰ 'ਤੇ ਵਰਕਆਊਟ ਕਰੇਗਾ ਤਾਂ ਉਹ ਵਰਕਆਊਟ ਕਰਦਾ ਵੀ ਤੇਰੇ ਕੋਲੋਂ ਕਿਸੇ ਲੈਵਲ ਦੀ ਸੈਂਸਿਬਿਲਿਟੀ ਖਤਮ ਨਹੀਂ ਹੋਣੀ ਚਾਹੀਦੀ, ਕਿਉਂਕਿ ਤੂੰ ਇੱਕ ਲਰਨਿੰਗ ਸੈਂਟਰ 'ਚ ਜਾ ਰਿਹਾ, ਤੇਰਾ ਕੰਮ ਕੋਈ ਇਸ ਕਿਸਮ ਦਾ ਨਹੀਂ, ਤੂੰ ਬ੍ਰੇਨ ਦੀ ਫੰਕਸ਼ਨਿੰਗ ਨਾਲ ਚੀਜ਼ਾਂ ਨੂੰ ਚੇਂਜ ਕਰਨੀਆਂ ਨੇ, ਜਿਹਦੇ 'ਚ ਇਹਦੇ ਅੰਦਰੀ ਉਹਦੀ ਕਿਤਾਬ ਯੂਨੀਵਰਸਿਟੀ ਤੇ ਸੁਸਾਇਟੀ ਦਾ ਕੀ ਰਿਲੇਸ਼ਨਸ਼ਿਪ ਹੁੰਦਾ। ਯੂਨੀਵਰਸਿਟੀ ਐਜ ਏ ਪਬਲਿਕ ਇੰਸਟੀਟਿਊਸ਼ਨ ਕਿਉਂ ਆਉਂਦੀ ਹੈ, ਇਹਦੇ 'ਚ ਨੌਲੇਜ ਆਉਂਦੀ ਹੈ, ਸਿਮੀਲੇਟ ਹੁੰਦੀ ਆ, ਗਾਹਾਂ ਨੌਲੇਜ ਡਿਵੈਲਪ ਹੋ ਕੇ ਜਾਂਦੀ ਆ। ਫਿਰ ਇਹਨੇ ਯੂਨੀਵਰਸਿਟੀਆਂ ਦੇ ਨਾਲ ਕਮਿਊਨਿਟੀ ਦਾ ਕੀ ਸੰਬੰਧ ਆ, ਫਿਰ ਇਹਨੇ ਇਨਕਲੂਸਿਵਨੈਸ ਕਿਵੇਂ ਆ, ਬੜਾ ਵੱਡਾ ਕੌਨਸੈਪਟ ਇਹਨੇ ਦਿੱਤਾ ਸੀ, ਕਿਉਂਕਿ ਜਿਹਦੇ 'ਚ ਬਾਅਦ 'ਚ ਜਾ ਕੇ ਪਾਲਿਸੀਆਂ ਫਰੇਮ ਹੁੰਦੀਆਂ ਇੱਕ ਪ੍ਰੋਫੈਸਰ ਦੇ ਕਹਿਣ ਦੇ ਕਰਕੇ। ਇਹ ਕਹਿੰਦਾ ਵੀ ਇੰਨੀ ਸੈਂਸਿਟਿਵ ਕਿਸਮ ਦੀਆਂ ਯੂਨੀਵਰਸਿਟੀਆਂ ਹੁੰਦੀਆਂ, ਤੁਸੀਂ ਕਾਸਟ, ਕਰੀਡ, ਜੈਂਡਰ ਡਿਫਰੈਂਸ ਰਿਫਲੈਕਟ ਨਹੀਂ ਹੋਣਾ ਚਾਹੀਦਾ, ਤੁਹਾਡੇ ਡਾਇਲੋਗ 'ਚੋਂ ਕਹਿੰਦਾ ਰਿਫਲੈਕਟ ਨਹੀਂ ਹੋਣਾ ਚਾਹੀਦਾ। ਕਹਿੰਦਾ ਜਦੋਂ ਮੈਂ ਪਿੰਡ 'ਚ ਜਾਂਦਾ ਸੀ, ਦੇਖਦਾ ਸੀ ਕਾਸਟ ਨਾਲ ਜੁੜੀਆਂ ਹੋਈਆਂ, ਕਰੀਡ ਨਾਲ ਜੁੜੀਆਂ ਹੋਈਆਂ, ਵੱਖ-ਵੱਖ ਲੈਵਲ ਦੇ ਆਕੂਪੇਸ਼ਨ ਜੁੜੇ ਨੇ,
ਮੇਰਾ ਜਿਹੜਾ ਖੁਦ ਦਾ PhD ਦਾ ਕੰਮ ਸੀ ਵੋਕੇਸ਼ਨਲਾਈਜੇਸ਼ਨ ਆਫ ਐਜੂਕੇਸ਼ਨ। ਮੈਂ ਇੱਕ ਕਿਤਾਬ ਪੜ੍ਹੀ 1912 ਦੀ ਲਿਖੀ ਹੋਈ ਸੀ, ਇੱਕ ਬੰਗਾਲੀ ਨੇ ਆਪਣੀ ਸਵੈ ਜੀਵਨੀ ਲਿਖੀ ਸੀ। ਸਾਰੇ ਜਦੋਂ ਆਕੂਪੇਸ਼ਨ ਆਉਂਦੇ ਨੇ ਨਵੇਂ, ਉਹ ਨਵੇਂ ਆਕੂਪੇਸ਼ਨਾਂ ਦੇ ਨਾਲ ਹੀ ਆਪਣਾ ਕਰੈਕਟਰ ਕਿਵੇਂ ਟਰਾਂਸਫਰ ਹੋ ਜਾਂਦਾ, ਤੇ ਕਾਸਟ ਜਿਹੜੀ ਆ ਸਾਡੀ ਕਿਵੇਂ ਰਹਿੰਦੀ ਆ। ਸਾਡੇ ਜਿਹੜੇ ਵੋਕੇਸ਼ਨਲ ਦੇ ਕਿੱਤੇ ਕਿਉਂ ਨਹੀਂ ਪ੍ਰਫੁੱਲਤ ਹੁੰਦੇ? ਮੈਕਸੀਮਮ ਵੋਕੇਸ਼ਨਲ ਦੇ ਕਿੱਤੇ ਆ ਰਿਲੇਟਡ ਵਿਦ ਦੀ ਕਾਸਟ ਫੈਕਟਰ। ਉਹਦੇ ਕਰਕੇ ਸਾਡੇ ਸਕੂਲ ਲੈਵਲ ਦੇ ਬਹੁਤ ਵੱਡੀ ਸੀਰੀਅਸ ਪ੍ਰੋਬਲਮ ਆ, ਅੱਜ ਵੀ ਪ੍ਰੋਬਲਮ ਆ। ਜਦੋਂ ਉਹਦਾ ਨਵਾਂ ਆਕੂਪੇਸ਼ਨ ਦੇ ਤੌਰ ਤੇ ਆਉਂਦਾ, ਫਿਰ ਉਹਨੂੰ ਕੋਆਪਟ ਕੀਤਾ ਜਾਂਦਾ। ਇਹਨਾਂ ਦਾ ਕੰਮ ਇਹਦੇ 'ਚ ਸੀ। ਫਿਰ ਇਹਨਾਂ ਨੇ ਇੱਕ ਕੰਮ ਕੀਤਾ ਸੀ, ਸੋਸ਼ਲ ਸਾਇੰਸ ਦੀਆਂ ਰਿਸਰਚਸ ਕਿਹੋ ਜਿਹੀਆਂ ਹੋਣ, ਉਹਦੇ 'ਚ ਕਿਵੇਂ ਆਈਡੀਆਜ਼ ਲੈਣ, ਸੋਸ਼ਲ ਥਿਊਰੀ ਕੰਸਟਰਕਟ ਕੀਤੀ ਜਾਵੇ। ਜਿਵੇਂ ਕੱਲ੍ਹ ਮੈਂ ਇੱਕ ਸੈਮੀਨਾਰ 'ਤੇ ਸੀ ਕਿਸੇ IDC ਚੰਡੀਗੜ੍ਹ ਰਿਸਰਚ ਸੈਂਟਰ 'ਚ, ਉਹਦੇ 'ਚ ਕੋਆਰਡੀਨੇਟ ਕਰਨ ਦਾ ਮੈਨੂੰ ਮੌਕਾ ਮਿਲ ਗਿਆ। ਉਹਦੇ 'ਚ ਇਹ ਸੀ, ਵੱਖ-ਵੱਖ ਅਸੀਂ ਕਿਸਾਨਾਂ 'ਚੋਂ ਹੋਰਾਂ 'ਚੋਂ ਬੁਲਾਏ ਸੀ। ਉਹ ਕੀ ਪੀਜ਼ੈਂਟ ਪ੍ਰੋਟੈਸਟ ਮੂਵਮੈਂਟ ਥਿਊਰੀ ਬਿਲਡ ਕਰਨੀ ਸੀ, ਵੀ ਇਸ ਕਿੰਨੀ ਕਨੈਕਟਿਵਿਟੀ ਆ ਉਸ ਸਿੰਗੂ ਤੇ ਬਾਰਡਰ ਨਾਲ। ਲੋਕ ਕਿਵੇਂ ਜੁੜਿਆ, ਕੋਈ ਗੀਤ ਨਾਲ ਜੁੜਿਆ, ਕੋਈ ਕਹਾਣੀ ਨਾਲ ਜੁੜਿਆ, ਕੋਈ ਆਈਡੀਆ ਤੇ ਜੁੜਿਆ, ਕੋਈ ਸਿੰਪਥੀ ਤੇ ਜੁੜਿਆ। ਤੁਹਾਨੂੰ ਯਾਦ ਹੋਊ ਵੀ ਇੱਕੋ ਹੀ ਮਾੜੀ ਜਿਹੀ ਘਟਨਾ ਵਾਪਰੀ ਸੀ, ਰਾਤ ਨੂੰ ਉੱਥੇ ਉਠਾਉਣ ਦੀ ਕੋਸ਼ਿਸ਼ ਕੀਤੀ ਉਹਨੂੰ, ਤੇ ਸਾਰਾ ਇੰਡੀਆ ਹੀ ਖੜਾ ਹੋ ਗਿਆ ਸੀ। ਵੀ ਕਿਸ ਲੈਵਲ ਦੀ ਕਨੈਕਟਿਵਿਟੀ ਬਣੀ, ਕਿਸ ਲੈਵਲ ਦਾ ਗੀਤ ਬਣਿਆ, ਕਿਸ ਲੈਵਲ ਦੀ ਰਾਈਟਿੰਗ ਬਣੀ, ਕਿਸ ਲੈਵਲ ਦਾ ਟਰਾਲੀ ਤੇ ਟਰੈਕਟਰ ਦਾ ਕੰਬੀਨੇਸ਼ਨ ਬਣਿਆ, ਕਿਸ ਲੈਵਲ ਦਾ ਜਿਹੜੇ ਲੋਕਾਂ ਨੇ ਰਜਿਸਟ ਕਰਨਾ ਯੂਥ ਦੇ ਕਿਸ ਲੈਵਲ ਦੇ ਬਣੇ। ਉਹਨੇ ਸੋਸ਼ੋਲੋਜੀਕਲੀ ਕਲਚਰਲੀ ਪੰਜਾਬ ਤੇ ਦਿੱਲੀ ਦੇ ਕੌਨਫਲਿਕਟ ਨੂੰ ਕਿਵੇਂ ਰਿਫਲੈਕਟ ਕੀਤਾ। ਮੈਂ ਕਿਹਾ ਦੇਰ ਆਰ 20 or 23 ਆਈਡੀਆਜ਼ ਇਨ ਦਿਸ। 25-30 ਇੱਥੋਂ ਉਹਨਾਂ ਤੇ PhDਆਂ ਵੱਖ-ਵੱਖ ਹੋ ਸਕਦੀਆਂ ਨੇ। ਤੇ ਕਿਸ ਲੈਵਲ ਦੇ 2 ਸਾਲ ਦਾ ਡਿਸਕੋਰਸ ਚੱਲਿਆ, ਜਿਨ੍ਹਾਂ ਪੀਜ਼ੈਂਟਸ ਨੇ COVID-19 ਨੂੰ ਰਿਜੈਕਟ ਕਰਤਾ। ਦੇਖੋ ਅਰਬਨਾਈਜੇਸ਼ਨ 'ਚ ਫੀਅਰ ਬਹੁਤ ਆ, ਰੂਰਲ ਸਾਈਡ ਤੇ ਜਮਾ ਹੀ ਫੀਅਰ ਨਹੀਂ। ਲੋਕਾਂ ਨੂੰ ਲੱਗਿਆ ਵੀ ਯਾਰ ਨੋਰਮਲ ਚੀਜ਼ ਹੈ, ਤਾਂ ਇਟ ਇਜ਼ ਦੀ ਪਾਲਿਸੀ ਆਫ ਦੀ ਸਟੇਟ। ਆਲ ਦੋ ਇਹ ਬਿਮਾਰੀ ਸੀ। ਇਹ ਅਸੀਂ ਜਿਹੜੇ ਯੂਨੀਵਰਸਿਟੀਆਂ ਵਾਲੇ ਆ, ਅਸੀਂ ਉਹਨਾਂ ਦਾ ਕੀ ਲਿੰਕ ਕਰਕੇ ਕਿਵੇਂ, ਜੇ ਅਸੀਂ ਫੀਅਰ 'ਚ ਜਾ ਕੇ ਵੜ ਗਏ, ਅਸੀਂ ਲੀਡਰਸ਼ਿਪ ਪ੍ਰੋਵਾਈਡ ਕਰਨੀ ਹੁੰਦੀ ਆ ਵੱਖ-ਵੱਖ। ਦਿਸ ਇਜ਼ ਦੀ ਫੰਕਸ਼ਨ ਆਫ ਦੀ ਯੂਨੀਵਰਸਿਟੀ। ਜਿਵੇਂ ਇਹਨਾਂ ਦਾ ਸੀ ਅਭਿਜੀਤ ਪਾਠਕ, ਉਹਨਾਂ ਦਾ ਜਿਹੜਾ ਕੰਮ ਸੀ ਐਜੂਕੇਸ਼ਨ ਐਂਡ ਇਨਲਾਈਟਨਮੈਂਟ। ਕਹਿੰਦੇ ਇੱਕੋ ਧਰਤੀ ਤੇ ਕੰਮ ਆ। ਜ਼ਿੰਦਗੀ 'ਚ ਯਾਦ ਰੱਖੋ, ਜਦੋਂ ਬੱਚਾ ਪੈਦਾ ਹੁੰਦਾ 20 ਗਲੋਰੀਅਸ ਹਿਊਮਨ ਸੈਂਸਿਸ ਲੈ ਕੇ ਪੈਦਾ ਹੁੰਦਾ। ਆਰਟ ਦੀ, ਮਿਊਜ਼ਿਕ ਦੀ, ਪੋਇਟਰੀ ਦੀ, ਲਿਟਰੇਚਰ ਦੀ, ਸਾਇੰਸ ਦੀ, ਸੋਸ਼ਲ ਸਾਇੰਸ ਦੀ, ਲੌਜਿਕ ਦੀ। ਜਿੰਨੇ ਉਹ ਡਿਵੈਲਪ ਕਰ ਲੂ ਉਨਾ ਅਮੀਰ ਆਦਮੀ ਹੋ। ਅਮੀਰ ਇਹ ਨਹੀਂ ਕਿ ਕੋਠੀ ਵੱਡੀ ਹੈ, ਜਿਵੇਂ ਸੰਧੂ ਸਾਹਿਬ ਹੋਣਗੇ ਜਾਂ ਕੁਲਦੀਪ ਵਰਗਿਆਂ ਨੇ ਕੋਠੀਆਂ ਪਾ ਲਈਆਂ ਤੇ 2-2 4-4 ਕਮਰੇ ਹੁੰਦੇ, ਬਾਕੀ ਸਫਾਈ ਤੇ ਘਰ 'ਚ ਲੜਾਈ ਹੁੰਦੀ ਹੈ। ਇਸ ਕਰਕੇ ਉਹ ਕਹਿੰਦਾ ਵੀ ਜਿਹੜੇ 12-14 ਜਿਹੜੇ ਤੁਹਾਡੇ ਕੰਬੀਨੇਸ਼ਨਸ ਨੇ, ਉਹਨਾਂ ਨੂੰ ਤੁਸੀਂ ਕਿਵੇਂ ਡਿਵੈਲਪ ਕਰਦੇ ਹੋ। ਇੱਕ ਮੈਨ ਦੀਆਂ ਜਿਹੜੀਆਂ ਸਕਿੱਲਸ ਆ, ਜਿਵੇਂ ਤੁਸੀਂ ਵੱਖ-ਵੱਖ ਲੈਵਲ ਦੇ ਪੱਧਰ ਤੇ ਬਿਯੋਂਡ ਦੀ ਪੈਰਾਮੀਟਰ ਆਫ ਦੀ ਸਟਰਕਚਰ ਸੁਸਾਇਟੀ, ਇੱਕ ਪੈਰਾਮੀਟਰ ਬਣਿਆ ਨੌਲੇਜ ਨੇ ਡੀਕਨਸਟਰਕਟ ਕਰਨੇ ਹੁੰਦੇ। ਕੋਈ ਟੂਲ ਤੁਸੀਂ ਆਪਣੇ, ਅੱਜ ਵੀ ਆਰ ਲਿਵਿੰਗ ਇਨ ਏ ਡਿਫਰੈਂਟ ਫੇਜ਼। ਅੱਜ ਤੋਂ 60 ਸਾਲ ਪਹਿਲਾਂ ਸੀ, ਅਸੀਂ ਕਿਹੜੇ ਟੂਲਾਂ ਨਾਲ ਕਿਹੜੀ ਲੈਵਲ ਤੇ ਕਰਨਾ। ਸੀਇੰਗ ਥਰੂ ਦੇ ਸੋਸ਼ੋਲੋਜੀਕਲ ਲੈਂਜਸ, ਕਹਿੰਦਾ ਸਮਾਜਿਕ ਲੈਂਜ਼ਾਂ ਨਾਲ ਦੇਖੋ, ਨਾਟ ਯੂਅਰ ਕਾਸਟਿਸਟ ਲੈਂਜ਼, ਨਾਟ ਯੂਅਰ ਜੈਂਡਰ ਵਾਈਜ਼ ਲੈਂਜ਼, ਨਾਟ ਯੂ ਆਰ ਇਨ ਦੈਟ ਵੇ ਲੈਂਸ ਕਿ ਸਾਨੂੰ ਡਿਸਟੋਰਸ਼ਨ ਹੋਣ, ਵੀ ਅਸੀਂ ਦੇਖਦੇ ਹੀ ਅਗਲੇ ਨੂੰ ਕਮੈਂਟ ਕਰੀਏ ਜਾਂ ਕਿਸੇ ਲੈਵਲ ਤੇ ਕੋਈ ਕਰੀਏ। ਕੰਸੈਪਚੁਅਲਾਈਜ਼ਿੰਗ ਦੀ ਐਜੂਕੇਸ਼ਨ ਡਿਬੇਟ, ਜਿੰਨੀਆਂ ਐਜੂਕੇਸ਼ਨ ਦੀਆਂ ਡਿਬੇਟਸ ਨੇ, ਜਿਵੇਂ ਸੰਧੂ ਸਾਹਿਬ ਨੇ ਅਟੋਨਮੀ ਵਾਲਾ ਬੜਾ ਹੀ ਵੱਡਾ ਕੌਨਸੈਪਟ ਦਿੱਤਾ ਸੀਗਾ, ਅੱਜ ਵੀ ਪੜ੍ਹ ਲਓ। ਉਦੋਂ ਬਾਅਦ ਦਾ ਅਟੋਨਮੀ ਹੋਰ ਰੂਪ 'ਚ, ਉਹਦਾ ਅਟੋਨਮੀ ਦਾ ਮੀਨਿੰਗ ਇਹ ਸੀ ਕਿ ਪ੍ਰੋਫੈਸਰ ਇੰਨਾ ਅਟੋਨਮਸ ਹੋਊਗਾ, ਆਪਣੀ ਨੌਲੇਜ ਤੇ ਉਨੀ ਕਮਾਂਡ ਆਊ, he can freely live and thought and project their idea। ਜਿਹੜਾ ਆਈਡੀਆ ਆਫ ਯੂਨੀਵਰਸਿਟੀ ਦਾ ਪ੍ਰੋਫੈਸਰ ਸੀ HW ਨਿਊਮੈਨ, ਇਹਨੇ ਛੱਡ ਕੇ ਦਿੱਤੇ ਸੀ, ਉੱਥੇ ਆਈਡੀਆ ਦਾ ਰੋਕ ਲਿਆ ਸੀ। ਜਿਹੜੇ ਇਹਨੂੰ ਯੂਨੀਵਰਸਲ ਆਈਡੀ 'ਚ ਕਨਵਰਟ ਕਰਨਾ ਚਾਹੁੰਦਾ ਸੀ, ਉਹ ਰਿਲੀਜਨ 'ਚ ਬਾਉਂਡ ਕਰਨਾ ਚਾਹੁੰਦੇ ਸੀ। ਉਹ ਕਹਿੰਦਾ ਨਹੀਂ, ਰਿਲੀਜਨ 'ਚੋਂ ਮੈਂ ਉਹ ਕੰਪੋਨੈਂਟ ਕੱਢਣਾ ਚਾਹੁੰਦਾ ਜਿਹਦੇ 'ਚ ਲਿਬਰੇਸ਼ਨ ਦਾ ਕੌਨਸੈਪਟ ਹੋਇਆ, ਥਿਓਲੋਜੀ ਆਫ ਕ੍ਰਿਸਚੀਅਨਟੀ ਦਾ ਕੱਢਣਾ ਚਾਹੁੰਦਾ, ਵੀ ਉਹਦੇ ਲੈਵਲ ਤੇ ਕਿਸ ਪੱਧਰ ਤੇ ਹੈ। ਦਿਸ ਇਜ਼ conceptualizing this idea and converting into the universal framework। ਅੱਗੇ ਸੀ ਸਾਇੰਸ, ਸੈਕੂਲਰਾਈਜੇਸ਼ਨ ਐਂਡ ਐਜੂਕੇਸ਼ਨ। ਜਿਵੇਂ ਸਾਇੰਸ ਆ ਕਿ ਸਾਇੰਟੀਫਿਕ ਲੌਜਿਕ ਆ, ਤੁਹਾਡਾ ਟੈਂਪਰਾਮੈਂਟ ਆ, ਉਹਨੂੰ ਤੁਸੀਂ ਐਜੂਕੇਸ਼ਨ ਨਾਲ ਕਿਵੇਂ। ਅੱਗੇ ਇਹਦਾ ਸਕਸੈਸ ਐਂਡ ਦੀ ਸਟੈਗਮਾ ਆਫ ਫੇਲਰ। ਅਸੀਂ ਦੁਨੀਆ 'ਚ ਇਹ ਕਰਦੇ ਹਾਂ ਵੀ ਜਿਹੜੀਆਂ ਫੇਲਰਸ ਆ ਉਹ ਇੱਕ ਸਟੈਗਮਾ ਬਣਾ ਲੈਂਦੇ ਆ। ਜਦੋਂ ਆਪਸੀ ਕਿਸੇ ਚੀਜ਼ 'ਚੋਂ ਰੁਕ ਜਾਓ, ਕੋਈ ਕਿਸੇ ਦੀ ਗਾਹਾਂ ਫਾਰਵਰਡਿੰਗ ਰੁਕ ਜੇ, ਬੰਦੇ ਦਾ ਸਟੈਗਮਾ ਆ ਜਾਂਦਾ। ਕਹਿੰਦਾ ਜਿਹੜੀਆਂ ਮੈਕਸੀਮਮ ਸਟੈਗਮੇ ਐਜੂਕੇਸ਼ਨ 'ਚ ਹੁੰਦੇ ਆ, ਹਾਊ ਟੀਚਰ ਕੈਨ ਬ੍ਰੇਕ ਇਟ, ਕਿ ਜਿਹੜੇ ਵੱਖ-ਵੱਖ ਬਣੇ ਹੋਏ ਆ। ਆਈਡੀਓਲੋਜੀ, ਕਰੀਕੁਲਮ ਐਂਡ ਐਜੂਕੇਸ਼ਨ ਡੈਲੀਮਾ, ਜਿਹੜਾ ਕਰੀਕੁਲਮ ਬਿਲਡ ਕਰਦੇ ਹਾਂ ਅਸੀਂ, ਉਹਦੇ 'ਚ ਕਿਵੇਂ ਆਈਡੀਓਲੋਜੀ ਰਿਫਲੈਕਟ ਹੁੰਦੀ ਹੈ। ਦੇਅਰ ਆਰ ਡਿਫਰੈਂਟ ਆਈਡੀਆਜ਼। ਮਾਈ ਅਪਰੋਚ ਇਜ਼ ਏ ਮਾਰਕਸੀਅਨ ਅਪਰੋਚ।
ਸੰਧੂ ਸਾਹਿਬ ਦੀ ਸਟਰਕਚਰਲਿਸਟ ਪਲੱਸ ਮਾਰਕਸੀਅਨ ਅਪਰੋਚ ਹੋ ਸਕਦੀ ਹੈ, ਕਿਸੇ ਦੀ ਸਾਈਕੋਲੋਜੀਕਲ ਅਪਰੋਚ ਹੋ ਸਕਦੀ ਆ। ਦੇਅਰ ਮੇ ਬੀ ਡਿਫਰੈਂਟ ਹਾਊ ਵੀ ਕੈਨ ਐਵਰੀ ਥਿੰਗ ਦੇ ਵਿੱਚ ਹਰ ਚੀਜ਼ 'ਚ ਆਈਡੀਓਲੋਜੀ ਰਿਫਲੈਕਟ ਹੁੰਦੀ ਹੈ। ਤੁਸੀਂ ਕੋਈ ਲਾਈਨ ਬੋਲੋ, ਮੈਂ ਤੁਹਾਨੂੰ ਦੱਸ ਸਕਦਾ ਵੀ ਤੁਹਾਡੀ ਇਹ ਆਈਡੀਓਲੋਜੀ ਹੈ। ਕਿਸੇ ਚੀਜ਼ ਤੇ ਤੁਸੀਂ ਜਦੋਂ ਕਮੈਂਟ ਕਰੋਗੇ ਉਹਦੇ ਪਿੱਛੇ ਜਿਹੜੇ ਤੁਹਾਡੇ ਕੰਸਟਰਕਟ ਹੋਵੇ ਆਈਡੀਆ ਉਹ ਆ ਜਾਣਗੇ। ਇਹ ਕਹਿੰਦੇ ਜਿਹੜੀ ਯੂਨੀਵਰਸਿਟੀ ਦਾ ਆਈਡੀਆ ਵਾ ਉਹ ਆਈਡੀਆ ਸਭ ਤੋਂ ਇੰਪੋਰਟੈਂਟ ਆ ਵੀ ਇੱਕ ਨੂੰ ਬ੍ਰੇਕ ਕਰਕੇ ਦੂਜੇ ਨੂੰ ਫਰੇਮ ਕਿਵੇਂ ਕਰਦਾ। ਕਿਸੇ ਦੀਆਂ 4 ਲਾਈਨਾਂ ਸੁਣ ਲਓ, ਜਿਵੇਂ ਮੈਂ ਵੀ ਬੋਲ ਰਿਹਾ, ਹੋ ਸਕਦਾ ਕਿਸੇ ਨੂੰ ਇਤਰਾਜ਼ ਹੋਵੇ, ਕੋਈ ਕ੍ਰਿਟਿਸਾਈਜ਼ ਹੋ ਸਕਦਾ ਮੇਰੀਆਂ ਆਰਗੂਮੈਂਟ ਨਾਲ ਡਿਫਰ ਹੋਵੇ। ਇਹਦਾ ਡਿਫਰੈਂਸ ਹੁੰਦਾ ਅਸੀਂ ਜਦੋਂ ਕਿਸੇ ਆਈਡੀਆਜ਼ ਦੇ ਲੈਵਲ ਤੇ, ਕੋਈ ਵੀ ਮੈਨ ਇਜ਼ ਨਾਟ ਲਿਵਿੰਗ ਵਿਦਆਊਟ ਆਈਡੀਆ। ਜਿਹੜੀ ਸਕਿੱਲ ਲਰਨਿੰਗ ਤੇ ਲਿਬਰਲ ਐਜੂਕੇਸ਼ਨ ਦਾ ਕੋਰਿਲੇਸ਼ਨ ਬਹੁਤ ਆ। ਜਿਹੜੀ ਸਕਿੱਲ ਆ ਉਹ ਤਾਂ ਟਾਈਮ ਟੂ ਟਾਈਮ ਟਰਾਂਸਫਰ ਹੁੰਦੀ ਰਹਿੰਦੀ ਆ। ਸਾਡੇ ਵੇਲੇ ਨਹੀਂ ਸੀ ਕੰਪਿਊਟਰ ਹੱਥ ਨਾਲ ਲਿਖਦੇ, ਹੁਣ ਕੰਪਿਊਟਰ ਨਾਲ ਲਿਖਿਆ ਜਾਂਦਾ। ਤੇ ਲਿਬਰਲ ਐਜੂਕੇਸ਼ਨ ਦੀ ਇੰਪੋਰਟੈਂਸ ਸਦਾ ਹੀ ਬਣੀ ਰਹਿੰਦੀ ਹੈ। ਇਸ ਕਰਕੇ ਹਰ ਕੰਪੋਨੈਂਟ ਦੇ ਵਿੱਚ ਲਿਬਰਲ ਐਜੂਕੇਸ਼ਨ ਦਾ ਕਨਸੈਪਟ ਆ ਜਿਹੜਾ ਉਹ ਇਲੈਬੋਰੇਟ ਹੁੰਦਾ। ਇਹ ਸੋਸਾਇਟੀ ਦੈਟ ਹੈਜ਼ ਲੋਸਟ ਇਟਸ ਟੀਚਰਸ ਇਜ਼ ਅ ਡੈਡ। ਜਿਹੜੀ ਇਹਨੇ ਲਾਸਟ ਲਿਖਿਆ ਸੀ, ਕਹਿੰਦਾ ਜਿਹੜਾ ਸਮਾਜ ਟੀਚਰ ਗਵਾ ਬੈਠੂਗਾ ਨਾ, ਜਿਹਦੇ ਹੋਣਗੇ ਨਹੀਂ, ਉਹ ਸੋਸਾਇਟੀ ਡੈਡ ਹੋਊਗੀ। ਜਿੱਥੇ ਟੀਚਰ ਕਹਿੰਦਾ ਲਾਰਡ ਬਾਦਸ਼ਾਹ ਵਰਗੇ ਨਹੀਂ ਹੋਣਗੇ, ਉਹ ਹਰ ਡਿਸਿਪਲਿਨ ਤੇ 4 'ਚ 5 'ਚ 7 'ਚ ਇੱਕ ਨਵੀਂ ਨੌਲੇਜ ਨੂੰ ਟਰਾਂਸਫਰ ਕਰਨ ਦੇ। ਕਹਿੰਦਾ ਇਹ ਸਰਚ ਫਾਰ ਨਿਊ ਜਟੋਪੀਅਨ ਆਊਟਲੁੱਕ, ਕਿਉਂਕਿ ਬਿਯੋਂਡ ਨੌਲੇਜ ਜਦੋਂ ਤੁਸੀਂ ਜਾਣਦੇ ਹੋ, ਬਿਯੋਂਡ ਬਾਉਂਡਰੀ ਜਾਣਦੇ ਹੋ, ਹਰ ਥਾਂ ਤੇ ਕੋਈ ਨਾ ਕੋਈ ਜਟੋਪੀਅਨ ਪਿਆ ਹੁੰਦਾ। ਚਾਹੇ ਉਹ ਗ੍ਰੈਮਸ਼ੀ ਤੋਂ ਲਿਖਾ ਗਿਆ, ਈਵਨ ਕਰਲ ਮਾਰਕਸ ਨੂੰ ਕਿਸੇ ਨੇ ਪੁੱਛਿਆ ਇੰਨੇ ਤੂੰ ਜ਼ਿੰਦਗੀ ਗਾਲ ਕੇ ਕਰ ਰਿਹਾ, ਉਹ ਕਹਿੰਦਾ ਹਮੇਸ਼ਾ ਹੀ ਮੇਰੇ ਅੰਦਰ ਇੱਕ ਡਰੀਮ ਨਹੀਂ ਮਰਿਆ, ਕਦੇ ਕਦੇ ਜਟੋਪੀਅਨ ਆਊਟਲੁੱਕ ਨਹੀਂ। ਜਿਹੜੇ ਪ੍ਰੋਫੈਸਰਸ ਹੁੰਦੇ ਆ ਉਹ ਆਪਣੀ ਨੌਲੇਜ ਤੇ ਪ੍ਰੋਫੈਸ ਕਰਦੇ ਆ, ਉਹਨਾਂ ਨੂੰ ਲੱਗਦਾ ਵੀ ਯਾਰ ਧਰਤੀ ਬਦਲੂਗੀ, ਵੀ ਕੈਨ ਡੂ ਦੈਟ ਟਾਈਪ ਆਫ ਥਿੰਗ, ਕਿਉਂਕਿ ਦੇ ਹੈਵ ਨੌਲੇਜ। ਉਹ ਤਾਂਹੀਓ ਉਦੋਂ ਕਿਸੇ ਲੈਵਲ ਤੇ ਜਦੋਂ ਇਹਦੀ ਫਰੇਮਿੰਗ ਕੀਤੀ ਗਈ ਆ, ਉਹਨਾਂ ਦੇ ਆਊਟਲੁੱਕ ਦੇ ਪੱਧਰ ਤੇ ਉਹਨੂੰ ਟਰਾਂਸਫਰ ਕੀਤਾ ਗਿਆ। ਸੰਧੂ ਸਾਹਿਬ ਦੱਸ ਦਿਓ ਜਦੋਂ ਬਸ। ਹਾਂਜੀ ਠੀਕ ਹੈ। ਬਾਕੀ ਹੈਗੀਆਂ ਜਿਹੜੇ ਆਸਪੈਕਟ ਸਾਡੇ ਨਾਲ ਮਲਟੀ ਡਿਸਿਪਲਿਨ ਜਦੋਂ ਨੌਲੇਜ ਆਉਂਦੀ ਹੈ, ਜਿਵੇਂ ਹਾਇਰ ਐਜੂਕੇਸ਼ਨ ਆ, ਜਿੰਨੀ ਅਸੀਂ ਐਕਸਪੈਂਸ਼ਨ ਕਰ ਲਏ ਉਹਨੇ ਮੈਡੀਓਕ੍ਰਿਟੀ ਆਈ ਆ, ਉਹਨੇ ਕੀ ਪ੍ਰੋਬਲਮਾਂ ਜਨਰੇਟ ਕੀਤੀਆਂ। ਹਾਇਰ ਐਜੂਕੇਸ਼ਨ ਦਾ ਬਹੁਤ ਕੋਰਿਲੇਸ਼ਨ ਹੁੰਦਾ ਇਕਨੋਮਿਕ ਡਿਵੈਲਪਮੈਂਟ ਨਾਲ। ਇਕਨੋਮਿਕ ਟਰਾਂਸਫਰ 24 ਘੰਟੇ ਇਕਨੋਮਿਕਸ ਬਾਰੇ ਸੋਚਣਾ। ਸਭ ਤੋਂ ਖੁਸ਼ ਆਦਮੀ ਉਹ ਹੁੰਦਾ ਜਿਹਦੇ 'ਚ ਨਾਨ ਇਕਨੋਮਿਕ ਟੈਂਡੈਂਸੀਜ਼ ਵੱਧ ਹੁੰਦੀਆਂ। ਦਿਸ ਇਜ਼ ਰਿਟਨ ਬਾਏ ਬਰੂਦੀਓ ਐਂਡ ਸੋਸ਼ਲੋਜਿਸਟ ਪਲੱਸ ਆਈਡੀ ਆਫ ਯੂਨੀਵਰਸਿਟੀ 'ਚ। ਅਸੀਂ 24 ਘੰਟੇ ਇਨ ਇਕਨੋਮਿਕਸ ਸੋਚਦੇ ਹਾਂ, ਕਿਉਂਕਿ ਇਕਨੋਮਿਕਸ ਆ ਜਿਹੜੀ ਉਹ ਇੰਨੀ ਕੈਲਕੂਲੇਟ ਕਰਵਾਉਂਦੀ ਆ। ਬਿਯੋਂਡ ਇਹ ਕਹਿੰਦਾ ਵੀ ਕਿਸ ਲੈਵਲ ਤੇ ਅਸੀਂ ਹਾਇਰ ਐਜੂਕੇਸ਼ਨ ਨੂੰ ਸੋਸਾਇਟੀ ਦੀ ਇਕਨੋਮਿਕ ਫਰੇਮਿੰਗ ਹੁੰਦੀ ਆ। ਇਕੁਅਲ ਡਿਸਟ੍ਰੀਬਿਊਸ਼ਨ ਜਦੋਂ ਹੁੰਦੀ ਆ ਤਾਂ ਉਹਦੇ ਨਾਲ ਇਕੁਅਲ ਹੈਪੀਨੈਸ ਹੁੰਦੀ ਆ। ਜੇ ਅਨਇਕੁਅਲ ਡਿਸਟ੍ਰੀਬਿਊਸ਼ਨ ਆ ਤਾਂ ਉਹਦੇ 'ਚ ਹੈਪੀਨੈਸ ਵੀ ਅਨਇਕੁਅਲ ਦੇ ਵਿੱਚ ਕਨਵਰਟ ਹੋ ਜਾਂਦਾ। ਇੱਕ ਹੁੰਦੀਆਂ ਮੈਥਸ ਬਣੀਆਂ ਹੁੰਦੀਆਂ ਨੇ ਹਾਇਰ ਐਜੂਕੇਸ਼ਨ ਵਿੱਚ, ਕਈ ਉਹ ਮੈਥਸ ਨੇ ਓਲਡ ਨੇ ਨਿਊ ਨੇ। ਜਿਵੇਂ ਸਾਡੇ ਇੱਕ ਕਿਤਾਬ ਸੀ ਦੁਨਹਮ ਨੇ ਲਿਖੀ ਸੀ, ਮੈਨ ਅਗੇਨਸਟ ਮੈਥਸ। ਜਿਹੜੀਆਂ ਮੈਥ ਹੁੰਦੀਆਂ ਨਾ, ਧਾਰਨਾਵਾਂ ਵੀ ਜੀ ਗੋਰੇ ਬੜੇ ਇੰਟੈਲੀਜੈਂਟ ਹੁੰਦੇ, ਕਾਲੇ ਤਾਂ ਐਵੇਂ ਹੁੰਦੇ ਨੇ, ਪੰਜਾਬੀ ਬੜੇ ਬਹਾਦਰ ਹੁੰਦੇ ਆ, ਹਿੰਦੂ ਬਿਲਟ ਵਾਲੇ ਤਾਂ ਐਵੇਂ ਹੁੰਦੇ ਨੇ, ਫਲਾਨੀ ਲੈਂਗੁਏਜ ਵਾਲੇ ਬਹੁਤ ਗਿਆਨਵਾਨ ਹੁੰਦੇ ਆ ਦੂਜੇ। ਆਲ ਦੀਜ਼ ਆਰ ਦੀ ਰੋਂਗ ਮੈਥਸ। ਹਰ ਕਲਚਰ 'ਚ, ਹਰ ਰਿਲੀਜਨ 'ਚ, ਹਰ ਏਰੀਏ 'ਚ ਆਪਣੇ ਕਿਸਮ ਦੀ ਜਿਹੜੇ ਇੰਟੈਲੈਕਟ ਹੁੰਦਾ। ਕਈ ਕਹਿਣਗੇ ਜੀ ਮੇਲ ਬੜੇ ਇਸ ਲੈਵਲ ਦੇ ਹੁੰਦੀਆਂ, ਫੀਮੇਲ ਬੜੀਆਂ ਇੰਟੈਲੀਜੈਂਟ ਹੁੰਦੀਆਂ ਨੇ। ਇਸ ਕਰਕੇ ਉਹ ਇੱਕ ਡਿਕੋਟਮੀ ਬਣਾ ਦੀ। ਆਲ ਦੀਜ਼ ਆਰ ਦੀ ਰੋਂਗ ਕੌਨਸੈਪਟ, ਦੇਰ ਇਜ਼ ਨੋ ਬੇਸਿਸ। ਇਹਦੇ ਤੇ ਉਹਨੇ ਇੱਕ ਕੰਮ ਕੀਤਾ ਸੀ ਹਾਇਰ ਐਜੂਕੇਸ਼ਨ 'ਚ ਕਿ ਅਸੀਂ ਜਿਹੜੀਆਂ ਮੈਥਸ ਬਣਾ ਦਿੰਦੇ ਹਾਂ, ਵਾਇਸਿਸ ਬਣਾ ਲੈਂਦੇ ਹਾਂ, ਉਹ ਸਾਡੀ ਆਪਣੀ ਨੋਰਮਲ ਡਿਵੈਲਪਮੈਂਟ ਦੇ ਰਾਹ 'ਚ ਹਾਰਡਲਸ ਕਿਵੇਂ ਆ, ਸਾਡੀ ਸਾਰੇ ਕੰਮ 'ਚ ਰਿਫਲੈਕਟ ਹੋਣਗੀਆਂ। ਉਹ ਮੈਥ ਜਿਹੜੀਆਂ ਨੇ ਉਹ ਕੀ ਹੁੰਦੀ ਹੈ, ਐਂਡ ਰਿਜ਼ਲਟ ਉਹ ਮੈਥ ਕਿਹਦੇ ਹੋ ਜਾਂਦੀ ਆ, ਮੈਨ ਦੇ ਅਗੇਨਸਟ ਹੋ ਜਾਂਦੀ ਹੈ। ਬਣੀ ਹੋਈ ਮੈਥ ਆ ਜਿਹੜੀ ਲੌਜੀਕਲੀ ਸੋਚੋਗੇ ਉਹਦੇ ਲੌਜਿਕ ਘੱਟ ਹੋ ਸਕਦੇ ਆ, ਵੱਧ ਹੋ ਸਕਦੇ ਆ। ਕੋਈ ਬਹੁਤ ਹੀ ਬੈਕਵਰਡ ਏਰੀਏ 'ਚੋਂ ਆਇਆ ਹੋ ਸਕਦਾ, ਉਹਨੂੰ ਕੱਪੜੇ ਮੇਰੇ ਵਰਗੇ ਨੂੰ ਨਹੀਂ ਪਾਉਣੇ ਆਉਂਦੇ। ਕੋਈ ਬਹੁਤ ਹੀ ਫਾਰਵਰਡ ਪਟਿਆਲੇ 'ਚੋਂ ਆਇਆ ਹੋ ਸਕਦਾ, ਉਹਨੂੰ ਬਹੁਤ ਸੋਹਣੇ ਢੰਗ ਨਾਲ ਰਹਿਣਾ ਆ ਸਕਦਾ। ਕੋਈ ਦਿੱਲੀ ਵਾਲਾ ਆਇਆ ਹੋ ਸਕਦਾ, ਉਹਨੂੰ ਅਲੱਗ ਰੂਪ 'ਚ ਰਹਿਣਾ ਪੈ ਸਕਦਾ। ਅਸੀਂ ਕਈ ਵਾਰੀ ਵਾਇਸਿਸ ਬਣਾ ਲੈਂਦੇ ਹਾਂ, ਠੀਕ ਹੈ, ਉਹਦੀ ਕਲਚਰਲ ਲੈਵਲ 'ਤੇ, ਲੈਂਗੁਏਜ ਦੇ ਲੈਵਲ 'ਤੇ, ਹੋਰ ਲੈਵਲ 'ਤੇ। ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਮੈਥਸ ਬਣੀਆਂ 12 ਚੈਪਟਰਾਂ ਦੇ ਵਿੱਚ ਉਹਨੇ ਡਿਵਾਈਡ ਕਰਕੇ ਕੰਮ ਕੀਤਾ ਸੀ। ਮੇਲ ਤੇ ਨਾਲੋਂ ਮੇਲ ਆ ਜਿਹੜਾ ਫੀਮੇਲ ਨਾਲੋਂ ਕਿਵੇਂ ਸੁਪੀਰੀਅਰ ਜਾਂ ਇਨਫੀਰੀਅਰ ਹੁੰਦਾ, ਬਲੈਕਸ ਨਾਲੋਂ ਵਾਈਟਸ ਦਾ ਕੀ ਡਿਫਰੈਂਸ ਹੁੰਦਾ, ਤੇ ਜਿਹੜੇ ਵਾਈਟਸ ਨੇ ਉਹ ਇੰਟੈਲੀਜੈਂਟ ਹੁੰਦੇ ਆ, ਬਲੈਕਸ ਨਹੀਂ ਹੁੰਦੇ। ਉਹਨੇ ਬਹੁਤ ਰਿਸਰਚ 1949 'ਚ ਕੀਤੀ ਸੀ, ਟੌਪ ਦੀ ਰਿਸਰਚ ਆ।
ਕਿ ਜਿਹੜੀਆਂ ਮੈਥਸ ਨੇ ਆਲ ਮੈਥਸ ਆਰ ਰੋਂਗ। ਜਦੋਂ ਤੁਸੀਂ ਲੌਜੀਕਲੀ ਦੇਖੋਗੇ ਇਹ ਚੀਜ਼ ਡਿਵੈਲਪ ਗਈ, ਇਟ ਇਜ਼ ਦੀ ਪਾਰਟ ਆਫ ਯੂਨੀਵਰਸਿਟੀ ਐਂਡ ਦੀ ਰਿਸਰਚ ਏਰੀਆ। ਅੱਗੇ ਸੀ ਯੂਨੀਵਰਸਿਟੀਜ਼ ਐਂਡ ਲੈਂਗੁਏਜ ਕੁਐਸਚਨ, ਬਹੁਤ ਵੱਡਾ ਹੁੰਦਾ। ਲੈਂਗੁਏਜ ਕੁਐਸਚਨ ਆਲਵੇਜ਼ ਪ੍ਰੋਬਲਮੈਟਿਕ ਬਣੇ ਰਹੇ ਆ, ਕਿਉਂਕਿ ਤੁਸੀਂ ਲੈਂਗੁਏਜ ਨੂੰ ਕਿਸ ਲੈਵਲ ਤੇ ਜਿੰਨੇ, ਕਿਉਂਕਿ ਲੈਂਗੁਏਜ ਕਲਾਸ ਬੇਸਡ ਵੀ ਬਣ ਜਾਂਦੀ ਹੈ। ਗਰੀਬ ਬੱਚਾ ਆਉਂਦਾ ਧਰਤੀ ਤੇ ਪੜ੍ਹਦਾ ਕਰਦਾ, ਉਹਦੇ ਕੋਲੇ ਆਪਣੀ ਲੈਂਗੁਏਜ, ਉਹਨੂੰ ਕੰਸਟਰਕਟ ਕਰਨਾ ਹੁੰਦਾ, ਡਿਵੈਲਪ ਕਰਨਾ, ਉਹਨੂੰ ਥੋੜ੍ਹੀ ਜਿਹੀ ਸਕਿੱਲ ਡਿਵੈਲਪ ਕਰਦੇ, ਹੌਲੀ ਹੌਲੀ ਸਿੱਖ ਜਾਂਦੇ। ਅਸੀਂ ਸੁਪੀਰੀਅਰ ਤੇ ਇਨਫੀਰੀਅਰ ਬਣਾ ਲਈ, ਫੰਕਸ਼ਨਿੰਗ ਲੈਂਗੁਏਜ ਨੂੰ ਹੀ ਅਸੀਂ ਸੁਪੀਰੀਅਰ ਲੈਂਗੁਏਜ ਬਣਾ ਲਈ। ਉਹਨੂੰ ਫੰਕਸ਼ਨਿੰਗ ਘੱਟ ਆ ਸਕਦੀ ਆ, ਉਹਨੂੰ ਬੋਲਣ ਦੀ ਘੱਟ ਆ ਸਕਦੀ ਆ, ਪਰ ਉਹਦੇ 'ਚ ਲੈਵਲ 'ਤੇ ਤੁਸੀਂ ਉਹਦੀ ਆਊਟਲੁੱਕ, ਉਹਦੇ ਕਿਸ ਲੈਵਲ 'ਤੇ ਲੈਂਗੁਏਜ ਦੀਆਂ ਪ੍ਰੋਬਲਮ। ਅੱਗੇ ਹੈਗੀ ਆ ਅਕੈਡਮਿਕ ਫਰੀਡਮ। ਅਕੈਡਮਿਕ ਫਰੀਡਮ ਦਾ ਹਮੇਸ਼ਾ ਹੀ ਮਸਲਾ ਰਹਿੰਦਾ, ਜਿਹਦੇ ਆਈਡੀਆ ਹੋਣਗੇ ਉਹ ਕਿਸੇ ਨਾਲ ਜਾ ਚੀਜ਼ ਨਾਲ ਟਕਰਾਉਣਗੇ। ਜੇ ਆਈਡੀਆ ਹੀ ਨਹੀਂ, ਬੰਦਾ ਆਉਂਦਾ ਆਰਾਮ, ਇੱਕੋ ਤਾਂ ਚੀਜ਼ ਹੁੰਦੀ ਹੈ ਬੰਦੇ ਕੋਲੇ ਬਚੀ ਖਚੀ, ਉਹਦੀ ਆਈਡੀਆ ਹੁੰਦੇ, ਉਹਨੂੰ ਵਿੰਗੇ ਚਲਾ ਲਵੇ, ਸਿੱਧੇ ਚਲਾ ਲਵੇ, ਕਿਵੇਂ ਚਲਾ ਲਵੇ। ਆਈਡੀਆਜ਼ ਆਰ ਮੋਰ ਇੰਪੋਰਟੈਂਟ। ਜੇ ਆਈਡੀਆ ਨਹੀਂ ਤਾਂ ਉਹਦੀ ਅਕੈਡਮਿਕ ਫਰੀਡਮ ਕੋਈ ਨਹੀਂ, ਉਹ ਲੈਂਦਾ ਹੀ ਨਹੀਂਗਾ। ਜਿਹਦੇ ਕੋਈ ਨਾ ਕੋਈ ਆਈਡੀਆਜ਼ ਹੋਣਗੇ ਉਹੀ ਅਕੈਡਮਿਕ ਫਰੀਡਮ ਦੀ ਮੰਗ। ਜਿਹਦੇ ਆਈਡੀਆਜ਼ ਖਤਮ ਹੋ ਗਏ ਤਾਂ ਉਹ ਅਕੈਡਮਿਕ ਫਰੀਡਮ ਦੀ ਡਿਮਾਂਡ ਉਵੇਂ ਕਰੂਗੀ। ਅੱਗੇ ਹੈਗੀਆਂ, ਮੈਂ ਫਾਊਂਡੇਸ਼ਨ ਆਫ ਯੂਨੀਵਰਸਿਟੀਜ਼ ਕਾਫੀ ਦੱਸਦੀਆਂ ਨੇ। ਯੂਨੀਵਰਸਿਟੀ ਦੇ ਵਿੱਚ ਜਿਵੇਂ ਸਾਇੰਸ ਐਜੂਕੇਸ਼ਨ ਦੇ ਕੌਨਸੈਪਟ ਦੇ ਬਾਰੇ 'ਚ ਬਹੁਤ ਡਿਬੇਟਾਂ ਨੇ, ਇਹਦੇ 'ਚ ਬਹਿਸ ਨੇ। ਜਿਵੇਂ ਇਹ ਨਵੇਂ ਵਾਈਸ ਚਾਂਸਲਰ ਆਏ ਨੇ, ਮੈਨੂੰ ਇੱਕ ਪੁੱਛਣ ਲੱਗਾ ਵੀ ਕੁਲਦੀਪ ਸਿੰਘ ਤੇਰੇ ਵੀ ਨੇੜੇ ਨੇ। ਮੈਂ ਕਿਹਾ ਯਾਰ ਇੰਨੇ ਕੁ ਨੇੜੇ ਆ, ਇੱਕ ਸੈਮੀਨਾਰ ਇਕੱਠਾ ਕੀਤਾ ਸੀ ਆਈਸਰ ਦੇ ਵਿੱਚ ਹੁੰਦੇ ਸੀ। ਇਹਨਾਂ ਨੂੰ ਕਿਸੇ ਨੇ ਪੈਸੇ ਦਿੱਤੇ ਅਤੇ ਉਹ ਯੂਨੀਵਰਸਿਟੀ ਸੀਗੀ ਪ੍ਰੇਮ ਜੀ ਅਜ਼ੀਮ ਜੀ ਯੂਨੀਵਰਸਿਟੀ। ਮੈਂ ਆਰਟੀਕਲ ਇੱਕ ਦੋ ਲਿਖਦਾ ਲੁਖਦਾ ਰਹਿੰਦਾ ਸੀ। ਉਹ ਅਜ਼ੀਮ ਪ੍ਰੇਮ ਜੀ ਜਿਹੜੀ ਯੂਨੀਵਰਸਿਟੀ ਸੀ, ਉਹਨਾਂ ਨੂੰ ਇਹਨੇ ਅਰਵਿੰਦ ਹੋਣਾ ਨੇ ਇਹ ਕਹਿ ਤਾ, ਪ੍ਰੋਫੈਸਰ ਸਾਹਿਬ ਨੇ, ਵੀ ਤੁਸੀਂ ਇੱਕ ਕੰਮ ਕਰੋ, ਜੇ ਉੱਥੇ ਪੰਜਾਬੀ ਦਾ ਸੈਮੀਨਾਰ ਕਰਾ ਲਓ ਸਾਇੰਸ ਦਾ, ਤਾਂ ਮੈਂ ਤੁਹਾਨੂੰ ਕਰਨ ਦਊ। ਨਹੀਂ ਕਰਨ ਦਊਗਾ ਤਾਂ ਸਾਇੰਸ ਇਨ ਪੰਜਾਬੀ ਕਹਿੰਦੇ ਮੈਂ ਕਰਾਉਣਾ। ਉਹਨਾਂ ਨੇ ਪੈਸੇ ਦਿੱਤੇ, ਮੈਂ ਵੀ ਕਮੇਟੀ ਚਲਿਆ ਗਿਆ। ਇੱਕ ਕੋਆਰਡੀਨੇਟਰ ਸੀ, ਮੈਂ ਕੋ ਕੋਆਰਡੀਨੇਟਰ। ਉੱਥੇ ਮੇਰੀ ਇਹਨਾਂ ਨਾਲ 3 ਕੁ ਦਿਨ 4 ਦਿਨ ਰਹੀ। ਮੈਂ ਕਿਹਾ ਬੜੇ ਇਹ ਨੇ ਉਸ ਪੱਧਰ 'ਤੇ ਮੇਰੀ ਸਾਇੰਸ ਪੰਜਾਬੀ 'ਚ ਕਿਵੇਂ ਪੜ੍ਹਾਈ ਜਾਵੇ ਉਹਦੇ 'ਤੇ ਕੰਮ ਕਰਦੇ ਹਾਂ। ਯੂਨੀਵਰਸਿਟੀ 'ਚ ਤਾਂ ਇੱਕ ਅੱਧੀ ਵਾਰੀ 15-20 ਦਿਨਾਂ ਬਾਅਦ ਮੈਂ ਇੱਕ ਦਿਨ ਬੁਲਾਇਆ ਸੀ, ਕਹਿੰਦੀ ਐਜੂਕੇਸ਼ਨ ਦੇ ਕੀ ਕਰਦੇ ਹੁੰਦੇ। ਮੈਂ ਜੀ ਮੈਂ ਤਾਂ ਇੰਨਾ ਕੁ ਕੰਮ ਕਰਦਾ, ਨਥਿੰਗ ਐਲਸ। ਕਹਿਣ ਦਾ ਭਾਵ ਇਹ ਆ ਕਿ ਜਿਸ ਲੈਵਲ 'ਤੇ ਕੋਈ ਵਰਕਆਊਟ ਕਰਦੇ ਸਾਇੰਸ ਐਂਡ ਐਜੂਕੇਸ਼ਨ 'ਤੇ, ਇਹੋ ਜਿਹੇ ਵਿਅਕਤੀ ਆ ਕੇ ਸਾਇੰਸ ਐਂਡ ਐਜੂਕੇਸ਼ਨ ਨੂੰ ਪਾਪੂਲਰਾਈਜ਼, ਇਹਨਾਂ ਦੇ ਬਹੁਤ ਵੱਡਾ ਕੌਨਸੈਪਟ ਆ ਕਿ ਸਾਇੰਟੀਫਿਕ ਟੈਂਪਰਾਮੈਂਟ ਤੇ ਸਾਇੰਸ ਨੂੰ ਕਿਵੇਂ ਪਾਪੂਲਰਾਈਜ਼ ਕੀਤੇ। ਉਹ ਸਾਰਿਆਂ 'ਚ ਇਹਨਾਂ ਨੇ ਸਾਇੰਸ ਦੇ ਲੈਵਲ 'ਤੇ ਵਰਕਆਊਟ ਕਰਦੇ ਆ। ਅੱਗੇ ਕਿ ਯੂਨੀਵਰਸਿਟੀ ਐਂਡ ਰਿਸਰਚਿਸ ਦਾ ਮਸਲਾ ਕੀ ਹੁੰਦਾ। ਰਿਸਰਚਿਸ ਤਾਂ ਤੁਹਾਨੂੰ ਆਪ ਕੰਸਟਰਕਟ ਕਰਨੇ ਪੈਂਦੇ। ਜਿੱਡਾ ਤੁਹਾਡਾ ਜਵਾਬ ਬੱਚਾ ਰਿਸਰਚਰ ਨੂੰ ਲਾ ਕੇ ਥਿਓਰੈਟੀਕਲ ਫਾਊਂਡੇਸ਼ਨ ਸਟਰੋਂਗ ਕਰ ਦਿਓਗੇ, ਉਨੀ ਉਸ ਲੈਵਲ ਦੇ ਤੁਹਾਡੀ ਰਿਸਰਚ ਦੇ ਪੱਧਰ 'ਤੇ ਚੱਲੀ। ਫਿਰ ਇੱਕ ਇੰਡੀਅਨ ਸਟੂਡੈਂਟਸ ਕਹਿੰਦਾ ਨੂੰ ਅਸੀਂ ਜਿਹੜੇ ਸਾਧੂਸ ਬਣਾਇਆ, ਉਹਦੀ ਥਾਂ 'ਤੇ ਅਸੀਂ ਫਿਲਾਸਫਰ ਡਿਵੈਲਪ ਕਰੀਏ। ਇਹਨੇ ਇੱਕ ਆਰਟੀਕਲ ਲਿਖਿਆ ਸੀ, ਐਡਵ ਸੈਲਸ ਦਾ ਬਹੁਤ ਮਸ਼ਹੂਰ ਆਰਟੀਕਲ ਆ, ਕਿ ਉਹਨੂੰ ਐਜ਼ ਏ ਉਹਨੂੰ ਫਾਲੋਅਰ ਦੀ ਥਾਂ 'ਤੇ ਉਹਨੂੰ ਜੇ ਡਿਸਾਈਪਲ ਵਾਰਸ ਜੇ ਬਣਨਾ ਤਾਂ ਉਹਨੂੰ ਕ੍ਰਿਟੀਕਲ ਬਣੇ, ਕਿ ਕਿਸ ਲੈਵਲ ਦੇ ਕ੍ਰਿਟੀਕਲ ਲੈਵਲ 'ਤੇ ਯਾਦ ਆ। ਮੈਨੂੰ ਯਾਦ ਆ 2 ਦੁਨੀਆ ਦੇ ਵੱਡੇ ਫਿਲਾਸਫਰ ਹੋਏ ਨੇ। ਇੱਕ ਦਾ ਨਾਂ ਲਿਟਰੇਚਰ 'ਚ ਜਿਹਨੇ ਹਿਸਟਰੀ ਐਂਡ ਕਲਾਸ ਕੌਨਸ਼ੀਅਸ ਨੇ ਲਿਖੀ ਹੈ, ਸੰਧੂ ਸਾਹਿਬ। ਉਹ ਤੁਹਾਡਾ ਸੀ ਹੰਗਰੀ ਦਾ ਫਿਲਾਸਫਰ ਸੀਗਾ, ਮੈਨੂੰ ਜੌਨ ਲੁਕਾਚ ਦਾ ਇੱਕ ਸਟੂਡੈਂਟ ਸੀ, ਇਸ਼ਤਵਾਨ ਮੈਸਾਰੋਜ਼। ਕਦੇ ਨੈਟ ਤੇ ਪੜ੍ਹ ਕੇ ਦੇਖ ਲਿਓ। ਇਸ਼ਤਵਾਨ ਮੈਸਾਰੋਜ਼ ਉਹਦਾ ਸਟੂਡੈਂਟ ਸੀ, ਉਹਦਾ ਕੰਮ ਸੀ PhD ਦਾ ਥਿਊਰੀ ਆਫ ਐਲੀਨੇਸ਼ਨ ਤੇ। ਐਲੀਨੇਸ਼ਨ ਦੇ ਬਹੁਤ ਵੱਡਾ ਕੰਮ ਇੱਕੋ ਬੰਦੇ ਦਾ, ਪਹਿਲਾਂ ਕਾਰਲ ਮਾਰਕਸ ਤੋਂ ਬਾਅਦ ਇਸ਼ਤਵਾਨ ਮੈਸਾਰੋਜ਼ ਦਾ। ਉਹ ਕਹਿੰਦਾ ਐਲੀਨੇਸ਼ਨ ਤਾਂ ਆਉਂਦੀ ਹੈ ਜਦੋਂ ਕਿਸੇ ਵੀ ਫੰਕਸ਼ਨਿੰਗ ਦੇ ਨਾਲੋਂ ਅਸੀਂ ਟੁੱਟ ਜਾਂਦੇ ਹਾਂ, ਕੰਮ ਨਹੀਂ ਕਰਦੇ, ਕੰਮ ਦੇ ਨਾਲ ਅਟੈਚ ਨਹੀਂ ਹੁੰਦੇ। ਜਾਰਜ ਲੁਕਾਸ ਦੀ ਕਿਤਾਬ ਸੀ, ਬਹੁਤ ਮਸ਼ਹੂਰ, ਲਿਟਰੇਚਰ 'ਚ ਪੜ੍ਹਾਉਂਦੇ ਨੇ, ਹਿਸਟਰੀ ਐਂਡ ਕਲਾਸ ਕੌਨਸ਼ੀਅਸਨੈਸ। ਉਹਦਾ ਉਹਨੇ ਕ੍ਰਿਟਿਸਿਜ਼ਮ ਕੀਤਾ ਜੀ, ਉਹਦੇ ਸਟੂਡੈਂਟ ਸੀ। ਉਹ ਕ੍ਰਿਟਿਸਿਜ਼ਮ ਕਿਵੇਂ ਕੀਤਾ ਸੀ? ਉਹ ਕਹਿੰਦੇ ਵੀ ਜਿਹੜੀਆਂ ਤੁਸੀਂ ਸੈਂਟਰਲ ਇਹਦੀਆਂ ਕੋਰਸ ਨੇ, ਹਿਸਟਰੀ ਇਉਂ ਚੱਲੂ ਤੇ ਕਲਾਸ ਕੌਨਸ਼ੀਅਸਨੈਸ ਇਉਂ ਬਣੂ, ਉਹਦਾ ਕੋਰਿਲੇਸ਼ਨ ਰੋਂਗ ਸਾਬਤ ਹੋ ਗਿਆ। ਉਹਨਾਂ ਨੇ ਬਹੁਤ ਜ਼ਿਆਦਾ ਉਹਦੇ 'ਚ ਲਿਖਿਆ, ਉਹਦੀ ਲਾਈਨ, ਟ੍ਰੈਜਡੀ ਆਫ ਜਾਰਜ ਲੁਕਾਸ ਬਾਏ ਇਸ਼ਤਵਾਨ ਮੈਸਾਰੋਸ। ਉਹ ਕਹਿੰਦਾ ਟ੍ਰੈਜਡੀ ਆ ਵੀ ਤੁਸੀਂ ਇਹ ਚੀਜ਼ ਨੂੰ ਸਮਝ ਨਹੀਂ ਸਕੇ, ਵੀ ਤੁਹਾਡੀ ਇਹ ਰਾਈਟਿੰਗ ਦੀ ਟ੍ਰੈਜਡੀ ਆ। ਨੌਲੇਜ ਆਉਂਦੀ ਆ, ਕੋਈ ਕਿਸੇ ਰੂਪ ਤੇ ਰੋਕਦਾ। ਨਵੀਂ ਜਦੋਂ ਮਟੀਰੀਅਲ ਚੇਂਜਸ ਹੋ ਜਾਂਦੀਆਂ ਤਾਂ ਨੌਲੇਜ ਗਾਂ ਗੇਨ ਕਰਕੇ ਵੱਖਰੇ ਰੂਪ 'ਚ ਉਹਦੇ 'ਚ ਆਸਪੈਕਟ ਤੇ ਜਾਂਦੀ ਹੈ।
ਇੱਕ ਹੈਗਾ ਜਿਹੜੇ 2 ਪੁਆਇੰਟ ਕਹਿ ਕੇ ਮੈਂ ਆਪਣੀ ਗੱਲ, ਜੇ ਕੋਈ ਸਵਾਲ ਹੋਇਆ ਤਾਂ ਪੁੱਛ ਸਕਦੇ ਹੋ। ਪਰਮਾਨੈਂਟ ਕ੍ਰਾਈਸਿਸ ਇਨ ਹਾਇਰ ਐਜੂਕੇਸ਼ਨ ਸਿਸਟਮ, ਵੀ ਕਿਉਂ ਇਹਦਾ ਪਰਮਾਨੈਂਟ ਕ੍ਰਾਈਸਿਸ ਬਣ ਗਿਆ। ਪ੍ਰੋਬਲਮਸ ਆਫ ਆਵਰ ਯੂਨੀਵਰਸਿਟੀਜ਼, ਇੰਡੀਅਨ ਕੇਸ ਆ ਜਿਹੜਾ ਹਾਇਰ ਐਜੂਕੇਸ਼ਨ ਐਂਡ ਮਾਡਰਨਾਈਜੇਸ਼ਨ, ਇਹਦੇ ਨਾਲ ਕੀ ਪ੍ਰੋਬਲਮਾਂ ਖੜੀਆਂ ਹੋ ਗਈਆਂ। ਉਹ ਤੋਂ ਬਾਅਦ ਮੈਂ ਜਿਹੜੇ ਸੰਧੂ ਸਾਹਿਬ ਤਾਂ ਮੇਰੀ ਇੱਕ ਗੱਲਬਾਤ ਤੋਂ ਕਹਿ ਕੇ ਵੀ ਉਹਦੇ 'ਚ ਪਾਲਿਸੀ ਕੱਢੀ ਹੈ, ਮੈਂ ਤਾਂ ਪਾਲਿਸੀ ਤੇ ਬੜਾ ਟੇਢਾ ਵਿੰਗਾ ਲੈ ਕੇ ਆਇਆ। ਇਸ ਕਰਕੇ ਵੀ ਉਹਦੇ ਬਾਰੇ ਮੈਂ 2 ਗੱਲਾਂ ਕਰ ਦੂੰ। ਇਹਦੇ 'ਚ ਹੈਗਾ ਜਿਹੜਾ ਖਾਸ ਕਰਕੇ ਪਰਮਾਨੈਂਟ ਕ੍ਰਾਈਸਿਸ ਇਨ ਇੰਡੀਅਨ ਹਾਇਰ ਐਜੂਕੇਸ਼ਨ ਸਿਸਟਮ। ਦੂਜਾ ਹੈਗਾ ਪ੍ਰੋਬਲਮ ਯੂਨੀਵਰਸਿਟੀ ਰਿਫਾਰਮ। ਯੂਨੀਵਰਸਿਟੀ ਜਾਣੀ ਜਾਂਦੀ ਹੈ ਟੀਚਰਾਂ ਦੇ ਨਾਂ 'ਤੇ, ਜਿਸ ਲੈਵਲ ਦੇ ਟੀਚਰ ਹੋਣਗੇ ਉਵੇਂ ਯੂਨੀਵਰਸਿਟੀ ਜਾਣੀ। ਕੋਈ ਸਟੇਟ ਦਾ ਕੋਈ ਐਡਾ ਨਹੀਂ, ਜਿੱਦਾਂ ਯੂਨੀਵਰਸਿਟੀ ਦੇ ਟੀਚਰ ਨੂੰ ਉਹ ਡਾਊਨ ਹੋ ਗਿਆ ਜਾਂ ਉਹਨੂੰ 2 ਫਰੰਟਾਂ 'ਤੇ ਲੜਨਾ ਹੁੰਦਾ, ਸਟੇਟ ਨਾਲ ਵੀ ਲੜਨਾ ਹੁੰਦਾ, ਉਹਨੇ ਇੰਸਟੀਟਿਊਸ਼ਨ ਦੇ ਲੈਵਲ 'ਤੇ ਵੀ ਲੜਨਾ ਹੁੰਦਾ, ਉਹਦੀ ਵੈਲਿਊ ਸੁਸਾਇਟੀ ਦੇ ਤੌਰ 'ਤੇ ਬਣਨੀ, ਉਹ ਯਾਦ ਰੱਖਿਆ ਜਾਂਦਾ। ਯੂਨੀਵਰਸਿਟੀ ਦਾ ਵੱਡਾ ਕ੍ਰਾਈਸਿਸ ਆ ਕਿ ਪਿਛਲੇ ਸਮਿਆਂ 'ਚ ਯੂਨੀਵਰਸਿਟੀਆਂ ਦੇ ਲੈਵਲ 'ਤੇ ਜਿਹੜੀ ਆ, ਕਿਉਂਕਿ ਇੰਨੀ ਵੱਧਰ 'ਤੇ, ਕਿਉਂਕਿ ਉਹ ਮੈਂ ਲੰਬੀ ਕਹਾਣੀ ਨਹੀਂ ਜਾਣਾ ਚਾਹੁੰਦਾ, ਬਿਰਲਾ ਅੰਬਾਨੀ ਰਿਪੋਰਟ ਆਈ, ਹੋਰ ਆਈ ਨਵੀਆਂ, ਜਿਵੇਂ ਨਵੀਂ ਐਜੂਕੇਸ਼ਨ ਪਾਲਿਸੀਜ਼, ਫਿਲੈਂਥਰੋਪਿਸਟ, ਪਾਰਟੀਸਪੇਸ਼ਨ ਵਿਦ ਦੀ ਸਟੇਟ, ਇਸ ਕਿਸਮ ਦਾ ਨਵਾਂ ਪ੍ਰੋਜੈਕਟ ਆ। ਰਿਸਰਚ ਦੇ ਲੈਵਲ 'ਤੇ ਜਦੋਂ ਚੀਜ਼ਾਂ ਡਿਕਲਾਈਨ ਕਰਨ ਲੱਗੀਆਂ, ਸਟੇਟ ਵਿਦਡਰਾ ਕਰਨ ਲੱਗੀ, ਉਹਦੇ ਕੋਰਿਲੇਸ਼ਨ ਟੁੱਟਣ ਨਾਲ ਦੂਜੇ ਪਾਸੇ ਹੌਲੀ ਹੌਲੀ ਅਸੀਂ ਚੀਜ਼ਾਂ ਨੂੰ ਕੋਆਪਟ ਕਰਨ ਲੱਗ ਜਾਂਦੇ ਹਾਂ। ਹੌਲੀ ਹੌਲੀ ਤੁਸੀਂ ਗਲਤੀਆਂ ਦੇਖਦੇ ਦੇਖਦੇ ਸਿਮਟਣਾ ਸ਼ੁਰੂ ਕਰ ਦਿਓ ਤਾਂ ਤੁਹਾਨੂੰ ਲੱਗਣ ਲੱਗ ਜਾਂਦਾ ਦ੍ਰਿਸ਼ੀ ਧੁੰਦਲਾ ਜਾਂ ਅੱਖਾਂ ਧੁੰਦਲੀਆਂ। ਸਰਜੀਤ ਪਾਤਰ ਦੀਆਂ ਲਾਈਨਾਂ ਨੇ ਕਿ ਜਿਹੜਾ ਸਾਡੀ ਉਮਰ ਅਜੀਬ ਘੜੀ ਹੈ, ਜਾਣਾ ਕਿਤੇ ਨੇ ਇਹਨੇ, ਐਵੇਂ ਤਿੱਖੀ ਚਾਲ ਪੜੀ ਹੈ, ਨਿੱਕੀਆਂ ਨਿੱਕੀਆਂ ਜਿੱਤਾਂ ਹਾਰਾਂ ਇਹਨੇ ਇਸ ਘੜੀ ਦੀਆਂ ਸੋਈਆਂ, ਮਰ ਚੁੱਕਿਆਂ ਨੇ ਸਾਨੂੰ ਇਸੇ ਰਾਹੇ ਪਾਇਆ, ਇਹ ਵੀ ਕਿਸ ਮਹਿਮ ਚੜੀ ਹੈ, ਸਾਡੀ ਉਮਰ ਅਜੀਬ ਘੜੀ ਹੈ, ਜਾਣਾ ਇਹਨੇ ਕਿਤੇ ਨਹੀਂ, ਐਵੇਂ ਤਿੱਖੀ ਚਾਲ ਫੜੀ ਹੈ। ਅਸੀਂ ਬਹੁਤ ਹੀ ਤੇਜ਼ੀ ਨਾਲ ਇੰਨੀ ਆਉਣਾ ਜਾਣਾ, ਇਹਦਾ ਕ੍ਰਾਈਸਿਸ ਵੱਡਾ ਆਇਆ ਜਦੋਂ ਅਸੀਂ ਪੂਰਾ ਯੂਨੀਵਰਸਿਟੀ ਦੇ ਵਿੱਚ ਆਪਣੇ ਆਪ ਨੂੰ ਇਹਨੇ ਨੌਲੇਜ ਨਾਲ ਅੰਗੇਜ ਨਹੀਂ ਕੀਤਾ, ਨੌਲੇਜ ਨਾਲ ਜੋੜ ਕੇ ਅਸੀਂ ਉਹਨੂੰ ਇੰਟਰੈਕਟ ਨਹੀਂ ਕੀਤਾ। ਉਹਦੇ ਕਰਕੇ ਸਾਡਾ ਕਿਸੇ ਨਾ ਕਿਸੇ ਲੈਵਲ 'ਤੇ ਕ੍ਰਾਈਸਿਸ ਜਾਂ ਇੰਸਟੀਟਿਊਸ਼ਨ ਦਾ ਹੋਇਆ। ਦੂਜਾ ਸਟੇਟ ਦੇ ਲੈਵਲ 'ਤੇ ਆਇਆ, ਪਾਲਿਸੀਆਂ ਦੇ ਲੈਵਲ 'ਤੇ ਆਇਆ, ਡਿਸਮੈਂਟਲਿੰਗ ਦੇ ਲੈਵਲ 'ਤੇ ਆਇਆ। ਹੌਲੀ ਹੌਲੀ ਯੂਨੀਵਰਸਿਟੀਆਂ ਦੀ ਜਿਹੜੀ ਕ੍ਰੈਡੀਬਿਲਿਟੀ ਆ, ਸਭ ਤੋਂ ਵੱਧ ਸਾਨੂੰ ਟੈਨਸ਼ਨ ਹੋਣੀ ਚਾਹੀਦੀ ਜਦੋਂ ਨੈਗੇਟਿਵ ਖਬਰ ਦਿੰਦੇ ਆ ਜਾਂ ਲੱਗਦੀ ਹੈ ਕਿ ਯੂਨੀਵਰਸਿਟੀ ਦੇ ਲੈਵਲ 'ਤੇ ਇਮੇਜ ਕੀ ਬਣਦਾ, ਹਾਊ ਵੀ ਕੈਨ ਕੰਸਟਰਕਟ ਐਂਡ ਡਿਵੈਲਪ ਯੂਨੀਵਰਸਿਟੀ। ਇਹ ਡਿਪੈਂਡ ਕਰਦਾ ਸਾਡੇ 'ਤੇ, ਅਸੀਂ ਉਸ ਨੌਲੇਜ ਦੇ ਨਾਲ ਕਿਸ ਪੱਧਰ 'ਤੇ ਅੰਗੇਜ ਕਰਦੇ ਆ ਜਾਂ ਰਹਿੰਦੇ ਆ। ਇਹਦੇ ਅੰਦਰ ਜਿਹੜੇ ਰਿਫਾਰਮ ਕੀਤੇ ਜਾਂਦੇ ਮਾਡਰਨਾਈਜੇਸ਼ਨ ਦੇ ਲੈਵਲ 'ਤੇ, ਦੁਨੀਆ ਭਰ 'ਚ ਰਿਫਾਰਮ ਹੋਏ ਨੇ, ਪਰ ਇਹਦੇ 'ਚ ਸਾਡੇ ਰਿਫਾਰਮ ਹੁੰਦੇ ਆ, ਸਟੇਟ ਵਿਦਡਰਾ ਕਰਨ ਲੱਗ ਜਾਂਦੀ ਆ। ਹੌਲੀ ਹੌਲੀ ਇਸ ਕਿਸਮ ਦਾ ਸਾਡਾ ਰਜਿਸਟੈਂਸ ਵੀ ਖਤਮ ਹੋ ਜਾਂਦਾ ਉਸ ਰਿਫਾਰਮ 'ਤੇ। ਉਹਦੇ 'ਚ ਜਿਹੜਾ ਐਜੂਕੇਸ਼ਨ ਦੇ ਪੱਧਰ 'ਤੇ ਜਿਹੜੀਆਂ ਇੰਸਟੀਟਿਊਸ਼ਨ ਆ, ਕਿਉਂਕਿ ਬੜਾ ਵੱਡਾ ਇਸ ਯੂਨੀਵਰਸਿਟੀ ਤੋਂ ਲੈ ਕੇ ਕਿਸੇ ਵੀ ਯੂਨੀਵਰਸਿਟੀ ਨੇ, ਜਿਵੇਂ 1962 ਤੋਂ ਲੈ ਕੇ ਨੇ ਲੈਂਗੁਏਜ 'ਤੇ ਕਿੰਨੇ ਕਿਹੜੇ ਏਰੀਏ 'ਚ ਕਿਵੇਂ ਕੰਮ ਕੀਤਾ, ਉਹ ਕਿਤੇ ਵੱਖਰੀ ਕਹਾਣੀ ਆ। ਵੀ ਕੈਨ ਡਿਸਕਸ, ਜਦੋਂ ਹੁਕਮ ਕਰਨਗੇ ਸੰਧੂ ਸਾਹਿਬ ਉਦੋਂ ਕਿਸੇ ਵੇਲੇ ਕੋਈ ਗੱਲ ਕੀਤੀ ਜਾ ਸਕਦੀ ਹੈ। ਹਾਇਰ ਐਜੂਕੇਸ਼ਨ ਦੀ ਪਾਲਿਸੀ 'ਤੇ ਜਿਹੜਾ ਮੈਂ ਥੋੜ੍ਹਾ ਜਿਹਾ, ਜਦੋਂ ਯੂਨੀਵਰਸਿਟੀਆਂ ਦੇ ਲੈਵਲ 'ਤੇ ਪਾਲਿਸੀ ਆਈ ਸੀ, ਅਸੀਂ ਇੱਕ ਇੰਡੀਆ ਲੈਵਲ 'ਤੇ ਗਰੁੱਪ ਬਣਾਇਆ ਸੀ ਉਹਦੀਆਂ, ਕਿ ਹਾਇਰ ਐਜੂਕੇਸ਼ਨ ਦੀਆਂ ਜਿਹੜੀਆਂ ਫੈਸਿਲਿਟੀਜ਼ ਆ ਜਾਂ ਇੰਟੀਗ੍ਰੇਸ਼ਨ, ਇਹਦੇ 3 ਹੁੰਦੇ ਨੇ। ਨੰਬਰ 1 ਟੀਚਿੰਗ ਐਂਡ ਰਿਸਰਚ, ਅਤੇ ਪਬਲਿਕ ਫੰਡਿੰਗ, ਸਟਰੈਂਥਿੰਗ ਦੀ ਕਾਲਜ ਐਂਡ ਦੀ ਸਟੇਟ ਯੂਨੀਵਰਸਿਟੀ। ਜਿੰਨੀ ਯੂਨੀਵਰਸਿਟੀਆਂ ਦੀ ਟੋਟਲ ਆ, ਮੈਂ ਸੈਂਟਰ ਤੇ ਸਟੇਟ ਦੀਆਂ ਦੇਖੀਆਂ, ਉਹਦੇ 'ਚ ਫੋਰਨ % ਇਨਰੋਲਮੈਂਟ ਆ, 1960% ਇਨਰੋਲਡ ਇਨ ਸਟੇਟ ਯੂਨੀਵਰਸਿਟੀ ਐਂਡ ਅਫੀਲੀਏਟਡ ਕਾਲਜ। ਜਿਹੜੀ ਨਵੀਂ ਪਾਲਿਸੀ ਆ ਉਹਦੇ 'ਚ ਬੜਾ ਪ੍ਰੋਬਲਮੈਟਿਕ ਕੁਐਸਚਨ ਆ ਕਿ ਅਫੀਲੀਏਟਡ ਕਾਲਜ ਤੋੜ ਦਿਓ, ਕਿ ਯੂਨੀਵਰਸਿਟੀਆਂ ਆਪੇ ਕਲੈਪਸ ਕਰ ਜਾਣਗੀਆਂ। ਇਸ ਕਰਕੇ ਦਿਸ ਇਜ਼ ਵੈਰੀ ਕ੍ਰਿਟੀਕਲ ਥਿੰਗ। ਸੈਕੰਡ ਹੈਗਾ ਪਬਲਿਕ ਫੰਡਿੰਗ ਯੂਨੀਵਰਸਿਟੀ ਇਜ਼ ਅ ਪਬਲਿਕ ਫੰਡਿੰਗ, ਕਿਉਂਕਿ ਇਹਨੇ ਥੱਲੇ ਵਾਲੇ ਨੂੰ ਪੜ੍ਹਾਉਣਾ ਹੁੰਦਾ, ਇਹਨੇ ਦਲਿਤ ਨੂੰ ਐਜੂਕੇਟ ਕਰਕੇ, ਐਜੂਕੇਸ਼ਨ ਇਨਡਾਇਰੈਕਟ ਵੇ ਨਾਲ, ਇਕਨੋਮਿਕਸ ਵਾਲੇ ਤਾਂ ਹਿਊਮਨ ਕੈਪੀਟਲ ਕਹਿੰਦੇ ਨੇ, ਕਿ ਜਿਹੜੀ ਐਜੂਕੇਸ਼ਨ ਦੇ ਵਿੱਚ ਇਨਡਾਇਰੈਕਟ ਵੇ ਨਾਲ ਅਸੀਂ ਜਦੋਂ ਪੜ੍ਹਾਈ ਕਰਦੇ ਹਾਂ, ਉਹ ਇਨਲਾਈਟਨ ਬ੍ਰੇਨ ਹੋ ਜਾਂਦਾ, ਉਹ ਡਿਵੈਲਪ ਹੋ ਕਰਕੇ ਸੋਸਾਇਟੀ ਨੂੰ ਡਿਵੈਲਪ ਕਰਦਾ। ਉਹ ਤਾਂਹੀਓ ਸੰਭਵ ਹੁੰਦਾ। ਸਾਡੀ ਪੋਟੈਂਸ਼ੀਅਲ ਵਾਲੀ ਸਟੇਟ ਆ ਬਹੁਤ ਜ਼ਿਆਦਾ, ਸਾਡਾ ਯੂਥ ਸਭ ਤੋਂ ਵੱਧ ਆ, ਉਹਨੂੰ ਜੇ ਅਸੀਂ ਇੰਗੇਜ ਕਰ ਲਾਂਗੇ ਹਾਇਰ ਐਜੂਕੇਸ਼ਨ 'ਚ, ਤਾਂ ਪਬਲਿਕ ਫੰਡਿੰਗ ਪਲੱਸ ਇਹਦਾ ਰਿਸਰਚ ਪਲੱਸ ਇਹਦੇ ਕਾਲਜਸ ਆ ਇੰਟੀਗ੍ਰੇਟ ਕਰਕੇ, ਤੇ ਸਟੇਟ ਯੂਨੀਵਰਸਿਟੀ ਆ ਜਿਹੜੀ, ਤਾਂ ਯੂਨੀਵਰਸਿਟੀ ਦੇ ਲੈਵਲ 'ਤੇ ਆਪਣਾ ਇੱਕ ਫੰਕਸ਼ਨ ਪ੍ਰੋਪਰ ਚੱਲਦਾ। ਦੂਸਰਾ ਜਿਹੜਾ ਪ੍ਰੋਬਲਮ ਵੱਡੀ ਆ ਕਿ ਸਟੇਟ ਤੇ ਸੈਂਟਰ ਯੂਨੀਵਰਸਿਟੀਆਂ ਜਿਹੜੀਆਂ ਨੇ, ਉਹਨਾਂ ਨੂੰ ਅਸੀਂ ਇੱਕੋ ਫਰੇਮ 'ਚ ਬੰਨ੍ਹ ਲਿਆ, ਗਲੋਬਲ ਰੈਂਕਿੰਗ 'ਚ ਬੰਨ੍ਹ ਲਿਆ, ਐਕਸੀਲੈਂਸ 'ਚ ਬੰਨ੍ਹ ਲਿਆ,
ਇਹ ਕਨਸੈਪਟ ਬਣਾ ਲਏ ਵੀ ਜੇ ਗਲੋਬਲ ਲੈਵਲ ਤੇ ਰੈਂਕਿੰਗ ਕਰਨੀ ਆ, ਸਾਡੀ ਰੈਂਕਿੰਗ ਦੇ ਪੈਰਾਮੀਟਰ ਆਪਣੇ ਆ। ਅਸੀਂ ਸੁਜੈਸਟ ਵੀ ਕੀਤਾ ਸੀ ਵੀ ਸਾਡੇ ਆਪਣੇ ਰੈਂਕਿੰਗ ਆ, ਸਾਡੀ ਕਿਹੜੇ ਬੈਕਗਰਾਊਂਡ ਚੋਂ ਬੱਚਾ ਆਉਂਦਾ, ਕਿਹੜੇ ਲੈਵਲ ਤੇ ਆਉਂਦਾ, ਉਹਦੀ ਕਿਹੋ ਜਿਹੀਆਂ ਪ੍ਰੋਬਲਮਸ ਨੇ, ਸਾਡੀ ਆਪਣੀਆਂ ਰੈਂਕਿੰਗ ਦੇ ਪੈਰਾਮੀਟਰ ਨੇ, ਉਹ ਸਾਨੂੰ ਆਪਣੇ ਡਿਵੈਲਪ ਕਰਨੇ ਚਾਹੀਦੇ ਆ ਤੇ ਉਹਦੇ ਤੇ ਵਰਕਆਊਟ ਕਰਨਾ ਚਾਹੀਦਾ। ਦੂਜਾ ਹੈਗਾ ਸਾਨੂੰ ਇਹਦੇ ਨਾਲ ਲਿੰਕ ਨਹੀਂ ਕਰ, ਉਹਨੂੰ ਦੂਰੀ ਸੈਂਟਰ ਯੂਨੀਵਰਸਿਟੀਆਂ ਨੂੰ ਬਹੁਤ ਫੰਡਿੰਗ ਦੇ ਕੇ ਤੇ ਸਟੇਟ ਯੂਨੀਵਰਸਿਟੀਆਂ ਨੂੰ ਸਟੇਟਾਂ ਦੇ ਕਰਕੇ ਦਿਸ ਇਜ਼ ਆਲਸੋ ਏ ਪ੍ਰੋਬਲਮੈਟਿਕ ਇਸ਼ੂ। ਥਰਡ ਹੈਗਾ ਸਾਡੇ ਕੋਲੇ ਜਿਹੜਾ ਅਟੋਨਮੀ ਟੂ ਦੀ ਸਟੇਟ, ਅੰਟਾਇਰ ਜਿਹੜਾ ਐਗਜ਼ਾਮ ਸਿਸਟਮ ਆ ਸਾਡੇ, ਜਿਵੇਂ ਹੁਣ ਨਵੀਂ ਪਾਲਿਸੀਜ਼ ਆ ਰਿਹਾ, ਟੈਸਟਿੰਗ ਸਿਸਟਮ ਨੈਸ਼ਨਲ ਲੈਵਲ ਦਾ ਆ ਰਿਹਾ, ਉਹਦੀ ਬੜੀ ਸੀਰੀਅਸ ਪ੍ਰੋਬਲਮ ਆ। ਸਾਡਾ ਆਪਣਾ ਟੈਸਟ ਸਿਸਟਮ ਆ, ਜਿਵੇਂ ਹੋ ਜਾ ਤੁਸੀਂ ਸੈਂਟਰ ਦੀਆਂ ਜਿਵੇਂ ਆਈਸਰ ਹੋ ਗਈ ਜਾਂ IIT ਹੋ ਗਈ, ਅਦਰ ਹੋ ਗਈਆਂ, ਉਹਨਾਂ ਦੇ ਲੈਵਲ ਤੇ ਤੁਸੀਂ ਸੈਂਟਰ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਉਹਨਾਂ ਦਾ ਆਪਣਾ, ਸਾਡੀ ਜਿਹੜੀ ਟੈਸਟਿੰਗ ਸਿਸਟਮ ਆ, ਸਾਡੇ ਆਪਣੇ ਪੈਰਾਮੀਟਰ ਆ ਜਿਹੜੇ, ਉਹ ਆਉਣ ਵਾਲੇ ਸਮੇਂ 'ਚ ਇੱਕ ਬੜਾ ਪ੍ਰੋਬਲਮੈਟਿਕ ਇਸ਼ੂ ਆ। ਫਿਰ ਹੈਗਾ ਸਾਡੇ ਕੋਲੇ ਜਿਹੜੀ ਲੋ ਕਾਸਟ, ਅਸੀਂ ਵੱਖ-ਵੱਖ ਲੈਵਲ ਦੀ ਐਜੂਕੇਸ਼ਨ ਆ, ਅਪਰਚੁਨਿਟੀ ਪ੍ਰੋਵਾਈਡ ਕਰਨ ਵੱਲ ਨੂੰ ਸਾਨੂੰ ਇੱਧਰ ਨੂੰ, ਤੇ ਜਿਹੜੇ ਐਕਟ ਨੇ ਸਾਡੇ ਕੋਲੇ ਜਿਵੇਂ ਟੋਟਲ ਦਾ ਟੋਟਲ, ਕਿਉਂਕਿ ਅਸੀਂ ਹੁਣ ਮੈਂ ਇੱਕ ਆਰਟੀਕਲ ਵੀ ਲਿਖਿਆ ਸੀ ਜਦੋਂ ਵਜ਼ੀਫਿਆਂ ਦਾ ਰੌਲਾ ਪਿਆ, ਜੇ ਸਾਡੇ 14,000 ਬੱਚਾ ਪੜ੍ਹਦਾ ਤਾਂ ਉਹਦੇ 'ਚੋਂ 3700 ਤੋਂ ਵੱਧ ਬੱਚੇ ਇਹੋ ਜਿਹੇ ਸੀਗੇ ਜਿਹੜੇ SC ਕੈਟੇਗਰੀ ਨਾਲ ਸੀ, ਉਹਨਾਂ ਦਾ ਲਗਭਗ 3 ਸਾਲਾਂ ਦਾ ਮੈਂ ਕੈਲਕੂਲੇਟ ਕੀਤਾ ਸੀ, ਨੀਅਰ ਅਬਾਊਟ 45 ਕਰੋੜ ਰੁਪਈਆ ਬਣਦਾ ਸੀ ਵੀ ਸਟੇਟ ਆ ਜੇ ਉਹ ਦੇ ਦੇਵੇ। ਯੂਨੀਵਰਸਿਟੀ ਕਲੈਪਸ ਕਰਦੀ ਹੈ ਜਦੋਂ ਤੁਸੀਂ ਬੱਚੇ ਪੜ੍ਹਾ ਲੈਂਦੇ, ਫੰਡਿੰਗ ਏਜੰਸੀ ਤੋਂ ਵੇਲੇ ਤੁਸੀਂ ਦਿੰਦੇ ਨਹੀਂ, ਉਹਦੇ 'ਚ ਲੈਵਲ 'ਤੇ ਸਾਡੇ ਕੀ ਪ੍ਰੋਬਲਮ ਕਿਸ ਲੈਵਲ 'ਤੇ ਆ। ਫਿਰ ਹੈਗਾ ਸਾਡੇ ਕੋਲੇ ਜਿਹੜੀਆਂ ਆਲ ਅਦਰ ਆਸਪੈਕਟ ਆ, ਚਲੋ ਹੋਰ ਆ, ਜਿਵੇਂ FD ਵਾਲਾ ਸੀ ਕਿ ਸਾਡੀਆਂ ਜਿਹੜੀਆਂ ਬਾਹਰਲੀਆਂ ਯੂਨੀਵਰਸਿਟੀਆਂ ਨਾ, ਸਾਨੂੰ ਜਿਹੜਾ ਮੈਕਸੀਮਮ ਸਾਡੀਆਂ ਯੂਨੀਵਰਸਿਟੀਆਂ ਨੂੰ ਕਰਨਾ ਚਾਹੀਦਾ ਸਪੋਰਟ। ਏਸ਼ੀਆ ਦੇ ਜਿਹੜੇ ਬੱਚੇ ਨੇ, ਅਫਰੀਕਾ ਦੇ ਆਉਂਦੇ ਨੇ, ਸੈਂਟਰਲ ਤੇ ਲੈਟਨ ਅਮਰੀਕਾ ਦੇ ਆਉਂਦੇ ਨੇ, ਜਾਂ ਜਿਹੜੇ ਯੂਰਪੀਅਨ ਕੁਛ ਕੰਟਰੀਆਂ ਦੇ, ਉਹ ਬੱਚਿਆਂ ਦੇ ਨਾਲ ਸਾਡੀ ਜਦੋਂ ਇਹਨਾਂ ਨੇ ਗਲੋਬਲ ਸਪੋਰਟ, ਇਹਨਾਂ ਨੂੰ ਫੋਰਨ ਸਪੋਰਟ ਦੇ ਲੈਵਲ 'ਤੇ ਚੀਜ਼ਾਂ ਨੂੰ ਕਰਨ ਦੇ ਵੱਲ ਨੂੰ ਇਹ ਯੂਨੀਵਰਸਿਟੀਆਂ ਤਾਂ ਕਿਸੇ ਨਾ ਕਿਸੇ ਲੈਵਲ 'ਤੇ ਡਾਇਰੈਕਸ਼ਨ ਵੱਲ ਨੂੰ ਵੱਧ ਸਕਦੀਆਂ। ਬੇਸਿਕਲੀ ਜਿਹੜਾ ਨਿਊ ਲਿਬਰਲਿਜ਼ਮ ਆ, ਹਿਸਟਰੀ ਆਫ ਨਿਊ ਲਿਬਰਲਿਜ਼ਮ book written by David Harvey in 1972, not on the basis of 1972, ਉਹਦੇ 'ਚ ਆਰਗੂਮੈਂਟ ਹੈ ਜਿਹੜੀ ਨਿਊ ਲਿਬਰਲਿਜ਼ਮ ਕਿਵੇਂ ਡੀਕਨਸਟਰਕਟ ਕਰਦੀ ਆ। ਸੰਧੂ ਸਾਹਿਬ ਵੱਧ ਇਸ ਕਿ ਨਿਊ ਲਿਬਰਲਿਜ਼ਮ ਦਾ ਮੀਨਿੰਗ ਇਹ ਆ ਇਕੱਲਾ ਇਕਨੋਮਿਕ ਸੈਂਸ ਨਹੀਂ, ਨਿਊ ਲਿਬਰਲਿਜ਼ਮ ਨੇ ਦੇ ਨਾਲ ਇੱਕ ਪੂਰੀ ਦੀ ਪੂਰੀ ਮਾਰਕੀਟ ਦਾ ਬੰਦਾ ਬਣਦਾ, ਮੈਨ ਬਣਦਾ, ਜਿਹਦੇ 'ਚ ਉਹਦੇ ਹਿਸਾਬ ਨਾਲ ਇੰਨੀ ਜ਼ਿਆਦਾ ਨਿਊ ਲਿਬਰਲਿਜ਼ਮ ਨੇ ਆਈਡੀਆ, ਕਲਚਰ, ਗੀਤ, ਸੰਗੀਤ, ਆਦਤਾਂ, ਸੁਭਾਅ ਸਾਰੀਆਂ ਕੰਸਟਰਕਟ ਕਰਦੀਆਂ। ਜਦੋਂ ਨਵੀਂ ਚੀਜ਼ ਇਕਨੋਮਿਕਸ ਵਾਲੀ ਆਉਂਦੀ ਹੈ, ਪਹਿਲਾਂ ਆਈਡੀਆ 'ਤੇ ਆਉਂਦੀ ਹੈ। ਤੁਸੀਂ ਕਦੇ ਆਪਣੇ ਘਰਾਂ ਦੀ ਸਟੱਡੀ ਕਰਕੇ ਦੇਖ ਲਓ, ਹੌਲੀ ਹੌਲੀ ਸਭ ਤੋਂ ਬੱਚਾ ਪੁਸ਼ ਕਰਦਾ ਜੀ ਮੈਨੂੰ ਸਾਈਕਲ ਲੈ ਦਿਓ, ਕਾਰ ਲੈ ਦਿਓ, ਆਹ ਚੀਜ਼ ਲੈ ਦਿਓ, ਆਹ ਚੀਜ਼ ਲੈ ਦਿਓ। ਨਿਊ ਲਿਬਰਲਿਜ਼ਮ ਤੁਹਾਡੀ ਆਦਤ 'ਚ, ਸੁਭਾਅ 'ਚ, ਸਾਰੀਆਂ ਚੀਜ਼ਾਂ 'ਚ ਐਂਟਰ ਕਰਦਾ। ਇਹ 1972 'ਚ ਇੰਨੀ ਜ਼ਿਆਦਾ ਕਲਚਰਲੀ ਫਰੇਮ ਹੋ ਗਈ, ਇਕੋਨਮੀ ਫਰੇਮ ਹੋ ਗਈ, ਮਾਰਕੀਟ ਫਰੇਮ ਹੋ ਗਈ। ਉਹਨੇ ਹੌਲੀ ਹੌਲੀ ਤੁਹਾਨੂੰ ਇਹਦੀ ਸਭ ਤੋਂ ਇੰਪੋਰਟੈਂਟ ਕੰਪੋਨੈਂਟ ਤੇ ਡੇਂਜਰਸ ਕੰਪੋਨੈਂਟ, ਇਹਦੇ 'ਚ ਇੰਡੀਵਿਜੂਅਲਿਟੀ ਬਹੁਤ ਆਈ ਹੈ। ਇੰਡੀਵਿਜੂਅਲ ਹੋਣਾ ਇਜ਼ ਨਾਟ ਏ ਰੋਂਗ ਕੌਨਸੈਪਟ। ਇੰਡੀਵਿਜੂਅਲ, ਹਰ ਬੰਦਾ ਇੰਡੀਵਿਜੂਅਲ ਆ, ਉਹਦੀ ਕਲਚਰਲ ਡਿਵੈਲਪਮੈਂਟ, ਉਹਦੀ ਪਰਸਨਲ ਡਿਵੈਲਪਮੈਂਟ, ਉਹਦੀ ਫੈਮਿਲੀ ਡਿਵੈਲਪਮੈਂਟ। ਇੱਕ ਜੇ ਇੰਡੀਵਿਜੂਅਲ ਦੀ ਦੂਜੇ ਇੰਡੀਵਿਜੂਅਲਿਟੀ ਨਾਲ ਟਕਰਾਉਂਦੇ ਆ ਤਾਂ ਤੁਸੀਂ ਇੰਸਟੀਟਿਊਸ਼ਨ ਬ੍ਰੇਕ ਹੋ ਜਾਂਦੇ ਨੇ। ਜਿਹੜਾ ਪੌਲ ਵਾਰਨ ਨੇ 1961 'ਚ ਕੰਮ ਕੀਤਾ ਸੀ, ਅੱਜ ਵੱਧ ਰੈਲੇਵੈਂਟ ਆ। ਉਹ ਕਹਿੰਦਾ ਇੰਡੀਵਿਜੂਅਲ ਆ ਜਿਹੜਾ, ਤੁਸੀਂ ਇੰਡੀਵਿਜੂਅਲ ਦੀ ਜਿਹੜੀ ਆ, ਇਹ ਨਿਊ ਲਿਬਰਲਿਜ਼ਮ ਦੇ ਨਾਲ ਹੀ ਇੰਡੀਵਿਜੂਅਲਿਜ਼ਮ ਆਇਆ। ਉਹਨੇ ਸਾਰੀਆਂ ਆਈਡੀਓਲੋਜੀਜ਼ ਇੰਨੀਆਂ ਫਿੱਟ ਕਰਤੀਆਂ ਕਿ ਤੁਸੀਂ ਇੰਪਾਵਰਮੈਂਟ 'ਚ ਆ ਗਏ ਜਾਂ ਫਰੀਡਮ 'ਚ ਆ ਗਏ, ਜਾਂ ਇੰਡੀਵਿਜੂਅਲਿਟੀ ਨੂੰ ਇੰਨੀ ਜ਼ਿਆਦਾ ਡੋਮੀਨੇਸ਼ਨ ਆ ਗਈ, ਉਹਦੇ ਨਾਲ ਕਲੈਕਟਿਵਾਈਜੇਸ਼ਨ ਭੁੱਲ ਗਿਆ, ਕੋਆਪਰੇਟਿਵ ਭੁੱਲ ਗਿਆ, ਉਹਦੇ ਨਾਲ ਇੱਕ ਦੂਜੇ ਨਾਲ ਵਰਕ ਕਰਨਾ ਭੁੱਲ ਗਿਆ। ਦਿਸ ਇਜ਼ ਦੀ ਵਨ ਇਸ਼ੂ ਕਿ ਨਿਊ ਲਿਬਰਲਿਜ਼ਮ ਆਉਣ ਨਾਲ ਸਟੇਟ ਹੌਲੀ ਹੌਲੀ ਵਿਦਡਰਾ ਕਰਨ ਲੱਗ ਗਈ। ਉਹਨਾਂ ਨੇ ਕਿਹਾ ਜੀ ਜੇ ਇਹਦੇ ਨਾਲ ਸੈਕੰਡ ਫੰਕਸ਼ਨ ਇਹ ਆ ਵੀ ਸਟੇਟ ਦਾ ਤਾਂ ਇੰਸਟੀਟਿਊਸ਼ਨ ਕੰਮ ਨਹੀਂ ਕਰਦਾ। ਇੰਨਾ ਜ਼ੋਰ ਲਾਇਆ ਉਹਦੇ 'ਤੇ, ਚਾਹੇ ਸਕੂਲ ਸੀ, ਚਾਹੇ ਕਾਲਜ ਸੀ, ਚਾਹੇ ਯੂਨੀਵਰਸਿਟੀਆਂ ਸੀ, ਇਹ ਤਾਂ ਸਾਰੀਆਂ ਕਰਪਟ ਨੇ, ਇਹਦੇ 'ਚ ਕੋਈ ਕੰਮ ਨਹੀਂ ਕਰਦਾ। ਹੌਲੀ ਹੌਲੀ ਬੰਦੇ ਹੀ ਕਹਿਣ ਲੱਗੇ ਵਿੱਚ ਬੈਠੇ ਵੀ ਸੱਚੀ ਕਰਪਸ਼ਨ ਆ, ਇਹਦੇ ਤਾਂ ਸੱਚੀ ਇਸ ਕਿਸਮ ਦਾ ਚੱਲ ਰਿਹਾ, ਸੱਚੀ ਆ ਚੱਲਦਾ। ਹੌਲੀ ਹੌਲੀ ਉਹ ਚੀਜ਼ ਇੰਨੀ ਜ਼ਿਆਦਾ ਇੰਸਟੀਟਿਊਸ਼ਨਲਾਈਜ਼ ਹੋ ਗਈ। ਪਹਿਲਾਂ ਕਰਦਾ ਸੀ, ਇੱਕ ਨੇ ਕਿਤਾਬ ਲਿਖੀ ਆ, ਅਰੁਣ ਕੁਮਾਰ ਦੀ ਬਹੁਤ ਮਸ਼ਹੂਰ ਕਿਤਾਬ ਆ ਔਨ ਕਰਪਸ਼ਨ।
ਦੂਜੀ ਹੈਗੀ ਆ ਕਿਤਾਬ ਪੈਡਾਗੋਜੀ ਆਫ ਦੀ ਕਰਪਸ਼ਨ ਬਾਏ SS ਗਿੱਲ, ਨਾਟ ਆਵਰ SS ਗਿੱਲ, SS ਗਿੱਲ ਇਨਫੋਰਮੇਸ਼ਨ ਦੇ ਡਾਇਰੈਕਟਰ ਰਹੇ ਨੇ, ਉਹਨਾਂ ਨੇ ਲਿਖੀ ਸੀ। ਉਹ ਕਹਿੰਦੇ ਹੌਲੀ ਹੌਲੀ ਇੰਸਟੀਟਿਊਸ਼ਨਲਾਈਜ਼ ਹੋ ਜਾਂਦੀ ਹੈ ਕਰਪਸ਼ਨ, ਉਦੋਂ ਕਰਪਸ਼ਨ ਹੋ ਜਾਂਦੀ ਹੈ, ਹੌਲੀ ਹੌਲੀ ਇੰਸਟੀਟਿਊਸ਼ਨ ਮਰਨੇ ਸ਼ੁਰੂ ਹੋ ਜਾਂਦੇ ਆ, ਇੰਟਰਨਲਾਈਜ਼ ਹੋ ਜਾਂਦੀ ਹੈ ਕਰਪਸ਼ਨ। ਫਿਰ ਤੁਸੀਂ ਤੁਹਾਨੂੰ ਦ੍ਰਿਸ਼ ਧੁੰਦਲਾ ਜਾਂ ਅੱਖਾਂ 'ਚ ਤੁਹਾਡੀਆਂ 'ਚ ਟੀਰ ਆ ਗਿਆ, ਉਹ ਦਿਖਾਈ ਨਹੀਂ ਦਿੰਦਾ। ਦਿਸ ਇਜ਼ ਦੀ ਇਸ਼ੂ। ਜਦੋਂ ਇੰਸਟੀਟਿਊਸ਼ਨਲਾਈਜ਼ ਹੋ ਜਾਂਦੀਆਂ, ਸਟੇਟ ਕਹਿੰਦੀਆਂ ਤਾਂ ਇੰਸਟੀਟਿਊਸ਼ਨ ਕਰਪਟ ਨੇ, ਇੱਥੇ ਤਾਂ ਆਹ ਕਰਪਸ਼ਨ ਹੈ, ਇੱਥੇ ਆਹ ਕਰਪਸ਼ਨ ਆ, ਉਹਦੇ ਨਾਲ ਹੌਲੀ ਹੌਲੀ ਨਿਊ ਲਿਬਰਲ ਏਜੰਡਾ ਪੁਸ਼ ਕਰਦਾ। ਸਟੇਟ ਨੇ ਪਹਿਲਾਂ ਇਹਨਾਂ ਨੂੰ, ਜਿਵੇਂ ਕਹਿੰਦੇ ਆ, ਪਹਿਲਾਂ ਇਹਨਾਂ ਨੂੰ ਫੰਡ ਬੰਦ ਕਰੋ, ਹੌਲੀ ਹੌਲੀ ਬਦਨਾਮ ਕਰੋ, ਬਦਨਾਮ ਕਰਕੇ ਇਹਦੇ 'ਚ ਸਮਾਜ 'ਚ ਬਦਨਾਮੀ ਪਹੁੰਚਾ ਦਿਓ, ਦੈਨ ਤੁਸੀਂ ਕਹਿ ਦਿਓ, ਲੋਕ ਹੀ ਕਹਿਣ ਲੱਗ ਜਾਂਦੇ ਇਹਦਾ ਕੋਈ ਰੋਲ ਨਹੀਂ, ਇਹ ਚੱਲ ਨਹੀਂ ਸਕਦੀ। ਦੇਅਰ ਆਰ ਡਿਫਰੈਂਟ ਟਾਈਪ ਆਫ ਕਰਪਸ਼ਨਸ, ਹਾਊ ਯੂ ਕੈਨ ਚੇਂਜ ਦਿਸ ਇਜ਼ ਦੀ ਵਨ ਇਸ਼ੂ ਇਨ ਨਿਊ ਲਿਬਰਲਿਜ਼ਮ। ਜਦੋਂ ਆਇਆ, ਉਹਨੇ ਸਟੇਟ ਦੇ ਇੰਸਟੀਟਿਊਸ਼ਨ ਆ ਜਿਹੜੇ, ਉਹਨਾਂ ਦੇ ਅੰਦਰਲੇ ਜਿਹੜੇ ਕੰਪੋਨੈਂਟ ਵੀਕ ਸੀ, ਉਹਦੇ 'ਚ ਸਭ ਤੋਂ ਗਲਤੀ ਇਹ ਹੋ ਗਈ, ਕਹਿ ਲਓ ਕਿ ਅਸੀਂ ਉਸ ਲੈਵਲ ਦੀ ਬੈਟਲ ਗਰਾਊਂਡ 'ਚ ਸਾਡੀਆਂ ਔਰਗੇਨਾਈਜੇਸ਼ਨ, ਸਾਡੇ ਫਾਈਟਿੰਗ ਫੋਰਸ, ਸਾਡੇ ਖੜਨ ਵਾਲੇ ਹਿੱਸਿਆਂ ਨੇ ਡਟ ਕੇ ਉਸ ਚੀਜ਼ 'ਤੇ ਅਸੀਂ ਪਹਿਰੇਦਾਰੀ ਨਹੀਂ ਕੀਤੀ। ਦਿਸ ਇਜ਼ ਦੀ ਇਸ਼ੂ that these type of institutions are in a serious crisis. University at the crossroad 'ਚ ਇਹ ਆਰਟੀਕਲ ਬੜਾ ਹੀ ਵਧੀਆ, ਸੋਸ਼ੋਲੋਜਿਸਟ ਨੇ, ਫਿਰ ਤੁਹਾਡੀ ਫਰੇਮਿੰਗ ਕਿਵੇਂ ਹੁੰਦੀ ਹੈ, ਆਈਡੀਆ ਕਿਵੇਂ ਹੁੰਦੇ ਆ, ਇਸ ਆਸਪੈਕਟ। ਦੂਸਰਾ ਆਸਪੈਕਟ ਹੈਗਾ ਤੁਹਾਡਾ ਕਿ ਇਹ ਫੰਡਿੰਗ ਵਾਲਾ, ਨੋ ਡਾਊਟ ਮੈਂ ਤਾਂ ਕਹਿੰਦਾ ਵੀ ਸਟੇਟ ਨੂੰ ਜਿਹੜਾ ਵੀ 100% ਇਹ ਫ੍ਰੀ ਐਜੂਕੇਸ਼ਨ ਚਾਹੀਦੀ ਹੈ। ਨੌਲੇਜ ਗਰੋ ਹੀ ਨਹੀਂ, ਹੌਲੀ ਹੌਲੀ ਹਿੱਸਾ ਨਿਕਲਣਾ ਸ਼ੁਰੂ ਹੋ ਜਾਂਦਾ। ਅਗਲੀ ਗੱਲ ਆ ਕਿ ਦੋ ਕੌਨਸੈਪਟ ਨੇ ਦੁਨੀਆ ਦੀਆਂ ਯੂਨੀਵਰਸਿਟੀਆਂ ਤੇ ਸਾਡੀਆਂ 'ਚ। ਉੱਥੇ 90 ਨੌਮ ਚਮਸਕੀ 93 ਈਅਰ ਓਲਡ ਅੱਜ ਵੀ ਉੱਥੇ ਪੜ੍ਹਾ ਰਿਹਾ MIT 'ਚ ਲੈਕਚਰ ਲੈਂਦਾ। ਡੇਵਿਡ ਹਾਰਵੇ 82 ਈਅਰ ਓਲਡ। ਉੱਥੇ ਜਿਹੜੀ ਨੌਲੇਜ ਆ, ਉਹ ਕਹਿੰਦੇ ਕਿਤੇ ਲੈਵਲ 'ਤੇ ਕਿਸੇ ਯੂਨੀਵਰਸਿਟੀ 'ਚ, ਚਾਹੇ ਸਟੂਡੈਂਟ ਲੈਣ ਦੀ ਚਾਹੇ ਪ੍ਰੋਫੈਸਰ ਨੂੰ ਲੈਣ ਦੀ, ਉਹਦੇ 'ਚ ਕੋਈ ਏਜ ਗਰੁੱਪ ਨਹੀਂ। ਮੇਰਾ ਇੱਕ ਰਿਸ਼ਤੇਦਾਰ ਆ, ਸੰਧੂ ਸਾਹਿਬ ਵੀ ਜਾਣਦੇ, ਕਈਆਂ ਦੇ ਇਹਨਾਂ ਦੇ ਵੀ ਨੇ, ਬਹੁਤਿਆਂ ਦੇ ਨੇ, ਕਿ ਬਾਹਰਲੇ ਸਕੂਲ ਜਾਂ ਯੂਨੀਵਰਸਿਟੀ 'ਚ ਕੋਈ ਕਿਸੇ ਕਿਸਮ ਦੀ ਇਹ ਨਹੀਂ ਏਜ, ਬੰਦੇ ਏਜ ਨਹੀਂ। ਉਹ ਕਹਿੰਦੇ ਜਦ ਤੱਕ ਤੁਸੀਂ ਫੰਕਸ਼ਨ ਕਰਦੇ ਹੋ, ਵਰਕ ਕਰਦੇ ਹੋ, ਉਸ ਲੈਵਲ 'ਤੇ ਚੀਜ਼ਾਂ ਤੁਹਾਡੀਆਂ ਗਰੋ ਕਰਦੀਆਂ ਨੇ। ਸਾਡੇ ਕੋਲ ਬਹੁਤ ਲੋਕ ਨੇ ਜਿਹੜੇ ਕਿਸੇ ਲੈਵਲ 'ਤੇ ਕੰਮ ਕਰਕੇ ਉਹਦੇ 'ਚ ਆਉਣਾ ਚਾਹੁੰਦੇ ਨੇ। ਮੇਰੇ ਇੱਕ ਰਿਸ਼ਤੇਦਾਰ ਨੇ, ਉਹਦਾ ਨਾਂ ਦਾ ਕਿਰਪਾਲ ਸਿੰਘ ਪੰਨੂ, ਇਹ ਵੀ ਮਿਲੇ ਹੋਏ ਸੰਧੂ ਸਾਹਿਬ, SP ਰਿਟਾਇਰ ਹੋਏ ਸੀਗੇ BSF 'ਚੋਂ। ਭਾਈ ਸਾਹਿਬ ਉਹ ਸੋਨੇ ਦੀ ਇੱਟ ਲਿਆ ਸਕਦੇ ਸੀ ਉੱਥੋਂ, ਏਡੀ ਵਧੀਆ ਪੋਸਟ 'ਤੇ ਸੀ, ਬਾਰਡਰ 'ਤੇ ਹੁੰਦੇ ਸੀਗੇ, ਬਾਰਡਰ 'ਤੇ, ਪਰ ਹੋਨੈਸਟੀ ਸੀ ਬਹੁਤ ਜ਼ਿਆਦਾ। ਮੁੜ ਕੇ ਉਹਨਾਂ ਨੇ ਬੇਟਿਆਂ ਨੇ ਕਿਹਾ ਕੰਮ ਕਰ, ਕੰਪਿਊਟਰ ਸਿੱਖਿਆ। ਅੱਜ ਦੁਨੀਆ ਦੇ ਕੁਛ ਚੰਦ ਬੰਦਿਆਂ 'ਚ ਹੋਣਗੇ ਜਿਨ੍ਹਾਂ ਨੇ ਕੰਪਿਊਟਰ ਦੇ ਉਰਦੂ ਪੰਜਾਬੀ ਦੇ ਸੌਫਟਵੇਅਰ ਡਿਵੈਲਪ ਕੀਤੇ। ਹੀ ਵਾਸ ਓਨਲੀ ਗ੍ਰੈਜੂਏਟ, ਉਹ ਪੁਰਾਣੀ, ਅਤੇ ਕੰਪਿਊਟਰ ਆਉਂਦਾ ਨਹੀਂ ਸੀ, ਘਰ ਦੇ ਬੱਚੇ ਲੱਗੇ ਰਹੇ। ਮੁੜ ਕੇ ਉਹਨਾਂ ਨੂੰ ਕਈ ਯੂਨੀਵਰਸਿਟੀਆਂ 'ਚ ਬੁਲਾਇਆ ਗਿਆ। ਸਾਡੇ ਉਹ ਪ੍ਰੋਵੀਜ਼ਨ ਹੈ ਨਹੀਂ, ਜਾਂ ਜਿਹੜੇ ਕਈ ਸਟੂਡੈਂਟ ਆ ਪੜ੍ਹਨਾ ਚਾਹੁੰਦੇ ਨੇ, ਜੇ ਉਹ ਚੀਜ਼ਾਂ ਅਸੀਂ ਯੂਨੀਵਰਸਿਟੀ 'ਚ ਕਿਸੇ ਨਾ ਕਿਸੇ ਇੰਟਰੋਡਿਊਸ ਕਰ ਲਈਏ ਜਾਂ ਕੋਈ ਹੋਰ ਹੋ ਜੇ, ਤਾਂ ਯੂਨੀਵਰਸਿਟੀ ਦਾ ਫਰੇਮਵਰਕ ਚੇਂਜ ਹੋਣ ਲੱਗ ਜਾਂਦਾ। ਜਿਹੜਾ ਦੂਜਾ, ਨੋ ਡਾਊਟ, ਉਹ ਜਿਹੜਾ ਜੋਬ ਵਾਲਾ ਕੌਨਸੈਪਟ, ਜੋਬ ਨਿਕਲਦੀ ਆਉਂਦੀ ਇਕੋਨਮੀ 'ਚੋਂ। ਯੂਨੀਵਰਸਿਟੀ ਨੇ ਜੋਬ ਨਹੀਂ ਦੇਣੀ। ਜੋਬ ਤਾਂ ਤੁਹਾਡੀ, ਜੇ ਤੁਹਾਡੀ ਇਕੋਨਮੀ ਦੇ ਵਿੱਚ ਦੇ ਇਕਨੋਮਿਕ ਸਟਰਕਚਰ 'ਚ, ਮੇਰੇ ਨੂੰ ਮੈਡਮ ਵੱਧ ਜਾਣਦੇ ਹੋਣਗੇ, ਇਫ ਯੂਅਰ ਇਕੋਨਮੀ ਇਜ਼ ਨਾਟ ਪ੍ਰੋਵਾਈਡਿੰਗ ਜੋਬਸ, ਤਾਂ ਯੂਨੀਵਰਸਿਟੀਆਂ ਜਿੰਨਾ ਮਰਜ਼ੀ ਪੜ੍ਹਾ ਲੈਣ, ਜੋਬ ਨਹੀਂ ਮਿਲਦੀ, ਕਿਉਂਕਿ ਇਕੋਨਮੀ 'ਚੋਂ ਜੋਬਸ ਆਉਂਦੀਆਂ ਨੇ, ਯੂਨੀਵਰਸਿਟੀ 'ਚੋਂ ਜੋਬ ਨਹੀਂ ਨਿਕਲਦੀ। ਇੱਥੇ ਆਉਂਦਾ ਬੱਚਾ ਜ਼ਰੂਰ ਆ, ਆਪਾਂ ਵੀ ਕਹਿ ਦਿੰਦੇ ਹਾਂ ਜੋਬ ਇਸ ਲੈਵਲ 'ਤੇ ਆਊਗੀ, ਅਸੀਂ ਵੀ ਉਹਨਾਂ ਨੂੰ ਇਸ ਲੈਵਲ 'ਤੇ, ਯੂਨੀਵਰਸਿਟੀ ਦੀ ਲੈਵਲ 'ਤੇ, ਉਹਨੂੰ ਮਾਰਕੀਟਿੰਗ ਕਹਿ ਦਿਓ, ਕੁਛ ਕਹਿ ਲਓ, ਪਰ ਇਹ ਇੱਕ ਮਤਲਬ ਪੁਆਇੰਟ ਆ ਜਿਹੜਾ 'ਚ ਆਲ ਜੋਬਸ ਕ੍ਰੀਏਟਡ ਫਰੋਮ ਯੂਅਰ ਇਕਨੋਮਿਕ ਸਟਰਕਚਰ, ਉਹ ਇਕਨੋਮਿਕ ਸਟਰਕਚਰ 'ਚ। ਦੂਜਾ ਹੈਗਾ ਵੀ ਜਿਹੜਾ ਪੜ੍ਹਦਾ ਬੱਚਾ ਇਕੱਲੇ ਆਈਡੀਏ ਨਾਲ, ਜੇ ਢਿੱਡ ਨਹੀਂ ਭਰਿਆ ਜਾਂਦਾ, ਲਿਬਰੇਸ਼ਨ ਸਟਾਰਟ ਆਫਟਰ ਦੀ ਫੁਲਫਿਲਮੈਂਟ ਆਫ ਯੂਅਰ ਬੇਸਿਕ ਨੀਡਸ, ਉਹ ਤੋਂ ਬਾਅਦ ਤੁਸੀਂ ਕਿਸੇ ਚੀਜ਼ ਬਾਰੇ ਸੋਚ ਸਕਦੇ ਹੋ। ਉਹ ਜ਼ਰੂਰ ਉਹ ਫੰਡਾਮੈਂਟਲ ਕੁਐਸਚਨ, ਯੰਗ ਏਜ ਦੀਆਂ ਜੋ ਪ੍ਰੋਬਲਮਸ ਨੇ, ਜੈਨੂਨ ਨੇ, ਉਹ ਸਟਰਕਚਰਲ ਇਸ਼ੂ ਆ, ਵੀ ਕੈਨ ਡਿਸਕਸ ਐਟ ਐਨੀ ਵੇ। ਅੱਗੇ ਸੀਗਾ, ਇਹਨੇ ਆਪਣੇ ਗੁਰਪ੍ਰੀਤ ਨੇ ਕੀਤਾ ਸੀ, ਬੜਾ ਟੇਢਾ ਜਿਹਾ ਸਵਾਲ ਆ। ਨੰਬਰ 1, ਜਦੋਂ ਅਸੀਂ ਆਉਂਦੇ ਹਾਂ ਬੜੇ ਨੋਰਮਲ ਹੁੰਦੇ ਹਾਂ, ਜੋ PhD ਕਰਦੇ ਹਾਂ ਉਦੋਂ ਥੋੜ੍ਹੀ ਟੇਢੀ ਚੀਜ਼ ਬਣਦੀ ਹੈ। ਨਾਟ, ਅਸੀਂ ਆਏ ਸੀ ਖੁੱਲ੍ਹੇ ਡੁੱਲੇ ਮਾਹੌਲ 'ਚੋਂ, ਹੋਰ ਆ ਵੀ ਗਿਆਨ ਸਿੱਖ ਕੇ। ਹੌਲੀ ਹੌਲੀ ਅਸੀਂ ਆਪਣੇ ਰਿਸਰਚ ਦੇ ਪੀਰੀਅਡ ਨੇ ਨੋ ਡਾਊਟ ਨੈਰੋ ਡਾਊਨ ਹੋਣਾ ਹੁੰਦਾ, ਸਪੈਸੀਫਿਕ ਹੁੰਦਾ। PhD ਰਿਸਰਚ ਵਰਕ ਇਜ਼ ਨਾਟ ਏ ਨੌਲੇਜ। ਇਹ ਤੁਹਾਡੀ ਇੱਕ ਡਿਗਰੀ ਹੈ ਜਿਹੜੀ ਫੰਕਸ਼ਨ ਕਰਕੇ ਤੁਹਾਨੂੰ ਮੈਥਡ ਸਿਖਾਉਂਦੀ ਹੈ। PhD ਤੋਂ ਬਾਅਦ 'ਚ ਤੁਸੀਂ ਕਿੰਨੀ ਨੌਲੇਜ ਲਰਨ ਕੀਤੀ ਆ। ਮੇਰੇ ਟੀਚਰ ਹੁੰਦੇ ਸੀ, ਸੰਧੂ ਸਾਹਿਬ ਜਾਣਦੇ, ਪ੍ਰੋਫੈਸਰ ਰਣਧੀਰ ਸਿੰਘ ਹੋਣੀ, ਉਹ ਜਿਹੜਾ PhD ਦਾ ਸਟੂਡੈਂਟ ਜਾਂਦੇ, ਕਹਿੰਦੇ ਹੁਣ ਤੂੰ ਡਿਗਰੀ ਲੈ ਲਈ, ਹੁਣ ਕਹਿੰਦਾ ਪੜ੍ਹਨਾ ਸ਼ੁਰੂ ਕਰਦਾ, ਹੁਣ ਗਿਆਨ ਹਾਸਲ ਕਰਨਾ ਸ਼ੁਰੂ ਕਰ।
ਅਸੀਂ ਜਦੋਂ PhD ਖਤਮ ਹੋ ਜਾਂਦੀ ਆ, ਗਿਆਨ ਵਾਲਾ ਚੈਪਟਰ ਬੰਦ, ਗੁਰਪ੍ਰੀਤ ਕਹਿੰਦੀ ਆ ਕਿਤਾਬਾਂ ਰੱਖ ਦਿਓ ਸਾਈਡ ਤੇ। ਇਸ ਕਰਕੇ ਗੁਰਪ੍ਰੀਤ ਜਿਹੜੀ ਨੌਲੇਜ ਆ ਨਾ, ਜਦੋਂ ਅਸੀਂ ਗਰੋ ਕਰਦੇ ਆ, ਉਹ ਫਰੇਮਿੰਗ ਬਣੀ, ਉਹਨੂੰ ਤੋੜਨੀ ਪੈਂਦੀ ਹੈ ਵੀ ਇਹਦੇ ਨਾਲ ਮੈਂ ਆਪਦਾ ਰਿਸਰਚ ਵਰਕ ਕੀਤਾ। ਨੋ ਡਾਊਟ ਸਪੈਸ਼ਲਾਈਜੇਸ਼ਨ ਇਜ਼ ਵੈਰੀ ਇੰਪੋਰਟੈਂਟ, ਉਹਦੀ ਬਰੀਕ ਤੰਦਾਂ ਹੁੰਦੀਆਂ ਨੇ। ਉਦੋਂ ਐਕਸਟਰਾ ਟਾਈਮ ਦੇ ਵਿੱਚ ਅਸੀਂ ਕੀ ਕਰਦੇ ਹਾਂ, ਕਿਹੜਾ ਲਿਟਰੇਚਰ ਪੜ੍ਹਦੇ ਹਾਂ, ਕਿਸ ਕਿਸਮ ਦੇ ਸੋਸ਼ਲ ਵਰਕ ਕਰਦੇ ਆ, ਕਿਸ ਕਿਸਮ ਦੀ ਇੰਗੇਜ ਕਰਦੇ ਆ। ਉਹਦੇ ਨਾਲ ਜੇ ਹੁਣ ਲੱਗੂਗਾ ਵੀ ਕਿਸੇ ਲੈਵਲ ਤੇ ਵੀ ਫਲਾਣੇ ਡਿਸਿਪਲਿਨ 'ਚ ਬਹੁਤ ਵਧੀਆ ਨੌਲੇਜ ਆ, ਉਹ ਨੌਲੇਜ ਲੈਣ ਵਾਸਤੇ ਅਸੀਂ ਲਰਨ ਕਰਾਂਗੇ ਤਾਂ ਸਾਡੀ ਇੰਟੈਲੈਕਚੁਅਲ 'ਚ ਕਨਵਰਜਨ ਹੋ। ਨਹੀਂ ਫਿਰ ਉਹ ਗੱਲ ਆ ਜਿਹੜੀ ਉਹ ਆਪਸ ਵਿੱਚ ਹੀ ਉਹ ਕੰਨ ਫਸੇ ਹੀ ਰਹਿਣਗੇ। ਜਦੋਂ 10 ਜਣੇ ਮੀਟਿੰਗ ਪ੍ਰੋਫੈਸਰ 'ਚ ਬੈਠਦੇ, ਉੱਥੇ ਯੂਨਿਟੀ ਹੋ ਨਹੀਂ ਸਕਦੀ। ਉਹਦਾ ਕਾਰਨ ਹੁੰਦਾ, ਉਹਨੂੰ ਲੱਗਦਾ ਵੀ ਮੇਰੀ ਸਾਈਕੋਲੋਜੀ ਬੜੀ ਇੰਪੋਰਟੈਂਟ ਆ, ਇਹਦੀ ਸੋਸ਼ੀਓਲੋਜੀ ਬੜੀ ਇੰਪੋਰਟੈਂਟ ਹੈ। ਇਹ ਐਜੂਕੇਸ਼ਨ ਵਾਲੇ ਤਾਂ ਐਵੇਂ ਵਿਹਲੇ ਨੇ, B.Ed M.Ed ਕਰਾਈ ਤੇ ਚੱਲਦੇ ਬਣਦੇ ਨੇ। ਇਹ CC ਵਾਲੇ ਤਾਂ ਜੀ ਆਉਂਦੇ ਨੇ। ਇਸ ਕਰਕੇ ਉਹ ਜਿਹੜੀਆਂ ਇਹ ਧਾਰਨਾ ਰੋਂਗ ਨੋਸ਼ਨਸ ਬਣੀਆਂ ਹੋਈਆਂ ਨੇ, ਬਣਾਤੀਆਂ, ਉਹਦੇ 'ਚ ਹੁੰਦੀਆਂ ਵੀ ਠੀਕ ਆ ਸਾਡੇ ਡਿਸਿਪਲਿਨ ਦੀ ਆਹ ਇੰਪੋਰਟੈਂਸ ਆ, ਇਸ ਡਿਸਿਪਲਿਨ ਦੀ ਇਹ ਇੰਪੋਰਟੈਂਸ ਆ। ਉਹ ਇੰਪੋਰਟੈਂਸ ਕਿਸੇ ਨਾ ਕਿਸੇ ਲੈਵਲ ਤੇ ਬੜੀ ਸਾਲਾਂ ਦੀ ਚੱਲਦੀ ਹੈ। ਇਹ ਚੱਲੀ, ਤੇਰਾ ਕੋਈ ਕਸੂਰ ਨਹੀਂ ਇਹਦੇ 'ਚ। ਸਾਇੰਸ ਤੇ ਸੋਸ਼ਲ ਸਾਇੰਸ 'ਚ ਬਹੁਤ ਸਾਲਾਂ ਦੀ ਇਹ ਪੁੱਠੀ ਬਹਿਸ ਆ। ਸਾਇੰਟਿਸਟ ਕਹਿੰਦੇ ਅਸੀਂ ਟੌਪ ਦੇ ਹਾਂ, ਸਾਡੀ ਬਹੁਤ ਜ਼ਿਆਦਾ ਅਸੀਂ ਕੰਟਰੀਬਿਊਟ ਕੀਤਾ। ਇਹ ਤਾਂ ਕਵਿਤਾ ਕੁਵਿਤਾ ਕਹਾਣੀ ਲਿਖਦੇ ਆ। ਸੋਸ਼ਲ ਸਾਇੰਸ ਬੇਸਿਕਲੀ ਟੋਟਲ ਐਸਥੈਟਿਕ ਸਾਇੰਸ ਆ ਜਿਹੜੀ ਡਿਵੈਲਪ ਸੋਸ਼ਲ ਸਾਇੰਸ ਹੈ। ਇਹਦੇ 'ਚ ਕੋਈ ਕੰਟਰਡਿਕਸ਼ਨ ਨਹੀਂ ਸੀ। ਜੇ ਪੁਰਾਣੇ ਤੁਸੀਂ ਕੋਈ ਪੜ੍ਹ ਲਓ, ਜੋ ਸਾਇੰਸ ਪੜ੍ਹਿਆ ਸੀ ਤਾਂ ਨਾਵਲ ਤੇ ਵੀ ਕੰਮ ਕਰਦਾ ਸੀ, ਜਾਂ ਉਹ ਲਿਟਰੇਚਰ ਤੇ ਵੀ ਕੰਮ ਕਰਦੇ। ਫਿਲਾਸਫੀ ਤੇ ਸਭ ਤੋਂ ਵਧੀਆ ਕਿਤਾਬ ਇੱਕ ਕੈਮਿਸਟਰੀ ਦੇ ਪ੍ਰੋਫੈਸਰ ਨੇ ਲਿਖੀ ਹੋਈ ਹੈ। ਪੰਜਾਬ ਦਾ ਸਭ ਤੋਂ ਟੌਪ ਦਾ ਹਿਸਟਰੀ ਦਾ ਪ੍ਰੋਫੈਸਰ ਆ ਭਗਵਾਨ ਜੋਸ਼, ਉਹਨੇ MSc ਕੈਮਿਸਟਰੀ ਕੀਤੀ ਸੀ। ਦੈਨ ਹੀ ਸਟਾਰਟ ਇਨ ਹਿਸਟਰੀ। ਕੁਲਦੀਪ ਸਿੰਘ ਆ, ਮੈਂ ਚਲੋ ਇੱਦਾਂ ਤਾਂ ਨਹੀਂ, ਐਜੂਕੇਸ਼ਨ ਦਾ ਬੰਦਾ ਬਾਅਦ 'ਚ ਬਣਿਆ, ਪਹਿਲਾਂ ਸਾਇੰਸ ਦਾ ਸੀ। ਮੇਰੀ ਬੇਸ ਲਾਈਨ ਸਾਇੰਸ ਦਾ, ਨੋਨ ਮੈਡੀਕਲ ਕੀਤੀ। ਇਹ ਤਾਂ ਗੇੜੇ ਗੂੜੇ ਖਾਂਦੇ ਖੁੰਦੇ ਕਿਸੇ ਪਾਸੇ ਐਜੂਕੇਸ਼ਨ ਵੱਲ ਆ ਗਏ। ਉਹਦੇ ਜਦੋਂ ਤੁਸੀਂ ਕੋਈ ਚੀਜ਼ਾਂ ਲਰਨ ਕਰਦੇ ਹੋ, ਇਹਨੂੰ ਡੀਕਨਸਟਰਕਟ ਕਰਨਾ ਪੈਂਦਾ ਵੀ ਜੇ ਅਗਲਾ ਗੱਲ ਕਹਿ ਰਿਹਾ ਸਾਈਕੋਲੋਜੀ ਵਾਲਾ, ਉਹ ਕਿਉਂਕਿ ਉਹਦਾ ਮਾਈਂਡ ਤੋਂ ਕਹਿ ਰਿਹਾ। 8 ਦੁਨੀਆ ਦੇ ਵਰਲਡ ਫੇਮਸ ਸਾਈਕੋਲੋਜਿਸਟ ਆ। ਕੋਈ ਮੈਥਮੈਟੀਸ਼ੀਅਨ ਸੀ ਪਹਿਲਾਂ, ਨੋਮ ਚਮਸਕੀ ਵਾਜ਼ ਨਾਟ ਲੈਂਗੁਇਸਟ ਹੈਗਾ। ਇੱਕੋ ਹੀ ਕਿਤਾਬ ਆ ਦੁਨੀਆ ਦੀ 8 ਸਾਈਕੋਲੋਜਿਸਟਾਂ ਦੀਆਂ ਇੰਟਰਵਿਊ ਲੈ ਕੇ 30 ਸਾਲਾਂ 'ਚ ਲਿਖੀ ਉਹ ਕਿਤਾਬ। ਮੈਂ ਜਿਸ ਪਤਾ ਨਹੀਂ, ਮੈਨੂੰ ਲੱਭੀ ਨਹੀਂ, ਘਰੇ ਪਈ ਸੀ। ਉਹਨਾਂ 8 ਸਾਈਕੋਲੋਜਿਸਟਾਂ ਨੇ ਆਪਣੀ ਇੰਟਰਵਿਊ ਦਿੱਤੀ ਆ ਵੀ ਅਸੀਂ ਲੈਣ ਆਏ ਸੀਗੇ ਸਾਇੰਸ 'ਚ ਐਡਮਿਸ਼ਨ, ਵੀ ਹੁਣ ਸਾਇੰਸ ਦੀ BSc ਕਰਨੀ ਆ, ਇਹਦੇ 'ਚ ਜਾਣਾ। ਘਰ ਦੇ ਵੀ ਜ਼ੋਰ ਲੈ, ਉਹ ਕਹਿੰਦੇ ਚਲੋ ਜੀ ਆਹ ਇੱਕ ਹੈਗਾ ਮਨ ਦਾ ਕੋਈ ਨਵੀਂ ਅਵਸਥਾ ਆਈ ਆ, ਸਾਈਕੋਲੋਜੀ 'ਚ ਚਲੇ ਗਏ। ਉਹ ਕਹਿੰਦੇ ਕਮਾਲ ਹੋ ਗਈ, ਅਸੀਂ ਜੋ ਸਾਈਕੋਲੋਜੀ 'ਚ ਗਏ, ਉਹਦੇ ਸਾਈਕੋਲੋਜੀ ਦੀਆਂ ਬ੍ਰਾਂਚਾਂ ਪੜ੍ਹਨ ਲੱਗੇ, ਟੌਪ ਵਰਲਡ ਸਾਈਕੋਲੋਜਿਸਟ ਬਣੇ। ਤੁਸੀਂ ਕਿਹੜੇ ਡਿਸਿਪਲਿਨ 'ਚ ਆਉਂਦੇ ਹੋ, ਕਿੰਨੀ ਉਹਦੇ ਨਾਲ ਅਟੈਚਮੈਂਟ ਆ। ਜੇ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਹੀ ਚਲੇ ਜਾਓ, ਕੋਈ ਕੰਮ ਕਰੋ, ਮੈਂ ਤਾਂ ਕਹਿੰਦਾ ਹੁੰਦਾ ਵੀ ਜੇ ਜਿਹੜਾ ਵੀ ਕੰਮ ਕਰਨਾ ਉਹਨੂੰ ਜਾਣ ਨਾ ਕਰੋ, ਉਹਦੇ ਵਿੱਚ ਵਿਚਾਲੇ ਵਾਲਿਆਂ ਨਾ ਹੋਵੇ, ਤਾਂ ਉਹਦੇ ਨਾਲ ਤੁਹਾਡਾ ਲੈਵਲ ਆਫ ਐਲੀਏਨੇਸ਼ਨ ਘਟਦਾ, ਬੇਗਾਨਗੀ ਘਟਦੀ ਹੈ। ਜੇ ਸੰਧੂ ਸਾਹਿਬ ਨੇ ਦੇਤਾ ਵੀ ਪੇਪਰ ਚੈੱਕ ਕਰਨਾ, ਪੇਪਰ ਹੀ ਜਾਣ ਨਾ ਚੈੱਕ ਕਰੋ। ਜੇ ਇਹਨਾਂ ਨੇ ਕਹਿ ਦਿੱਤਾ ਵੀ ਅੱਜ ਖੜ੍ਹਨਾ ਹੀ ਆ 2 ਘੰਟੇ, ਤੁਸੀਂ ਪੇਪਰ ਲੈਣ ਵੇਲੇ ਉੱਥੇ ਕੰਮ ਕਰੋ। ਜੇ ਤੁਸੀਂ ਪੜ੍ਹਨਾ ਤਾਂ ਪੇਪਰ ਤਿਆਰ ਕਰਨੇ ਉਸ ਹਿਸਾਬ ਨਾਲ, ਉਹਦੇ ਨਾਲ ਲੈਵਲ ਆਫ ਐਲੀਏਨੇਸ਼ਨ ਘਟਦਾ, ਬੇਗਾਨਗੀ ਘਟਦੀ ਹੈ। ਇਸ ਕਰਕੇ ਸਾਡੀ ਇਹ ਬਣਦੀ ਨਹੀਂ ਗੀ ਕਿ ਕਿਸੇ ਨਾ ਕਿਸੇ ਲੈਵਲ 'ਤੇ ਅਸੀਂ ਕੋਈ ਪਹਿਲਾਂ ਤੋਂ ਆਈ ਆ ਸਾਡਾ ਦੇਖਣ ਦਾ ਨਜ਼ਰੀਆ ਅਸੀਂ ਸ਼ੌਰਟ ਕਰ ਲਿਆ। ਕਿਉਂਕਿ ਰਿਸਰਚ ਦੇ ਇੱਕ 3 ਆਬਜੈਕਟਿਵ ਨੇ, ਉਹਦੇ ਦਿਵਾਲੀ ਅਸੀਂ ਚੱਲਣਾ ਹੁੰਦਾ, ਬਾਕੀ ਨੂੰ ਛੱਡ ਦਿੰਦੇ। ਅਸੀਂ ਉਹਨਾਂ ਆਬਜੈਕਟਿਵ 'ਤੇ ਫੋਕਸ ਕਰਕੇ ਐਂਡ ਰਿਜ਼ਲਟ 'ਤੇ ਪਹੁੰਚਣਾ। ਇਟ ਇਜ਼ ਓਨਲੀ ਫਾਰ ਯੂਅਰ ਡਿਗਰੀ ਪਰਪਸ। ਉਹਦੇ 'ਤੇ ਆਧਾਰ 'ਤੇ ਆਪਾਂ ਰੋਟੀ ਵੀ ਖਾਣੀ ਹੁੰਦੀ ਹੈ, ਬਾਅਦ 'ਚ ਉਹਦੇ ਲੈਂਗੁਇਸਟਿਕ ਬਣ ਜਾਂਦੇ ਆ। ਫਿਰ ਦੂਜਿਆਂ ਨੂੰ ਕਿਵੇਂ ਅਸੀਂ ਜੋੜਦੇ ਆ, ਉਹਦੇ ਜੋੜਨ ਲਈ ਅਗਲੇ ਕੋਲੇ ਜਾਂਦੇ ਹਾਂ, ਸਾਈਕੋਲੋਜੀ ਵਾਲੇ ਕੋਲੇ ਜਾਂਦੇ ਹਾਂ, ਫਿਲਾਸਫੀ ਕੋਲੇ ਜਾਂਦੇ ਹਾਂ, ਹਿਸਟਰੀ ਵਾਲੇ ਕੋਲੇ ਜਾਂਦੇ ਹਾਂ। ਮੇਰੇ ਜਿਹੜੇ ਗਾਈਡ ਸੀ ਡਾਕਟਰ ਕਮਰਜੀਤ ਸਿੰਘ, ਉਹ ਸਾਈਕੋਲੋਜੀ ਦੇ ਸੀ। ਉਹਨਾਂ ਦੇ ਮੈਸੇਜ ਕਹਿ ਦਿੰਦੇ ਸੀ, ਕਹਿੰਦੇ ਕੁਲਦੀਪ ਤੂੰ ਕਿੱਥੇ ਫਸ ਗਿਆ, ਸਾਈਕੋਲੋਜੀ ਵਾਲੇ ਬੜੇ ਟੇਢੇ ਹੁੰਦੇ ਨੇ, ਇਹ ਹਰ ਇੱਕ ਨੂੰ ਇਸ ਢੰਗ ਨਾਲ ਦੇਖਦੇ। ਮੈਂ ਜੀ ਕੋਈ ਗੱਲ, ਟੌਪਿਕ ਹੀ ਅਸੀਂ ਹਿਸਟਰੀ ਵਾਲਾ ਲੈ ਲਿਆ ਸਾਈਕੋਲੋਜੀ ਤੋਂ, ਫਿਰ ਵੀ ਉਹਨਾਂ ਦੀ ਸਾਈਕੋਲੋਜੀ ਵਾਲੀ ਗੱਲ ਆ ਜਾਣੀ। ਕਿਉਂਕਿ ਸਾਈਕੋਲੋਜੀ ਦੀ ਲੇਟੈਸਟ ਕੈਪੀਟਲਿਜ਼ਮ 'ਚ ਸਾਈਕੋਲੋਜੀ ਬਹੁਤ ਇੰਪੋਰਟੈਂਟ ਆ, ਮਨ ਦੀ ਵਿਵਸਥਾ ਬਹੁਤ ਇੰਪੋਰਟੈਂਟ ਆ, ਉਹਦਾ ਰਿਲੇਸ਼ਨਸ਼ਿਪ। ਹੁਣ ਕਾਰਨ ਕੀ ਆ, ਤੁਹਾਡੇ 'ਤੇ WhatsApp 'ਤੇ ਮੋਬਾਈਲ ਇੰਨਾ ਕਬਜ਼ਾ ਕਰ ਜਾਂਦਾ ਦਿਮਾਗ ਸਾਡਾ ਕਿ ਕਿਸੇ ਦੁਸ਼ਮਣ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ। ਹੂ ਕੈਪਚਰ ਉਹਦੇ ਬਾਰੇ ਜੇ ਸਾਡੀ ਕ੍ਰਿਟੀਕਲ ਹੋਵੇ ਵੀ ਇੰਨੀ ਕੁ ਸੁਣਨੀ ਆ, ਆਹ 3 ਚੀਜ਼ਾਂ ਸੁਣਨੀ। ਮੈਨੂੰ ਪਤਾ ਸੀ ਸੰਧੂ ਸਾਹਿਬ ਨੇ ਕਹਿਣਾ ਵੀ ਲੈਕਚਰ ਕੁਲਦੀਪ ਤੇਰਾ ਬੁਲਾਇਆ, ਮੈਂ 2 ਦਿਨ 3 ਦਿਨ ਸੈਰ ਕਰਦਾ। ਸਭ ਤੋਂ ਟੌਪ ਦੇ ਜਿਹੜੇ ਸੀਗੇ ਹਾਇਰ ਐਜੂਕੇਸ਼ਨ 'ਤੇ ਕੰਮ ਕੀਤਾ, ਸੈਰ ਵੇਲੇ ਉਹਨਾਂ ਦਾ ਹੀ ਲੈਕਚਰ ਸੁਣਿਆ।
25-30% ਉਹ ਗੱਲਾਂ ਆਪਦੀ ਟੌਰ ਬਣਾਉਣ ਵਾਸਤੇ 3 ਕਿਤਾਬਾਂ 4 ਨੂੰ ਚੱਕ ਲਿਆ, ਨਾਲ ਹੋਰ ਲਿਆਇਆ, ਲੈਕਚਰ ਆਪਣਾ ਹੋ ਗਿਆ। ਇਸ ਕਰਕੇ ਬਹੁਤ ਕੁਛ ਤੁਹਾਤੋਂ ਵੀ ਸਿੱਖਿਆ। ਇਹਨੂੰ ਆਪਣਾ ਫਰੇਮਵਰਕ ਚੇਂਜ ਕਰਨ ਦੀ ਲੋੜ ਆ। ਜਿਹਦੇ ਕੋਲੇ ਵੀ ਜਿਹੜਾ ਵੀ ਆ ਦੂਜਾ, ਉਹਦੇ ਡਿਸਿਪਲਿਨ ਨੂੰ ਇੰਪੋਰਟੈਂਸ ਦੇ, ਉਹਦੇ ਨੌਲੇਜ ਨੂੰ ਇੰਪੋਰਟੈਂਸ ਦੇ। ਹੌਲੀ ਹੌਲੀ ਉਹ ਤੁਹਾਨੂੰ ਇੰਪੋਰਟੈਂਸ ਦੇਣ ਲੱਗ। ਇਹੀ ਯੂਨੀਵਰਸਿਟੀ ਦਾ ਪਰਪਸ ਆ, ਇਹੀ ਕਮਿਟਮੈਂਟ ਆਫ ਇੰਟੈਲੈਕਚੁਅਲ ਆ। ਨਹੀਂ ਅਸੀਂ ਇੰਟੈਲੈਕਟ ਵਰਕਰਸ ਰਹਿ ਜਾਵਾਂਗੇ, ਇੰਟੈਲੈਕਚੁਅਲ 'ਚ ਕਨਵਰਟ ਨਹੀਂ ਹੋਵਾਂਗੇ। ਟਰਾਈ ਟੂ ਡੀ ਫਰੇਮ, ਡੀ ਕੰਸਟਰਕਟ ਯੂਅਰ ਫਰੇਮਵਰਕ। ਥੈਂਕ ਯੂ ਵੈਰੀ ਮਚ।